ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਤੁਹਾਡਾ ਕੋਈ ਸਵਾਲ ਆ ਪੁੱਛ ਸਕੋਗੇ 4082725200। ਸਾਡੇ ਅੱਜ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮਾਊਂਟ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਸੜਕ ਹਾਦਸਾ ਹੋਇਆ, ਬੜਾ ਭੇਦ ਭਰਿਆ ਆ, ਉਹ ਜਿਸ ਦੇ ਵਿੱਚ ਬੀਜੇਪੀ ਦੇ ਜਿਹੜੇ ਕਰਿੰਦੇ ਹੈਗੇ ਆ, ਉੱਥੇ ਦਾ ਮੁੱਖ ਮੰਤਰੀ ਵੀ ਆ, ਉਹਨਾਂ ਦੇ ਹਿੱਸੇ ਵਿੱਚ ਜਾ ਰਿਹਾ ਇਹ ਉਨਾਓ ਏਰੀਆ ਜਿਹੜਾ ਜੀ ਉਹ ਪੈਂਦਾ, ਜਿੱਥੇ ਇੱਕ ਟਰੱਕ ਦੇ ਵੱਲੋਂ ਟੱਕਰ ਜਿਹੜੀ ਉਹ ਮਾਰੀ ਗਈ ਇੱਕ ਕਾਰ ਨੂੰ। ਟੱਕਰਾਂ ਤਾਂ ਹਰੇਕ ਜਗ੍ਹਾ ਤੇ ਹੁੰਦੀਆਂ ਨੇ, ਇਹਦੇ ਵਿੱਚ ਕੁਛ ਅਹਿਮ ਗੱਲਾਂ ਜਿਹੜੀਆਂ ਦੀ ਉਹ ਡਿਫਰੈਂਟ ਸਨ ਜੀ। ਇੱਕ ਤਾਂ ਰੋਂਗ ਸਾਈਡ ਤੋਂ ਇਹ ਟਰੱਕ ਜਿਹੜਾ ਜੀ ਉਹ ਆ ਰਿਹਾ ਸੀਗਾ, ਔਰ ਟਰੱਕ ਦੇ ਨੰਬਰ ਦੇ ਉੱਤੇ ਜਿਹੜੀ ਜੀ ਉਹ ਕਾਲਖ ਪੋਤੀ ਹੋਈ ਸੀਗੀ। ਜਿਹੜੀ ਗੱਡੀ ਨੂੰ ਟੱਕਰ ਮਾਰੀ ਗਈ ਉਹਦੇ ਵਿੱਚ ਇੱਕ ਉਹ ਲੜਕੀ ਜਿਹੜੀ ਬੈਠੀ ਹੋਈ ਸੀ, ਜਿਹਨੇ ਕੁਛ ਸਮਾਂ ਪਹਿਲਾਂ ਜਿਹੜਾ ਕੁਲਦੀਪ ਸਿੰਗਰ ਆ, ਭਾਰਤੀ ਜਨਤਾ ਪਾਰਟੀ ਦਾ MLA ਆ, ਉਹਦੇ ਉੱਤੇ ਇਹ ਦੋਸ਼ ਲਾਇਆ ਸੀ ਕਥਿਤ ਰੂਪ 'ਚ ਕਿ ਉਹਦੇ ਨਾਲ ਰੇਪ ਕੀਤਾ ਇਸ ਵਿਧਾਇਕ ਨੇ। 2 ਮੌਤਾਂ ਪਹਿਲਾਂ ਜਿਹੜਾ ਉਹ ਹੋ ਚੁੱਕੀਆਂ ਹੋਈਆਂ ਨੇ ਇਸ ਪਰਿਵਾਰ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਜੀਆਂ ਦੀਆਂ। ਜਦੋਂ ਇਹ ਟੱਕਰ ਮਾਰੀ ਗਈ ਤਾਂ ਉਦੋਂ ਜਿਹੜੀ ਇਹ ਕੁੜੀ, ਉਹਦੇ ਨਾਲ ਉਹਦੀ ਚਾਚੀ, ਉਹਦੀ ਮਾਸੀ ਤੇ ਉਹਦਾ ਵਕੀਲ ਜਿਹੜਾ ਜੀ ਉਹ ਸ਼ਾਮਲ ਸਨ, ਜਿਹੜੇ ਕਿ ਜਾ ਰਹੇ ਸਨ ਰਾਏ ਬਰੇਲੀ ਜੇਲ੍ਹ ਦੇ ਵਿੱਚ ਮੁਲਾਕਾਤ ਆਪਣੇ ਚਾਚੇ ਦੇ ਨਾਲ ਜਿਹੜਾ ਜੀ ਉਹ ਕਰਨ ਦੇ ਵਾਸਤੇ। ਇਹਦੀ ਮਾਸੀ ਤੇ ਚਾਚੀ ਦੀ ਤੇ ਥਾਂ ਮੌਤ ਹੋ ਗਈ। ਜਿਹੜਾ ਵਕੀਲ ਆ ਤੇ ਇਹ ਕੁੜੀ ਆਪ ਜਿਹੜੀ ਆ ਜੀ, ਇਹ ਦੋਨੋਂ ਇਸ ਵੇਲੇ ਜ਼ਿੰਦਗੀ ਮੌਤ ਦੀ ਲੜਾਈ ਜਿਹੜੇ ਆ ਉਹ ਹਸਪੀਟਲ ਦੇ ਵਿੱਚ ਲੜ ਰਹੇ ਆ। ਉਹਨੂੰ ਵਕੀਲ ਨੂੰ ਵੈਂਟੀਲੇਟਰ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ। ਜਿਹੜੀ ਪੁਲਿਸ ਆ ਉਹਨੇ ਕੋਸ਼ਿਸ਼ ਕੀ ਕਿ ਇਹ ਹਾਦਸਾ ਇਹਨੂੰ ਕਰਾਰ ਜਿਹੜਾ ਜੀ ਉਹ ਦਿੱਤਾ ਜਾਵੇ। ਜਿਹੜਾ ਇਹ ਸਿੰਗਰ ਆ, ਇਹ 17 ਦੇ ਵਿੱਚ ਇਲਜ਼ਾਮ ਲੱਗਿਆ ਸੀ, ਸੀਤਾਪੁਰ ਜੇਲ੍ਹ ਦੇ ਵਿੱਚ ਹੈਗਾ ਜੀ। CBI ਦੀ ਜਾਂਚ ਇਹਨੂੰ ਜਿਹੜੀ ਉਹ ਮਾਰਚ ਹੋਈ ਸੀਗੀ। ਐਕਚੁਅਲੀ ਜਿਹੜੀ ਇਹ ਕੁੜੀ ਸੀ, ਇਹਨੂੰ ਸੁਰੱਖਿਆ ਮਿਲੀ ਹੋਈ ਸੀ, ਪਰ ਸਵਾਲ ਇਹ ਖੜਾ ਹੁੰਦਾ ਕਿ ਇਹਦੇ ਨਾਲ ਜਿਹੜੇ ਜੀ ਉਹ ਸਿਕਿਉਰਿਟੀ ਵਾਲੇ ਹੈ ਨਹੀਂ ਸੀਗੇ। ਕੀ ਕਾਰਨ ਰਿਹਾ, ਕਿਉਂ ਨਹੀਂ ਸੀ, ਅਜੇ ਕੁਛ ਨਹੀਂ ਪਤਾ। ਜਿਹੜਾ ਇਹ ਪਰਿਵਾਰ ਹੈ ਉਹਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀਗੀਆਂ, ਜਿਹਦੇ ਕਰਕੇ ਇਹ ਸੁਰੱਖਿਆ ਦਿੱਤੀ ਗਈ ਸੀ। ਜਿਹੜੇ ਟਰੱਕ ਨੇ ਟੱਕਰ ਮਾਰੀ, ਉਹਦੀ ਪਲੇਟ ਕਾਲੇ ਰੰਗ ਦੇ ਨਾਲ, ਕਿਉਂ ਉਹਦਾ ਨੰਬਰ ਜਿਹੜਾ ਜੀ ਉਹ ਮਿਟਾਇਆ ਹੋਇਆ ਸੀਗਾ। 24 ਘੰਟੇ ਬੀਤ ਜਾਣ ਤੋਂ ਬਾਅਦ ਪੁਲਿਸ ਨਹੀਂ ਇਹ ਦੱਸ ਸਕੀ ਕਿ ਦੋਸ਼ੀ ਜਿਹੜਾ ਜੀ ਵਿਧਾਇਕ ਦਾ ਹਾਦਸੇ ਦੇ ਨਾਲ ਕੋਈ ਕਨੈਕਸ਼ਨ ਹੈ ਕਿ ਨਹੀਂ। ਜਦੋਂ ਟੱਕਰ ਮਾਰੀ ਗਈ ਆ ਤਾਂ ਇਹਦੇ ਵਿੱਚ ਜਿਹੜੀ ਚਾਚੀ ਜਿਹੜੀ ਮਾਰੀ ਗਈ ਆ, ਉਹ ਇਸ ਕੇਸ ਦੇ ਵਿੱਚ ਅਹਿਮ ਗਵਾਹ ਸੀ। CBI ਛੇਤੀ ਉਹਦੇ ਬਿਆਨ ਜਿਹੜਾ ਜੀ ਉਹ ਲੈਣ ਵਾਲੀ ਸੀ, ਜਿਹਦੇ ਕਰਕੇ ਇਹ ਟੱਕਰ ਜਿਹੜੇ ਸਵਾਲਾਂ ਦੇ ਘੇਰੇ ਦੇ ਵਿੱਚ ਆ। ਕੇਸ ਦੇ ਨਾਲ ਜੁੜੇ 2 ਵਿਅਕਤੀ ਪਹਿਲਾਂ ਹੀ ਮਰ ਚੁੱਕੇ ਆ ਜੀ, 2 ਹੋਰ ਜਿਹੜੇ ਜੀ ਉਹ ਮਾਰੇ ਗਏ। 4 ਲੋਕ ਇਸ ਕੇਸ ਦੇ ਨਾਲ ਸੰਬੰਧਿਤ ਜਿਹੜੇ ਜੀ ਉਹ ਮਾਰੇ ਗਏ। ਇਸ ਮਾਮਲੇ ਦੇ ਵਿੱਚ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਹੈ ਕੁਲਦੀਪ ਸਿੰਗਰ, ਉਹਦੇ ਉੱਤੇ ਕਤਲ ਦਾ ਮੁਕੱਦਮਾ ਜਿਹੜਾ ਜੀ ਉਹ ਦਰਜ ਹੋ ਗਿਆ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇਸ ਸਿੰਗਰ ਦੇ ਨਾਲ ਮੁਲਾਕਾਤ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦਾ ਇੱਕ ਮੈਂਬਰ ਪਾਰਲੀਮੈਂਟ ਕਰਕੇ ਆਇਆ ਸੀਗਾ, ਔਰ ਉਹਨੇ ਬੜੇ ਗੁਣਗਾਨ ਕੀਤੇ ਸੀਗੇ ਇਹਦੇ ਸਿੰਗਰ ਦੇ ਕਿ ਉਹ ਬਹੁਤ ਵਧੀਆ ਜਿਹੜਾ ਜੀ ਉਹ ਬੰਦਾ ਹੈ। ਤੇ ਹੁਣ ਆਹ ਮਾਮਲਾ ਜਿਹੜਾ ਜੀ ਜਦੋਂ ਸਾਹਮਣੇ ਆਇਆ ਤਾਂ ਇਹਦੇ ਉੱਤੇ ਕੋਈ ਭਾਰਤੀ ਜਨਤਾ ਪਾਰਟੀ ਦਾ ਇੱਕ ਤਾਂ ਪ੍ਰਤੀਕਰਮ ਨਹੀਂ ਆ ਰਿਹਾ। ਇੱਕ 17 ਤੋਂ ਘਟਨਾ ਤੋਂ ਬਾਅਦ ਦੂਸਰੀਆਂ ਜਿਹੜੀ ਜੀ ਉਹ ਘਟਨਾ ਵਾਪਰ ਰਹੀ ਹੈ, ਪਰ ਅਜੇ ਤੱਕ ਇਹਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਾਰਟੀ ਦੇ ਅੰਦਰੋਂ ਕੱਢਿਆ ਤੱਕ ਨਹੀਂ ਜੀ। ਉਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ ਬਣਿਆ ਹੋਇਆ ਹੈ। ਉੱਤਰ ਪ੍ਰਦੇਸ਼ ਦਾ ਇਹ ਵਿਧਾਇਕ ਹੈ ਜੀ। ਕਿਉਂਕਿ ਕਾਨੂੰਨ ਹੀ ਇੰਨਾ ਬੋਲਾ ਹੋ ਗਿਆ ਜੀ ਉੱਥੇ ਦਾ। ਤੇ ਅੱਗੇ ਨਵਜੋਤ ਸਿੱਧੂ ਦੀ ਗੱਲ ਕਰਦੇ ਆ ਕਿ ਹੁਣ ਛੁਪੇ ਹੀ ਹੋਏ ਆ, ਪਰ ਹੁਣ ਬਹੁਤੀਆਂ ਨਜ਼ਰਾਂ ਆ ਜਿਹੜੀਆਂ ਉਹ ਵਿਧਾਨ ਸਭਾ ਦੇ ਸੈਸ਼ਨ ਤੇ
ਐਕਚੁਅਲੀ ਜੀ ਅਕਸਰ ਨਵਜੋਤ ਸਿੰਘ ਸਿੱਧੂ ਹੁਣਾਂ ਲਈ ਜਿਹੜੀਆਂ ਦੀ ਉਹ ਮੁਸ਼ਕਲਾਂ ਖੜੀਆਂ ਹੁੰਦੀਆਂ ਰਹੀਆਂ ਨੇ ਜਦੋਂ ਉਹ ਜ਼ਿਆਦਾ ਬੋਲਦੇ ਰਹੇ। ਹੁਣ ਜਿਉਂ ਉਹ ਬੋਲ ਨਹੀਂ ਰਹੇ, ਚੁੱਪ ਨੇ, ਤੇ ਤੁਸੀਂ ਇਹ ਕਹਿ ਲਓ ਕਿ ਮੁਸ਼ਕਲਾਂ ਜਿਹੜੀਆਂ ਦੀ ਉਹ ਕਪਤਾਨ ਸਾਹਿਬ ਦਾ ਜਿਹੜਾ ਖੇਮਾ ਉਹਦੇ ਵਿੱਚ ਜ਼ਿਆਦਾ ਜਿਹੜੀਆਂ ਦੀ ਉਹ ਵੱਧ ਰਹੀਆਂ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਕੁਝ ਵੀ ਨਾ ਬੋਲਣਾ ਇਸ ਵੇਲੇ ਕੈਪਟਨ ਸਾਹਿਬ ਦੇ ਖੇਮੇ ਦੇ ਵਿੱਚ ਫਿਕਰਮੰਦੀਆਂ ਜਿਹੜੀਆਂ ਉਹ ਖੜੀਆਂ ਕਰ ਰਿਹਾ। ਅੱਜ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੋ ਰਹੀ ਆ, ਜਿਹੜਾ ਇੱਕ ਮੰਤਰੀ ਨੇ ਬ੍ਰਹਮਿੰਦਰਾ, ਉਹਨਾਂ ਨੇ 4 ਸੀਨੀਅਰ ਮੰਤਰੀਆਂ ਨੂੰ ਡਿਨਰ ਤੇ ਸੱਦਿਆ। ਇਹਦੇ ਵਿੱਚ ਜਿਹੜੇ ਜੀ ਤ੍ਰਿਪਤ ਰਜਿੰਦਰ ਬਾਜਵਾ, ਸਪੀਕਰ ਰਾਣਾ KP ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਤੇ ਸੁਖ ਸਰਕਾਰੀਆ ਜਿਹੜੇ ਵੀ ਉਹ ਸ਼ਾਮਲ ਸੀਗੇ। ਬਾਕੀ ਮੰਤਰੀਆਂ ਨੂੰ ਕਿਉਂ ਨਹੀਂ ਸੱਦਿਆ ਗਿਆ, ਇਹ ਜਿਹੜਾ ਦੀ ਸਵਾਲ ਹੈ ਇਹਦੇ ਵਿੱਚ ਕਿ ਕਿਉਂ ਇਹ ਛੋਟਾ ਡਿਨਰ ਮੀਟਿੰਗ ਜਿਹੜੀ ਉਹ ਕੀਤੀ ਗਈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੰਤਰੀ, ਜਦੋਂ ਇਹ ਮੰਤਰਾਲਿਆਂ ਦੀ ਰੱਦੋ ਬਦਲ ਹੋਈ ਆ, ਉਦੋਂ ਬਾਅਦ ਕਿੰਨੇ ਮੰਤਰੀ ਖੁਸ਼ ਨਹੀਂ ਗਏ, ਇਹਦੇ ਉੱਤੇ ਵਿਚਾਰ ਜਿਹੜਾ ਦੀ ਉਹ ਚਰਚਾ ਕੀਤਾ ਗਿਆ। ਕਿਉਂਕਿ ਮੁੱਖ ਮੰਤਰੀ ਤੇ ਉਹਨਾਂ ਦੇ ਖੇਮੇ ਨੂੰ ਇਹ ਜਾਪਦਾ ਆ ਕਿਤੇ ਇਹ ਜਿਹੜੇ ਨਿਰਾਸ਼ ਮੰਤਰੀ ਨੇ, ਇਹ ਨਵਜੋਤ ਸਿੰਘ ਸਿੱਧੂ ਦਾ ਸਾਥ ਨਾ ਦੇ ਦੇਣ ਵਿਧਾਨ ਸਭਾ ਸੈਸ਼ਨ ਦੇ ਵਿੱਚ। ਇਹ ਸਰਕਾਰ ਬਣਨ ਤੋਂ ਬਾਅਦ, ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪਹਿਲਾ ਸੈਸ਼ਨ ਹੋਊਗਾ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੁਣੀ ਇੱਕ ਮਹਿਜ਼ MLA ਦੇ ਤੌਰ ਦੇ ਉੱਤੇ ਜਿਹੜਾ ਦੀ ਉਹ ਸ਼ਾਮਲ ਹੋਣਗੇ, ਔਰ ਇਸ ਕਰਕੇ ਬੜਾ ਅਹਿਮ ਜਿਹੜਾ ਦੀ ਉਹ ਵੇਖਣ ਵਾਲਾ ਹੋਊਗਾ। ਪਹਿਲੀ ਤਾਂ ਗੱਲ, ਉਹ ਸ਼ਾਮਲ ਹੁੰਦੇ ਨੇ, ਇਹਦੀ ਚਾਂਸਸ ਨੇ ਕਿ ਉਹ ਸ਼ਾਮਲ ਹੋਣਗੇ। ਜੇ ਸ਼ਾਮਲ ਹੁੰਦੇ ਆ ਤੇ ਉਹ ਕਾਂਗਰਸ ਦੀ ਸਰਕਾਰ ਨੂੰ ਤੱਤੇ ਪਾਣੀ ਦੇ ਵਿੱਚ ਪਾ ਸਕਦੇ ਆ, ਕਿਉਂਕਿ ਸਰਕਾਰ ਕਈ ਮਾਮਲਿਆਂ ਦੇ ਉੱਤੇ ਬੁਰੇ ਤਰੀਕੇ ਨਾਲ ਘਿਰੀ ਹੋਈ ਆ। ਇੱਕ ਤਾਂ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਸ ਮਾਮਲੇ ਤੇ ਘਿਰੀ ਹੋਈ ਆ, ਚਿੱਟੇ ਨਾਲ ਹੋ ਰਹੀਆਂ ਮੌਤਾਂ, ਚਿੱਟੇ ਦਾ ਚਰਚਾ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਛਿੜਿਆ ਹੋਇਆ, ਇਹਦੇ ਉੱਤੇ ਕੋਈ ਠੱਲ ਜਿਹੜੀ ਆ ਦੀ ਉਹ ਨਹੀਂ ਪੈ ਰਹੀ। ਲੋਕ ਸ਼ਰੇਆਮ ਜਿਹੜਾ ਦੀ ਉਹ ਸਰਕਾਰ ਦੇ ਖਿਲਾਫ ਬੋਲ ਰਹੇ ਆ। ਜੇ ਕਿਸੇ ਨੇ ਸਰਕਾਰ ਦੇ ਖਿਲਾਫ ਨਿਕਲ ਰਹੀ ਭੜਾਸ ਵੇਖਣੀ ਹੋਵੇ ਤਾਂ ਉਹ ਮੁੱਖ ਮੰਤਰੀ ਸਾਹਿਬ ਦਾ ਪੇਜ ਵੇਖ ਸਕਦਾ, ਜਿੱਥੇ ਉਹਨਾਂ ਨੇ ਆਪਣੇ ਪਾਲਤੂ ਕੁੱਤੇ ਨਾਲ ਫੋਟੋ ਪਾਈ ਸੀ ਤੇ ਹੇਠਾਂ ਕਮੈਂਟ 2000 ਤੋਂ ਉੱਪਰ ਜਿਹੜਾ ਦੀ ਉਹ ਆਇਆ, ਉਹ ਵੇਖਿਆ ਜਾ ਸਕਦਾ। ਸਰਕਾਰ ਇਸ ਭੜਾਸ ਨੂੰ ਮਹਿਸੂਸ ਤਾਂ ਕਰਦੀ ਹੈ, ਪਰ ਉਹ ਇਹ ਵੀ ਸਮਝਦੀ ਆ ਕਿ ਜੇ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਚੁੱਕ ਲਿਆ ਵਿਧਾਨ ਸਭਾ ਦੇ ਵਿੱਚ ਆ ਕੇ, ਤੇ ਵਿਰੋਧੀ ਧਿਰਾਂ ਉਹਦਾ ਸਾਥ ਦੇ ਸਕਦੀਆਂ ਨੇ। ਤੇ ਕਿਉਂਕਿ ਕਪਤਾਨ ਸਾਹਿਬ ਦੇ ਖੇਮੇ ਨੂੰ ਵੀ ਪਤਾ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਕਿਸੇ ਵੀ ਜਿਹੜਾ ਵੱਡਾ ਕਾਂਗਰਸੀ ਆਗੂ ਆ ਉਹਨੇ ਇਸ ਫੈਸਲੇ ਦੇ ਸਵਾਗਤ ਦੇ ਵਿੱਚ ਬਿਆਨ ਨਹੀਂ ਦਿੱਤਾ, ਬਲਕਿ ਜੇ ਮਨਪ੍ਰੀਤ ਸਿੰਘ ਬਾਦਲ ਜਾਂ ਬਾਕੀ ਮੰਤਰੀ ਜਿਹੜੇ ਨੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੇ ਮਾਮਲੇ ਤੇ ਉਹਨਾਂ ਨੇ ਨੋ ਕਮੈਂਟ ਕਹਿ ਕੇ ਜਿਹੜਾ ਦੀ ਉਹ ਟਾਲਿਆ, ਜਿਹੜਾ ਕਿ ਅਸਲ ਦੇ ਵਿੱਚ ਕੈਪਟਨ ਸਾਹਿਬ ਦੇ ਖੇਮੇ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਦੀ ਉਹ ਖੜੀਆਂ ਕਰ ਰਿਹਾ। ਵੇਖਣਾ ਹੁਣ ਇਹ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸਟ੍ਰੈਟਜੀ ਜਿਹੜੀ ਆ ਦੀ ਉਹ ਕੀ ਆ। ਜੇ ਉਹ ਵਿਧਾਨ ਸਭਾ ਜਾਂਦੇ ਆ, ਚੁੱਪ ਤਾਂ ਰਹਿ ਨਹੀਂ ਸਕਣਗੇ, ਬੋਲਣਗੇ ਤਾਂ ਕੀ ਬੋਲਣਗੇ, ਜਦੋਂ ਬੋਲਣਗੇ ਤਾਂ ਫਿਰ ਉਹ ਸਰਕਾਰ ਦੇ ਵਾਸਤੇ ਕਿਹੋ ਜਿਹੀਆਂ ਮੁਸ਼ਕਲਾਂ ਖੜੀਆਂ ਕਰਨਗੇ। ਇਹ ਬਹੁਤ ਅਹਿਮ ਹੋਊਗਾ ਵਿਧਾਨ ਸਭਾ ਦਾ ਜਿਹੜਾ ਜੀ ਉਹ ਸੈਸ਼ਨ ਜੀ। ਤੇ ਅੱਗੇ ਟਰਾਂਸਪੋਰਟ ਅਫਸਰਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਅਜੇ ਵੀ ਜਿਹੜੀ ਸਰਕਾਰ ਚਲੇ ਗਈ ਆ ਅਕਾਲੀ, ਉਹਨਾਂ ਦੀ ਹੀ ਤੂਤੀ ਬੋਲਦੀ। ਦੇਖੋ ਹੁਣ ਤਾਂ ਅੱਧ ਮੌਜੂਦਾ ਸਰਕਾਰ ਦਾ ਵੀ ਬੀਤ ਗਿਆ। ਕਿਹਾ ਤਾਂ ਇਹ ਗਿਆ ਸੀਗਾ ਨਾ ਕਿ ਮਾਈਨਿੰਗ ਦੇ ਵਾਸਤੇ ਜਿਹੜੀ ਆ ਜੀ ਉਹ ਪਾਲਿਸੀ ਸਰਕਾਰ ਦੀ ਆਊਗੀ। ਕਿਹਾ ਤਾਂ ਇਹ ਵੀ ਗਿਆ ਸੀਗਾ ਟਰਾਂਸਪੋਰਟ ਦੀ ਪਾਲਿਸੀ ਜਿਹੜੀ ਆ ਜੀ ਉਹ ਸਰਕਾਰ ਦੀ ਆ ਰਹੀ ਹੈ। ਕਿਹਾ ਤਾਂ ਇਹ ਵੀ ਗਿਆ ਸੀਗਾ ਕਿ ਐਕਸਾਈਜ਼ ਦੀ ਪਾਲਿਸੀ ਜਿਹੜੀ ਜੀ ਉਹ ਸਰਕਾਰ ਦੀ ਆ ਰਹੀ ਹੈ। ਕਿਹਾ ਤਾਂ ਇਹ ਵੀ ਗਿਆ ਸੀਗਾ ਕਿ ਕੇਬਲ ਦੇ ਵਾਸਤੇ ਜਿਹੜਾ ਮਾਫੀਆ ਲੱਗਿਆ ਹੋਇਆ ਉਹਦੀ ਪਾਲਿਸੀ ਆ ਰਹੀ ਹੈ। ਕੁਛ ਵੀ ਹੋਇਆ ਨਹੀਂ ਜੀ। ਅੱਧ ਦਾ ਸਮਾਂ ਤਾਂ ਜਿਹੜਾ ਜੀ ਉਹ ਮੌਜੂਦਾ ਸਰਕਾਰ ਦਾ ਵੀ ਬੀਤ ਗਿਆ। ਅਜੇ ਵੀ ਜਿਹੜਾ ਟਰਾਂਸਪੋਰਟ ਮਹਿਕਮਾ ਉਹਦੇ ਵਿੱਚ ਤਾਂ ਅਕਾਲੀ ਦਲ ਦੀ ਤੂਤੀ ਜਿਹੜੀ ਹੈ ਜੀ ਉਹ ਪੂਰੀ ਬੋਲਦੀ ਆ। ਬਠਿੰਡੇ ਦੇ ਵਿੱਚ ਜਿਹੜਾ ਜੀ ਰੀਜਨਲ ਟਰਾਂਸਪੋਰਟ ਅਥਾਰਟੀ ਆ, ਉਹਦੇ ਦਫ਼ਤਰ ਦਾ ਇੱਕ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ, ਜਿਹੜਾ ਕਿ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੋਈ ਪੁੱਛਣ ਵਾਲਾ ਨੀਗਾ ਜੀ। ਬਠਿੰਡਾ ਦਫ਼ਤਰ ਨੇ ਇੱਕ ਅਕਾਲੀ ਆਗੂ ਦੀ ਬੱਸ ਕੰਪਨੀ ਨੂੰ ਚੁੱਪ ਚਪੀਤੇ ਟਾਈਮ ਟੇਬਲ 'ਚ ਗੱਫੇ ਜਿਹੜੇ ਜੀ ਉਹ ਦੇ ਦਿੱਤੇ। PRTC ਦੇ ਜਿਹੜੇ ਅਧਿਕਾਰੀ ਆ ਜੀ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਲਾਇਆ ਵੱਡਾ। ਮੁਲਾਜ਼ਮ ਧਿਰਾਂ ਨੇ ਸਟੇਟ ਟਰਾਂਸਪੋਰਟ ਕਮਿਸ਼ਨ ਨੂੰ ਚਿੱਠੀ ਭੇਜੀ ਆ, ਜਿਹਦੇ ਵਿੱਚ ਟਰਾਂਸਪੋਰਟ ਅਧਿਕਾਰੀ ਦੇ ਵੱਲੋਂ ਤਲਵੰਡੀ ਸਾਬੋ ਸਰਦੂਲਗੜ੍ਹ ਰੂਟ ਦੇ ਉੱਤੇ ਟਾਈਮ ਟੇਬਲ ਦੇ ਵਿੱਚ ਐਡਜਸਟਮੈਂਟ ਜਿਹੜੀ ਕੀਤੀ ਗਈ ਆ, ਇਹਦਾ ਘਾਲਾ ਵਾਲਾ ਉਜਾਗਰ ਕੀਤਾ ਗਿਆ। ਔਰ ਇਹ ਕਿਹਾ ਗਿਆ ਕਿ ਮੌਜੂਦਾ ਸਰਕਾਰ 2.5 ਸਾਲਾਂ ਦੇ ਵਿੱਚ PRTC ਨੂੰ ਟਾਈਮ ਟੇਬਲ ਦੇ ਵਿੱਚ ਨਿਆਂ ਜਿਹੜੀ ਉਹ ਨਹੀਂ ਦੇ ਸਕੀ।
ਟਰਾਂਸਪੋਰਟ ਵਿਭਾਗ ਦੀ ਹਦਾਇਤ ਹੈ ਕਿ ਟਾਈਮ ਟੇਬਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਆਰਜ਼ੀ ਐਡਜਸਟਮੈਂਟ ਨਹੀਂ ਕੀਤਾ ਜਾ ਸਕਦਾ। ਪਰ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਦੇ ਸਕੱਤਰ ਨੇ 25 ਤਰੀਕ ਨੂੰ PRTC ਨੂੰ ਦੱਸੇ ਤੋਂ ਬਿਨਾਂ ਤਲਵੰਡੀ ਸਾਬੋ ਸਰਦੂਲਗੜ੍ਹ ਰੂਟ ਦੇ ਉੱਤੇ ਟਾਈਮ ਟੇਬਲ ਬਦਲ ਦਿੱਤੇ। ਨਵੀਂ ਅਦਲਾ ਬਦਲੀ ਦੇ ਨਾਲ ਵੱਡਾ ਰਗੜਾ ਜਿਹੜਾ ਜੀ ਉਹ PRTC ਨੂੰ ਲੱਗ ਗਿਆ, ਜਦੋਂ ਕਿ ਪ੍ਰਾਈਵੇਟ ਬੱਸ ਮਾਲਕਾਂ ਨੂੰ ਇਹਦਾ ਵੱਡਾ ਲਾਹਾ ਜਿਹੜਾ ਜੀ ਉਹ ਮਿਲ ਗਿਆ। ਜਿਹੜੇ ਤਲਵੰਡੀ ਸਾਬੋ ਤੋਂ ਸਰਦੂਲਗੜ੍ਹ ਵਾਲੇ ਟਾਈਮ ਟੇਬਲ ਆ, ਇਹਦੇ ਵਿੱਚ 26 ਟਾਈਮ ਛੇੜੇ ਗਏ ਆ, ਇੱਕ ਨਹੀਂ। PRTC ਪਿੱਛੇ ਕਰ ਦਿੱਤੀ ਗਈ ਆ, ਜਦੋਂ ਕਿ ਇਹ ਅਕਾਲੀ ਆਗੂ ਦੀਆਂ ਜਿਹੜੀਆਂ ਬੱਸਾਂ ਨੇ ਉਹ ਮੂਹਰੇ ਕਰ ਦਿੱਤੀਆਂ ਜਿਹੜੀਆਂ ਉਹ ਗਈਆਂ ਨੇ। ਜਿਹੜਾ ਬਠਿੰਡਾ ਰੀਜਨਲ ਅਥਾਰਟੀ ਦੇ ਸਕੱਤਰ ਨੇ ਉਦੈਵੀਰ ਸਿੰਘ, ਉਹ ਕਹਿੰਦੇ ਆ ਕਿ PRTC ਦੇ ਨੁਮਾਇੰਦਿਆਂ ਨੂੰ ਜਦੋਂ ਬੁਲਾਉਂਦੇ ਆ ਤਾਂ ਉਹ ਆਉਂਦੇ ਨਹੀਂ। ਹੁਣ ਦੁਬਾਰਾ ਟਾਈਮ ਟੇਬਲ ਬਣਾਇਆ ਜਾ ਰਿਹਾ, ਜਦੋਂ ਕਿ ਆਰਜ਼ੀ ਐਡਜਸਟਮੈਂਟ ਦੇ ਅਧਿਕਾਰ ਉਹਨਾਂ ਦੇ ਕੋਲੇ ਹੈਗੇ ਆ, ਤੇ PRTC ਨੂੰ ਇਹਦੇ ਨਾਲ ਨੁਕਸਾਨ ਜਿਹੜਾ ਜੀ ਉਹ ਨਹੀਂ ਹੋਇਆ, ਕਿਸੇ ਖਾਸ ਟਰਾਂਸਪੋਰਟਰ ਨੂੰ ਫਾਇਦਾ ਜਿਹੜਾ ਜੀ ਉਹ ਨਹੀਂ ਹੋਇਆ। ਹੁਣ ਉਦੈਵੀਰ ਸਿੰਘ ਹੋਰਾਂ ਨੂੰ ਕੌਣ ਦੱਸੇ ਕਿ ਉੱਜੜ ਗਈ ਇਹੋ ਜਿਹੇ ਅਫਸਰਾਂ ਦੀ ਵਜ੍ਹਾ ਕਰਕੇ ਜਿਹੜੀ ਸਰਕਾਰੀ ਟਰਾਂਸਪੋਰਟ, ਔਰ ਇਹ ਲੋਕ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਨੇ ਕਿੱਡੇ ਕਿੱਡੇ ਜਿਹੜਾ ਜੀ ਇਹ ਬਣ ਗਏ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪਰ ਅਫਸਰ ਜਿਨ੍ਹਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਜੀ ਉਹ ਮਹੀਨਾ ਪਹੁੰਚ ਜਾਂਦਾ, ਇਸ ਕਰਕੇ ਉਹ ਇਹ ਕਹਿੰਦੇ ਆ ਕਿ ਕੁਝ ਹੋਇਆ ਹੀ ਨਹੀਂ, ਸਾਰਾ ਕੁਝ ਠੀਕ ਠਾਕ ਚੱਲੀ ਜਾ ਰਿਹਾ। ਬਿਲਕੁਲ ਜੀ, ਉਹਨਾਂ ਦਾ ਕੀ ਗਿਆ। ਅੱਗੇ ਗੱਲ ਕਰਦੇ ਹਾਂ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ, ਜਿਹੜੇ ਛਾਪਾਮਾਰੀ ਆ ਉਹ ਵੱਧ ਗਈ ਆ, ਥਾਂ ਥਾਂ ਤੇ ਛਾਪੇ ਪੈ ਰਹੇ ਆ, ਪਰ ਲੋਕ ਓਵਰਡੋਜ਼ ਦੇ ਨਾਲ ਵੀ ਬਹੁਤ ਮਰ ਰਹੇ ਆ। ਜੀ ਇੱਕ ਤਾਂ ਲੋਕ ਥਾਂ ਥਾਂ ਦੇ ਉੱਤੇ ਨਿਕਲ ਰਹੇ ਆ ਜੀ, ਵਿਰੋਧ ਕਰਨ ਦੇ ਵਾਸਤੇ ਵੀ ਨਿਕਲ ਰਹੇ ਆ, ਕਿਉਂਕਿ ਰਾਹ ਕੋਈ ਨਹੀਂ ਬਚਿਆ ਜੀ, ਲੋਕ ਤਾਂ ਮਰ ਗਏ। ਅਸਲ ਜਿਹੜਾ ਜੀ ਉਹੀ ਵੀ ਜਾਂ ਤਾਂ ਮਰ ਜਾਓ ਤੇ ਜਾਂ ਵਿਰੋਧ ਜਿਹੜਾ ਜੀ ਉਹ ਕਰ ਲਓ। ਜਿੱਡੇ ਵੱਡੇ ਪੱਧਰ ਤੇ ਹੋਣਾ ਚਾਹੀਦਾ ਬੇਸ਼ੱਕ ਓਡਾ ਨਹੀਂ ਹੋ ਰਿਹਾ, ਪਰ ਲੋਕ ਨਿਕਲ ਤਾਂ ਜਿਹੜਾ ਜੀ ਉਹ ਰਹੇ ਆ। ਇੱਥੇ ਫਾਜ਼ਿਲਕਾ ਦੇ ਪਿੰਡ ਘਾਂਗਾ ਖੁਰਦ ਪੈਂਦਾ, ਉੱਥੇ ਨਸ਼ਾ ਵੇਚਣ ਤੋਂ ਰੋਕਣ ਦੇ ਵਾਸਤੇ ਜਿਹੜੇ ਸੀਗੇ ਨਸ਼ਾ ਵੇਚਣ ਵਾਲੇ, ਉਹਨਾਂ ਨੇ ਆ ਕੇ ਗੁਆਂਢੀ ਪਰਿਵਾਰ ਦੇ ਉੱਤੇ ਫਾਇਰਿੰਗ ਕਰਤੀ, ਉਹਨਾਂ ਦੀ ਕਾਰ ਵੀ ਜਿਹੜੀ ਜੀ ਉਹ ਤੋੜ ਦਿੱਤੀ। ਗੁਆਂਢੀਆਂ ਨੇ ਸਮਗਲਰਾਂ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਮਾਮਲੇ ਦੇ ਵਿੱਚ 2 ਜਾਣੇ ਜ਼ਖਮੀ ਵੀ ਹੋਏ ਆ। ਗੋਲੀਆਂ ਸਿੱਧੀਆਂ ਜਿਹੜੀਆਂ ਸੀ ਉਹਨਾਂ ਦੇ ਘਰ ਦੇ ਉੱਤੇ ਜਿਹੜੀਆਂ ਮਾਰੀਆਂ ਗਈਆਂ। ਜਿਹੜੇ ਗੋਲੀਆਂ ਚਲਾਉਣ ਵਾਲੇ ਆ ਉਹ ਕਾਂਗਰਸੀ ਆਗੂ ਦੇ ਇੱਕ ਕਰੀਬੀ ਜਿਹੜੇ ਜੀ ਉਹ ਦੱਸੇ ਜਾ ਰਹੇ ਆ। ਹਾਲਾਂਕਿ ਕਿਹਾ ਗਿਆ ਕਿ 9 ਲੋਕਾਂ ਤੇ ਪੁਲਿਸ ਨੇ ਕੇਸ ਦਰਜ ਕੀਤਾ, ਫੜਿਆ ਅਜੇ ਤੱਕ ਕੋਈ ਨਹੀਂ ਗਿਆ। ਪਟਿਆਲਾ, ਫਾਜ਼ਿਲਕਾ ਤੇ ਬਠਿੰਡਾ ਦੇ ਵਿੱਚ ਸਮਗਲਰਾਂ ਨੇ ਪੁਲਿਸ ਮੁਲਾਜ਼ਮਾਂ ਤੇ ਉਹਨਾਂ ਨੂੰ ਸੂਚਨਾ ਦੇਣ ਵਾਲੇ ਲੋਕਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ। ਪਟਿਆਲਾ ਦੇ ਰਾਜਪੁਰਾ ਇਲਾਕੇ ਦੇ ਵਿੱਚ ਇੱਕ ਨਸ਼ਾ ਸਮਗਲਰ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਟੀਮ ਦੇ ਜਿਹੜਾ ਮੁਲਜ਼ਮ ਸੀ, ਉਹਨਾਂ ਨੇ ਕੁਹਾੜੀਆਂ ਨਾਲ ਹਮਲਾ ਜਿਹੜਾ ਜੀ ਉਹ ਕਰਤਾ। ਇੱਕ ASI ਜ਼ਖਮੀ ਕਰਤਾ। ਇੱਕ ਹੋਮਗਾਰਡ ਦਾ ਜਿਹੜਾ ਸੀਗਾ ਜੀ ਜਵਾਨ, ਉਹਦੀ ਵਰਦੀ ਫਟ ਗਈ। ਇੱਕ ASI ਨੂੰ ਤੇ ਪਟਿਆਲੇ ਦੇ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਇਲਾਜ ਦੇ ਵਾਸਤੇ ਦਾਖਲ ਕਰਵਾਇਆ ਗਿਆ। ਬਠਿੰਡਾ ਪੁਲਿਸ ਦੇ ਕੋਲੇ ਮੁਖਬਰੀ ਦੇ ਸ਼ੱਕ ਦੇ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਐਤਵਾਰ ਸ਼ਾਮ ਨੂੰ ਜਿਹੜਾ ਸੀਗਾ ਜੀ ਇੱਕ ਵਿਦਿਆਰਥੀ ਦੀਆਂ ਦੋਵੇਂ ਲੱਤਾਂ ਤੋੜਤੀਆਂ ਜੀ, ਕਿਉਂਕਿ ਉਹਦੇ ਉੱਤੇ ਸ਼ੱਕ ਇਹ ਸੀਗਾ ਕਿ ਇਹਨੇ ਜਿਹੜਾ ਸੀਗਾ ਪੁਲਿਸ ਨੂੰ ਦੱਸਿਆ ਕਿ ਕੌਣ ਜਿਹੜੇ ਦੀ ਉਹ ਨਸ਼ਾ ਵੇਚਦੇ ਆ। ਕੱਲ ਬਾਘੇ ਪੁਰਾਣੇ ਨੇੜੇ ਪੈਂਦੇ ਪਿੰਡ ਸਮਾਧ ਭਾਈ ਦਾ ਵੀ ਜ਼ਿਕਰ ਮੈਂ ਕੀਤਾ ਸੀਗਾ ਕਿ ਉੱਥੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਕਿਵੇਂ ਪਿੰਡ ਦੇ ਵਿੱਚ ਜਿਹੜਾ ਦੀ ਉਹ ਨਾਕੇਬੰਦੀ ਕੀਤੀ ਹੋਈ ਆ, ਔਰ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਨੂੰ ਪਿੰਡ ਚੋਂ ਕੱਢ ਦਿੱਤਾ ਇੱਕ ਕਿਸਮ ਦੇ ਨਾਲ। ਦੂਜੇ ਪਾਸੇ ਜਿਹੜੀਆਂ ਓਵਰਡੋਜ਼ ਦੇ ਨਾਲ ਮੌਤਾਂ ਨੇ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਇੱਥੇ ਨਿਹਾਲ ਸਿੰਘ ਵਾਲੇ ਦੇ ਨੇੜੇ ਪੈਂਦਾ ਦੀਨਾ ਸਾਹਿਬ, ਉੱਥੇ ਇੱਕ ਨੌਜਵਾਨ ਦੀ ਮੌਤ ਹੋਈ ਆ। ਇਹ ਆਪਸ ਦੇ ਵਿੱਚ ਨਸ਼ਾ ਕਰਨ ਵਾਲੇ ਸੰਧੀ ਦੋਸਤ ਲੜ ਪਏ। ਨਸ਼ੇੜੀ ਦਾ ਕੀ ਕਿਸੇ ਵੀ ਗੱਲੋਂ ਜਿਹੜਾ ਉਹ ਲੜ ਪੈਂਦਾ, ਉਹਨਾਂ ਨੇ ਆਪਣੇ ਨਾਲ ਦੇ ਇੱਕ ਸਾਥੀ ਦਾ ਕਤਲ ਜਿਹੜਾ ਸੀਗਾ ਜੀ ਉਹ ਕਰ ਦਿੱਤਾ। ਇਸੇ ਤਰੀਕੇ ਦੇ ਨਾਲ ਜਿਹੜਾ ਜੀ ਕੱਖਾਂ ਵਾਲੀ ਪਿੰਡ ਪੈਂਦਾ ਲੰਬੀ ਦੇ ਨੇੜੇ, ਉੱਥੇ 22 ਸਾਲਾਂ ਦਾ ਜਿਹੜਾ ਨੌਜਵਾਨ ਸੀਗਾ ਉਹ ਮੌਤ ਹੋ ਗਈ ਉਹਦੀ ਓਵਰਡੋਜ਼ ਦੇ ਨਾਲ। ਇਹ ਜਗਜੀਤ ਸਿੰਘ ਇਹਦਾ ਨਾਮ ਜਿਹੜਾ ਜੀ ਉਹ ਦੱਸਿਆ ਗਿਆ। ਮਖੂ ਦੇ ਨੇੜੇ ਪਿੰਡ ਪੈਂਦਾ ਪੀਰ ਮੁਹੰਮਦ, ਉੱਥੇ ਇੱਕ ਵਿਅਕਤੀ ਜਿਹੜਾ ਸੋਨਾ ਸਿੰਘ ਸੀਗਾ ਜੀ, ਉਹਨੇ ਵੀ ਚਿੱਟੇ ਦਾ ਟੀਕਾ ਲਾਇਆ, ਉਹਦੀ ਵੀ ਥਾਂ ਜਿਹੜੀ ਜੀ ਉਹ ਮੌਤ ਹੋ ਗਈ ਦੱਸੀ ਜਾਂਦੀ ਹੈ। 3 ਮੌਤਾਂ ਜਿਹੜੀਆਂ ਡੇਲੀ ਹੋ ਰਹੀਆਂ ਨੇ ਉਹ ਉਸੇ ਤਰੀਕੇ ਦੇ ਨਾਲ ਜਿਹੜੀਆਂ ਉਹ ਜਾਰੀ ਨੇ। ਦੂਜੇ ਪਾਸੇ ਜਿਹੜੀ STF ਹੈ ਉਹਦੇ ਵੱਲੋਂ ਮਾਰੀ ਗਈ ਜਿਹੜੀ ਛਾਪੇਮਾਰੀ ਆ, ਉਹਦੇ ਵਿੱਚ ਜਿੰਨਾ ਸਮਾਨ ਫੇਰ ਮਿਲ ਰਿਹਾ ਉਹਨੇ ਸਵਾਲੀਆ ਚ ਤਕੜੇ ਜਿਹੜੇ ਵੀ ਉਹ ਫੇਰ ਖੜੇ ਕਰ ਦਿੱਤੇ ਨੇ। ਜਿਹੜਾ 532 ਕਿਲੋ ਹੈਰੋਇਨ ਆਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜਾ ਜੀ STF ਨੇ ਇਹ ਦੱਸਿਆ ਕਿ ਇੱਕ ਜਿਹੜਾ ਵਿਅਕਤੀ ਸੀਗਾ ਰਣਜੀਤ ਸਿੰਘ ਰਾਣਾ,
ਉਰਫ ਜਿਹੜਾ ਚੀਤਾ ਉਹਨੂੰ ਗ੍ਰਿਫਤਾਰ ਜਿਹੜਾ ਦੀ ਉਹ ਕੀਤਾ ਗਿਆ। ਹਾਲਾਂਕਿ ਕੁਝ ਜਿਹੜੀਆਂ ਖਬਰਾਂ ਨੇ ਉਹ ਵੀ ਕਹਿੰਦੀਆਂ ਨੇ ਕਿ ਰਣਜੀਤ ਸਿੰਘ ਰਾਣਾ ਜਿਹੜਾ ਚੀਤਾ ਉਹ ਗ੍ਰਿਫਤਾਰ ਨਹੀਂ ਹੋਇਆ, ਉਹਦੇ ਭਰਾ ਨੂੰ ਜਿਹੜਾ ਦੀ ਗ੍ਰਿਫਤਾਰ ਕੀਤਾ ਗਿਆ। ਪਰ ਕੁਝ ਖਬਰਾਂ ਇਹ ਕਹਿੰਦੀਆਂ ਨੇ ਕਿ ਉਹਨੇ ਜਿਹੜੀ ਬਹੁਤ ਵੱਡੀ ਪ੍ਰਾਪਰਟੀ ਇਸ ਡਰੱਗ ਦੇ ਕਾਰੋਬਾਰ ਤੋਂ ਜਿਹੜੀ ਆ ਉਹ ਬਣਾਈ ਹੋਈ ਆ। ਤਰਨਤਾਰਨ ਰੋਡ ਦੇ ਉੱਤੇ ਉਹਦਾ ਘਰ ਜਿਹੜਾ ਦੀ ਉਹ ਸੀਜ਼ ਕੀਤਾ ਗਿਆ, ਉਹਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਸੀਜ਼ ਕੀਤੀਆਂ ਗਈਆਂ ਨੇ। ਔਰ ਇਹ ਵੀ ਜਿਹੜਾ ਦੀ ਕਿਹਾ ਜਾ ਰਿਹਾ ਕਿ ਇਹਨਾਂ ਨੇ ਜਿਹੜੀ ਪ੍ਰਾਪਰਟੀ ਆ ਜੀ ਉਹ ਅਥਾਹ ਬਣਾਈ ਆ। ਕਿਸੇ ਨੂੰ ਸ਼ੱਕ ਹੀ ਨਹੀਂ ਸੀ ਜਿਹੜਾ ਦੀ ਉਹ ਪੈਂਦਾ ਕਿ ਇਹ ਨਸ਼ੇ ਦਾ ਕਾਰੋਬਾਰ ਕਰਦੇ ਹੋ ਸਕਦੇ ਆ। ਇੱਥੋਂ ਤੱਕ ਇਸ ਲੈਵਲ ਦਾ ਜਿਹੜਾ ਦੀ ਉਹ ਕਰਦੇ ਸੀਗੇ ਕਿ ਟੋਆ ਪੱਟਿਆ ਹੋਇਆ ਸੀ, ਟੋਏ ਦੇ ਵਿੱਚ ਪੈਸਾ ਵੀ ਜਿਹੜਾ ਦੀ ਲੱਭਿਆ ਟੋਏ ਦੇ ਵਿੱਚੋਂ, ਔਰ ਚਿੱਟਾ ਵੀ ਉੱਥੋਂ ਜਿਹੜਾ ਦੀ ਉਹ ਲੱਭਿਆ। ਥਾਂ ਥਾਂ ਦੇ ਉੱਤੇ ਜਿਹੜੀ ਛਾਪੇਮਾਰੀ ਆ ਉਹ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਜਿਹੜੀ ਨੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਆ ਸੈਂਟਰਲ, ਉਹ ਵੀ ਇੱਥੇ ਪੰਜਾਬ ਦੇ ਵਿੱਚ ਜਿਹੜਾ 532 ਕਿਲੋ ਆਇਆ ਸੀਗਾ ਚਿੱਟਾ, ਉਸ ਮਾਮਲੇ ਦੇ ਵਿੱਚ ਜਿਹੜੀ ਜੇਲ੍ਹ ਦੇ ਵਿੱਚ ਮੌਤ ਹੋ ਗਈ ਗੁਰਪਿੰਦਰ ਦੀ, ਉਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਰ ਰਹੀ ਆ। NIA ਦਾ ਦਬਾਅ ਕਹਿ ਲਓ ਜਾਂ STF ਦੇ ਜਿਹੜੇ ਮੁਖੀ ਦੁਬਾਰਾ ਤੋਂ ਲਾਏ ਗਏ ਨੇ ਹਰਪ੍ਰੀਤ ਸਿੰਘ ਸਿੱਧੂ ਹੁਰੀ, ਉਹਨਾਂ ਦੀ ਸਰਗਰਮੀ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਤਾਂ ਹੋ ਰਹੀ ਆ, ਪਰ ਕਿਸੇ ਜਗ੍ਹਾ ਵੀ ਚਿੱਟੇ ਦੀ ਸਪਲਾਈ ਘੱਟ ਹੋਣ ਦੀ ਕੋਈ ਖਬਰ ਜਿਹੜੀ ਜੀ ਉਹ ਨਹੀਂ ਆ ਰਹੀ, ਕਿਉਂਕਿ ਜਿਹੜੀਆਂ ਡੈਥ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਉਸੇ ਹੀ ਰਫ਼ਤਾਰ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ। ਤਾਂ ਕਿ ਨਸ਼ਾ ਵੱਧੂ ਹੀ ਮਿਲ ਰਿਹਾ। ਤੇ ਜਿਹੜੇ ਬੱਚੇ ਆ ਪਟਿਆਲੇ ਦੇ ਵਿੱਚ ਗੁਆਚੇ, ਕੀ ਉਹਨਾਂ ਦੀ ਕੋਈ ਉੱਗ ਸੁੱਗ ਹੈ? ਨਹੀਂ ਜੀ, ਕੋਈ ਅਜੇ ਤੱਕ ਨਹੀਂ ਜਿਹੜਾ ਦੀ ਇਹਦਾ ਮਿਲਿਆ, ਕੁਛ ਪਤਾ ਨਹੀਂ ਜਿਹੜਾ ਦੀ ਉਹ ਲੱਗ ਰਿਹਾ। ਹਾਲਾਂਕਿ ਪੰਜਾਬ ਪੁਲਿਸ ਦੀ ਪਟਿਆਲੇ ਦੀ ਪੁਲਿਸ ਹੈ, ਉਹਦੀਆਂ 10 ਟੀਮਾਂ ਉਸੇ ਤਰੀਕੇ ਦੇ ਨਾਲ ਨਿਰੰਤਰ ਜਾਂਚ ਦੇ ਵਿੱਚ ਜੁਟੀਆਂ ਹੋਈਆਂ ਨੇ। ਜਿਹੜੇ ਪਰਿਵਾਰ ਵਾਲੇ ਆ ਉਹ ਇਹ ਕਹਿੰਦੇ ਆ ਕਿ ਅਸੀਂ ਅਜੇ ਧਰਨਾ ਪ੍ਰਦਰਸ਼ਨ ਕੋਈ ਨਹੀਂ ਕਰਨਾ, ਅਸੀਂ ਪੁਲਿਸ ਨੂੰ ਸਹਿਯੋਗ ਦੇ ਰਹੇ ਹਾਂ। ਉਹ ਕਹਿੰਦੇ ਕਿ ਸਾਨੂੰ ਲੱਗਦਾ ਹੈ ਕਿ ਪੁਲਿਸ ਕੰਮ ਜਿਹੜਾ ਦੀ ਉਹ ਕਰ ਰਹੀ ਹੈ। ਸਵਾਲ ਇਹ ਹੈ ਕਿ ਪੁਲਿਸ ਨੂੰ ਕੋਈ ਲੀਡ ਨਹੀਂ ਮਿਲ ਰਹੀ। ਪੁਲਿਸ ਨੇ ਜਿੰਨੇ ਇੱਥੇ ਟਾਵਰ ਪੈਂਦੇ ਆ ਨੇੜੇ ਤੇੜੇ ਵਾਲੇ ਫੋਨ ਦੇ, ਉਹਨਾਂ ਦੇ ਫੋਨ ਨੰਬਰਾਂ ਨੂੰ ਖੰਗਾਲ ਲਿਆ। ਜਿਹੜੀ ਫੁਟੇਜ ਸੀ CCTV ਫੁਟੇਜ ਉਹ ਗਲਤ ਨਿਕਲੀ। ਨਹਿਰਾਂ ਕੱਸੀਆਂ, ਛੱਪੜ ਪੋਲੇ, ਉੱਥੋਂ ਇਹ ਬੱਚਿਆਂ ਦਾ ਕੋਈ ਥੋ ਪਤਾ ਨਹੀਂ ਲੱਗਿਆ। ਇਹਦੇ ਵਿੱਚ ਇੱਕ ਹੋਰ ਗੰਭੀਰ ਗੱਲ ਇਹ ਆ ਕਿ ਜਿਹੜੇ ਇੱਕ ਬੱਚੇ ਦੀ ਲਾਸ਼ ਮਿਲੀ ਸੀ ਨਰਵਾਣਾ ਬਰਾਤ ਦੇ ਸਰਾਲਾ ਹੈੱਡ ਤੋਂ, ਉਸ ਬੋਡੀ ਨੂੰ ਕਲੇਮ ਕਰਨ ਦੇ ਵਾਸਤੇ ਕੋਈ ਨਹੀਂ ਆਇਆ। ਪੁਲਿਸ ਕਹਿੰਦੀ ਸੀਗੀ ਕਿ ਇਹ ਲਾਪਤਾ ਹੋਏ ਬੱਚਿਆਂ ਦੇ ਵਿੱਚੋਂ ਇੱਕ ਹੈ, ਜਦੋਂ ਕਿ ਮਾਪੇ ਜਿਹੜੇ ਆ ਜੀ ਉਹਨਾਂ ਨੇ ਇਨਕਾਰ ਕੀਤਾ ਲਗਾਤਾਰ ਇਸ ਗੱਲ ਤੋਂ। ਉਹ ਕਹਿੰਦੇ ਆ ਕਿ ਸਾਡੇ ਬੱਚੇ ਦੀ ਲਾਸ਼ ਨਹੀਂ। ਜੇ ਉਹਨਾਂ ਦੇ ਬੱਚੇ ਦੀ ਲਾਸ਼ ਨਹੀਂ ਤਾਂ ਇਹ ਕਿਹਦੀ ਲਾਸ਼ ਹੈ? ਇਹ ਬਹੁਤ ਅਹਿਮ ਜਿਹੜਾ ਜੀ ਉਹ ਸਵਾਲ ਹੈ। ਅੱਜ ਇਹਦਾ ਪੋਸਟਮਾਰਟਮ ਕਰਕੇ ਪੁਲਿਸ ਆਪਣੇ ਤੌਰ ਦੇ ਉੱਤੇ ਪ੍ਰਸ਼ਾਸਨ ਜਿਹੜਾ ਜੀ ਉਹ ਇਹਦਾ ਅੰਤਿਮ ਸੰਸਕਾਰ ਕਰ ਦਊਗਾ, ਕਿਉਂਕਿ ਇਦੋਂ ਵੱਧ ਇਹ ਡੈੱਡ ਬੋਡੀ ਰੱਖੀ ਨਹੀਂ ਜਾ ਸਕਦੀ, ਉਹ ਖਰਾਬ ਜਿਹੜੀ ਆ ਉਹ ਹੋ ਜਾਣੀ ਆ। ਜਿਹੜੇ ਲੋਕਾਂ ਦੇ ਮਨਾਂ ਦੇ ਅੰਦਰ ਸਹਿਮ ਬਹੁਤ ਵੱਡਾ ਜਿਹੜਾ ਜੀ ਉਹ ਪਾਇਆ ਜਾ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਕਈ ਕਿਸਮ ਦੀਆਂ ਅਫਵਾਹਾਂ ਜਿਹੜੀਆਂ ਜੀ ਉਹ ਫੈਲਾਉਣ ਦੇ ਵਿੱਚ ਲੋਕ ਆਪੋ ਆਪਣਾ ਯੋਗਦਾਨ ਪਾ ਰਹੇ ਆ। ਕੋਈ ਕਹਿੰਦਾ ਜੀਪ ਦੇ ਉੱਤੇ ਬੱਚੇ ਚੁੱਕਣ ਵਾਲੇ ਆ ਗਏ, ਕੋਈ ਕਹਿੰਦਾ ਟਰੱਕ ਜਿਹੜਾ ਬੱਚਿਆਂ ਦਾ ਭਰਿਆ ਹੋਇਆ ਸੀਗਾ ਉਹ ਪਲਟ ਗਿਆ। ਥਾਂ ਥਾਂ ਦੇ ਉੱਤੇ ਬੱਚਿਆਂ ਦੀ ਬਿਆਨਬਾਜ਼ੀ ਜਾਂ ਜਿਹੜੇ ਛੋਟੇ ਛੋਟੇ ਵੀਡੀਓਜ਼ ਨੇ ਪਾ ਕੇ ਉਹ ਅੱਗੇ ਤੋਂ ਅੱਗੇ ਫਾਰਵਰਡ ਜਿਹੜੇ ਆ ਉਹ ਕੀਤੇ ਜਾ ਰਹੇ ਆ। ਮਾਪਿਆਂ ਦੇ ਮਨਾਂ ਦੇ ਅੰਦਰ ਸਹਿਮਤਾ ਜਿਹੜਾ ਦੀ ਉਹ ਬਣਿਆ ਹੋਇਆ। ਦੂਜਾ ਸਵਾਲ ਜਿਹੜਾ ਵੱਡਾ ਇਹ ਆ ਕਿ ਜੇ ਇੰਨੀਆਂ ਟੀਮਾਂ ਲੱਗੀਆਂ ਨੇ ਤਾਂ ਕੀ ਜ਼ਮੀਨ ਜਿਹੜੀ ਆ ਜੀ ਉਹ ਖਾ ਗਈ ਜਾਂ ਅਸਮਾਨ ਨਿਕਲ ਗਿਆ ਇਹਨਾਂ ਬੱਚਿਆਂ ਨੂੰ? ਆਖਿਰ 2 ਬੱਚੇ ਇਹ ਗਏ ਤਾਂ ਗਏ ਕਿੱਥੇ? ਇਹ ਵੀ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਪੁਲਿਸ ਦੇ ਅੰਦਰਲੇ ਜਿਹੜੇ ਸੂਤਰ ਨੇ ਕਿ ਕੁਝ ਗਰੋਹ ਜਿਹੜੇ ਔਰਗਨ ਦੀ ਸਮਗਲਿੰਗ ਕਰਦੇ ਆ ਉਹ ਬਿਹਾਰ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਵਿੱਚ ਅਕਸਰ ਸਰਗਰਮ ਰਹਿੰਦੇ ਆ। ਕੀ ਇਹਦਾ ਲਿੰਕ ਉਹਨਾਂ ਕਿਸੇ ਗਰੋਹਾਂ ਦੇ ਨਾਲ ਹੈ? ਇਹਦੇ ਉੱਤੇ ਵੀ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਆ ਜੀ ਉਹ ਕੰਮ ਕਰ ਰਹੀ ਆ। ਪਰ ਜੋ ਮੈਂ ਦੱਸਿਆ ਕਿ ਕੋਈ ਲੀਡ ਅਜੇ ਪੁਲਿਸ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਮਿਲੀ। ਜੇ ਇਹ ਗਰੋਹ ਕਿਸੇ ਜਗ੍ਹਾ ਦੇ ਉੱਤੇ ਇਹਦੇ ਪਿੱਛੇ ਨੇ ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਜੇ ਬੱਚੇ ਇਹ ਅਗਵਾ ਹੋਏ ਨੇ ਤਾਂ ਫਿਰ ਉਹਨਾਂ ਦੀਆਂ ਡੈਡ ਬੋਡੀਜ਼ ਵੀ ਮਿਲਣੀਆਂ ਜਿਹੜੀਆਂ ਜੀ ਉਹ ਔਖੀਆਂ ਨੇ, ਜੇ ਇਹ ਔਰਗਨ ਵਾਲੇ ਇਹਦੇ ਪਿੱਛੇ ਨੇ। ਪਰ ਪੁਲਿਸ ਅਜੇ ਕੋਈ ਮੂੰਹ ਜਿਹੜਾ ਜੀ ਉਹ ਨਹੀਂ ਖੋਲ ਰਹੀ। ਇਹ ਕਹਿ ਰਹੀ ਆ
ਕਿ ਉਹਨੂੰ ਕੁਝ ਲੀਡ ਮਿਲੀਆਂ ਨੇ, ਉਹ ਛੇਤੀ ਇਹਦੇ ਖੁਲਾਸੇ ਜਿਹੜੇ ਦੀ ਉਹ ਕਰ ਸਕਦੀ ਆ। ਪਰ ਹਫ਼ਤਾ ਜਿਹੜਾ ਦੀ ਉਹ ਹੋ ਗਿਆ, ਅਜੇ ਤੱਕ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ ਜੀ। ਤੇ ਅੱਗੇ ਬੇਅਦਬੀ ਮਾਮਲੇ ਦੇ ਵਿੱਚ CBI ਦੀ ਜਾਂਚ ਦੀ ਜੇ ਗੱਲ ਕਰੀਏ ਤੇ ਉਸ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਨੇ ਹੁਣ ਦੂਜਾ ਪਾਸਾ ਪਲਟਿਆ। ਉਹਦੇ ਐਕਚੁਅਲੀ ਜਿਹੜੇ ਪਹਿਲਾਂ ਤਾਂ ਉਹ ਜਿਸ ਦਿਨ ਇਹਨੇ CBI ਨੇ ਕਲੋਜ਼ਿੰਗ ਦੇ ਵਾਸਤੇ ਕਲੋਜ਼ਰ ਰਿਪੋਰਟ ਜਿਹੜੀ ਇਹਦੀ ਉਹ ਲਾਈ ਆ, ਤਾਂ ਉਹ ਲਗਾਤਾਰ ਜਿਹੜਾ ਦੀ ਇਹ ਕਹਿੰਦੇ ਰਹੇ ਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਅਦਾਲਤ ਦੇ ਵਿੱਚ ਫਾਈਟ ਕਰਾਂਗੇ, ਅਸੀਂ ਇਹ ਕਲੋਜ਼ਰ ਰਿਪੋਰਟ ਜਿਹੜੀ ਆ ਦੀ ਉਹ ਨਹੀਂ ਲਾਉਣ ਦੇਣੀ। ਹੁਣ ਜਿਹੜਾ ਦੀ ਉਹ ਇਹ ਤਾਂ ਕਹਿ ਰਹੇ ਆ ਨਾਲ ਦੀ ਨਾਲ ਕਿ ਕਲੋਜ਼ਰ ਰਿਪੋਰਟ ਦੇ ਵਾਸਤੇ ਫਾਈਟ ਕਰਾਂਗੇ, ਪਰ ਇੱਕ ਦੂਜਾ ਪੈਂਤੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਦੀ ਉਹ ਅਪਣਾਇਆ। ਇਹ ਕਹਿੰਦੇ ਆ ਕਿ ਜਿਹੜੀ ਕਲੋਜ਼ਰ ਰਿਪੋਰਟ ਆ CBI ਦੀ, ਉਹਨੇ ਜਿਹੜੀ SIT ਆ ਉਹਦੇ ਵੱਲੋਂ ਕਰਵਾਈ ਜਾਂਚ ਨੂੰ ਗਲਤ ਸਾਬਤ ਜਿਹੜਾ ਦੀ ਉਹ ਕਰ ਦਿੱਤਾ। ਸੂਬਾ ਸਰਕਾਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਕਰਾਈ ਗਈ ਜਾਂਚ ਇੱਕ ਪਾਸੜ ਇਹ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਸੀਗੀ, ਔਰ ਇਹ ਵੀ ਜਿਹੜਾ ਜੀ ਕਿਹਾ ਕਿ CBI ਦੀ ਕਲੋਜ਼ਰ ਰਿਪੋਰਟ ਨੇ ਸੂਬਾ ਸਰਕਾਰ ਦੇ ਵੱਲੋਂ ਕਰਾਈ ਗਈ ਜਾਂਚ ਨੂੰ ਗਲਤ ਜਿਹੜਾ ਦੀ ਉਹ ਸਾਬਤ ਕੀਤਾ। ਉਹ ਇਹ ਵੀ ਕਹਿੰਦੇ ਕਿ ਡੇਰੇ ਵਾਲੇ ਜਿਹੜੇ ਇਹਦੇ ਵਿੱਚ ਫੜੇ ਗਏ ਸੀ, ਮਹਿੰਦਰਪਾਲ ਬਿੱਟੂ ਤੇ ਉਹਦੇ ਸਾਥੀ, ਉਹਨਾਂ ਨੂੰ ਵੀ ਸਾਰਿਆਂ ਨੂੰ ਨਿਰਦੋਸ਼ ਜਿਹੜਾ ਦੀ ਉਹ ਸਾਬਤ ਕਰ ਦਿੱਤਾ CBI ਦੀ ਰਿਪੋਰਟ ਨੇ, ਕਿਉਂਕਿ ਉਹ ਦਬਵੀਂ ਸੁਰ ਦੇ ਵਿੱਚ ਡੇਰੇ ਵਾਲੇ ਦੀ ਵੀ ਜਿਹੜੀ ਜੀ ਉਹ ਗੱਲ ਕਰੀ ਜਾਂਦੇ ਆ ਕਿ ਡੇਰੇ ਨੂੰ ਵੀ ਨਿਰਦੋਸ਼ ਜਿਹੜਾ ਦੀ ਉਹ ਸਾਬਤ ਕਰਤਾ ਹੈ, ਕਿਉਂਕਿ ਉਹ ਇਹ ਵੀ ਕਹਿੰਦੇ ਆ ਕਿ ਜਿਹੜੀ MSP 2 ਦੀ ਗੱਲ ਜਿਹੜੀ ਦੀ ਉਹ ਚੱਲਦੀ ਸੀਗੀ, ਉਹ ਵੀ ਗਲਤ ਸਾਬਤ ਹੋਈ ਆ ਕਿ ਇਹਦਾ ਕੋਈ ਫਿਲਮ ਦੇ ਨਾਲ ਲੈਣਾ ਦੇਣਾ ਸੀਗਾ। ਪਰ ਕੁਝ ਮਾਮਲਿਆਂ ਦੇ ਉੱਤੇ ਅਜੇ ਵੀ ਜਿਹੜੇ ਪ੍ਰਧਾਨ ਨੇ ਉਹਦੇ ਚੁੱਪ ਜਿਹੜੀ ਦੀ ਉਹ ਕਾਇਮ ਹੈ। ਉਹ ਮਾਮਲੇ ਜਿਹੜੇ ਇਹ ਨੇ ਕਿ ਡੇਰੇ ਵਾਲੇ ਨੂੰ ਮੁਆਫੀ ਕਿਹਨੇ ਦਵਾਈ, ਡੇਰੇ ਵਾਲੇ ਤੋਂ ਮੁਆਫੀ ਜਿਹੜੀ ਸੀ ਉਹ ਕਿਉਂ ਵਾਪਸ ਲਈ ਗਈ, ਇਹ ਵੱਡਾ ਜਿਹੜਾ ਦੀ ਉਹ ਸਵਾਲ ਹੈ। ਚਲੋ CBI ਦੀ ਰਿਪੋਰਟ ਦੀ ਤਾਂ ਉਹ ਗੱਲ ਜਿਹੜੀ ਦੀ ਉਹ ਕਰਦੇ ਆ ਕਿ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਲੱਗ ਗਈ ਆ, ਉਹਨੇ ਨਿਰਦੋਸ਼ ਸਾਬਤ ਕਰਤਾ, ਪਰ ਇਹ CBI ਨੂੰ ਜਾਂਚ ਕਿਹਨੇ ਦਿੱਤੀ ਸੀਗੀ? ਕੀ ਉਦੋਂ ਦੀ ਪੁਲਿਸ ਤੇ ਇਹਨਾਂ ਨੂੰ ਭਰੋਸਾ ਨਹੀਂ ਸੀਗਾ? ਜੋਰਾ ਸਿੰਘ ਕਮਿਸ਼ਨ ਕਿਹਨੇ ਜਿਹੜਾ ਦੀ ਉਹ ਬਣਾਇਆ ਸੀਗਾ? ਨਾ CBI ਨੂੰ ਮੰਨਦੇ ਨੇ, ਨਾ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੰਨਦੇ ਨੇ, ਨਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੰਨਦੇ ਨੇ, ਨਾ SIT ਨੂੰ ਮੰਨਦੇ ਨੇ। ਫਿਰ ਸਵਾਲ ਜਿਹੜਾ ਸਭ ਤੋਂ ਵੱਡਾ ਇਹੀ ਖੜਾ ਆ ਕਿ ਆਖਰ ਇਹ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਕਿ ਅਕਾਲੀ BJP ਰਾਜ ਦੇ ਸਮੇਂ ਹੋਈਆਂ, ਉਹਨਾਂ ਦੇ ਕੋਲੇ ਉਦੋਂ ਬਾਅਦ 1.5 ਸਾਲ ਦਾ ਸਮਾਂ ਸੀਗਾ, ਫਿਰ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿਉਂ ਨਾ ਜਿਹੜਾ ਦੀ ਉਹ ਕੁਝ ਕੀਤਾ? CBI ਦੀ ਕਲੋਜ਼ਰ ਰਿਪੋਰਟ ਹੈ ਉਹ ਤਾਂ ਬਿਲਕੁਲ ਕਲੀਅਰ ਜਿਹੜੀ ਦੀ ਉਹ ਦਿਸ ਰਹੀ ਆ ਕਿ ਅੱਖਾਂ ਮੀਚ ਕੇ ਬਿਨਾਂ ਜਾਂਚ ਕੀਤੇ ਤੋਂ ਜਿਹੜੇ ਉਹ ਇਹ ਵੀ ਕਹੀ ਜਾਂਦੇ ਆ ਕਿ ਅਸੀਂ ਜਾਂਚ ਕੀਤੀ ਮਹਿੰਦਰਪਾਲ ਬਿੱਟੂ ਐਂਡ ਗਰੁੱਪ ਦੀ। ਉਹ ਕਦੋਂ ਜਾਂਚ ਹੋਈ? ਉਹ ਤਾਂ ਜੇਲ੍ਹ ਦੇ ਵਿੱਚ ਬੰਦ ਸੀ, ਉਹਦਾ ਕੋਈ ਰਿਕਾਰਡ ਹੋਊਗਾ, ਉਹਦਾ ਕੋਈ ਪੇਪਰ ਹੋਊਗਾ, ਕਿੱਥੇ ਉਹਨਾਂ ਦਾ ਲਾਈ ਡਿਟੈਕਟਰ ਟੈਸਟ ਜਿਹੜਾ ਸੀ ਉਹ ਕੀਤਾ ਗਿਆ? ਬਿਨਾਂ ਕੁਝ ਵੇਖੇ ਤੋਂ CBI ਨੇ ਕਲੋਜ਼ਰ ਰਿਪੋਰਟ ਜਿਹੜੀ ਜੀ ਉਹ ਲਾਤੀ, ਜਿਹੜਾ ਸਿੱਧਾ ਇਸ਼ਾਰਾ ਡੇਰੇ ਵਾਲੇ ਦੀਆਂ ਵੋਟਾਂ ਦੇ ਉੱਤੇ ਹਰਿਆਣੇ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਕਰ ਰਿਹਾ। ਸਵਾਲ ਦੂਸਰਾ ਜਿਹੜਾ ਦੀ ਵੱਡੇ ਪੱਧਰ ਦੇ ਉੱਤੇ ਇਹ ਵੀ ਉੱਭਰ ਰਿਹਾ ਕਿ ਕੀ 1984 ਵਾਂਗੂ ਇਹ ਵੀ ਮਾਮਲਾ ਜਿਹੜਾ ਦੀ ਉਹ ਸਰਕਾਰ ਨੇ ਘੱਟੇ ਮਿੱਟੀ ਰੋਲ ਦਿੱਤਾ ਔਰ ਇਹਦੇ ਉੱਤੇ ਇਨਸਾਫ ਦੀ ਆਸ ਜਿਹੜੀ ਹੈ ਜੀ ਉਹ ਬਹੁਤ ਧੁੰਦਲੀ ਪੈ ਗਈ ਹੈ? ਨਹੀਂ ਮਿਲੂਗਾ ਜੀ ਜਿੱਧਰ ਨੂੰ ਇਹਨਾਂ ਨੇ ਤੋਰਿਆ। ਤੇ ਅੱਗੇ ਗੈਂਗਸਟਰਾਂ ਦੀ ਗੱਲ ਕਰੀਏ ਜਿਹੜੇ ਖਤਰਨਾਕ ਆ, ਉਹ ਬਾਹਰ ਦੀਆਂ ਜੇਲ੍ਹਾਂ ਵਿੱਚ ਜਾਣਗੇ ਤਾਂ ਬਾਹਰ ਵਾਲੇ ਜਿਹੜੇ ਗੈਂਗਸਟਰ ਆ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਆਉਣਗੇ। ਚਲੀ ਇਹ ਸਮਝੌਤਾ ਜਿਹੜਾ ਸੂਬਿਆਂ ਦੇ ਵਿਚਾਲੇ ਕੀਤਾ ਗਿਆ ਆ ਔਰ ਇਹ ਕਿਹਾ ਗਿਆ ਕਿ ਜਿਹੜੇ ਗੈਂਗਸਟਰਾਂ ਦੇ ਵਿਚਾਲੇ ਤਾਂ ਟਕਰਾਓ ਘੱਟ ਹੋਊਗਾ, ਕਿਉਂਕਿ ਮੰਨਿਆ ਜਾਂਦਾ ਕਿ ਪੰਜਾਬ ਜਾਂ ਆਪੋ ਆਪਣੇ ਰਾਜਾਂ ਦੇ ਵਿੱਚ ਰਹਿੰਦੇ ਹੋਏ ਵੱਡੇ ਅਪਰਾਧੀ ਜਿਹੜੇ ਨੇ ਉਹ ਆਪਣੇ ਨੈਟਵਰਕ ਦਾ ਇਸਤੇਮਾਲ ਕਰਕੇ ਕਈ ਘਟਨਾਵਾਂ ਜਿਹੜੀਆਂ ਦੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਅੰਜਾਮ ਦਿੰਦੇ ਆ। ਔਰ ਇਹ ਵੀ ਕਿਹਾ ਜਾਂਦਾ ਕਿ ਇੱਥੇ ਈਜ਼ੀ ਅਵੇਲੇਬਿਲਿਟੀ ਜਿਹੜੀ ਹੈਗੀ ਹੈ ਜੀ ਉਹ ਫੋਨ ਦੀ ਤੇ ਨੈਟ ਦੀ। ਪੰਜਾਬ ਦੀਆਂ ਜਿਹੜੀਆਂ ਜੇਲ੍ਹਾਂ ਨੇ ਨਾਭਾ, ਲੁਧਿਆਣਾ, ਕਪੂਰਥਲਾ, ਜਲੰਧਰ, ਇੱਥੇ ਕਈ ਕਿਸਮ ਦੇ ਟਕਰਾਓ ਵੀ ਹੋ ਚੁੱਕੇ ਆ। ਨਾਭਾ ਜੇਲ੍ਹ ਦੇ ਵਿੱਚ ਤਾਂ ਕਤਲ ਵੀ ਹੋ ਚੁੱਕਿਆ ਔਰ ਲੁਧਿਆਣਾ ਜੇਲ੍ਹ ਜਿਹੜੀ ਸੀ ਉਹ ਸਾਰੇ ਲੋਕਾਂ ਨੇ ਦੇਖੀ ਸੀਗੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੁਝ ਰਾਜਾਂ ਦੇ ਵਿਚਾਲੇ ਸਮਝੌਤੇ ਜਿਹੜੇ ਹੋਏ ਆ ਉਹਦੇ ਨਾਲ ਇਹਨਾਂ ਨੂੰ ਇੱਕ ਦੂਜੇ ਦੇ ਰਾਜਾਂ ਦੇ ਵਿੱਚ ਜਿਹੜਾ ਜੀ ਉਹ ਸ਼ਿਫਟ ਕੀਤਾ ਜਾ ਸਕੂਗਾ। ਇਹਦੇ ਨਾਲ ਜਿਹੜਾ ਜੀ ਜਿਵੇਂ ਜਿਹੜੇ ਰਾਜ ਸਹਿਮਤ ਹੋਏ ਆ ਉਹਦੇ 'ਚ ਹਰਿਆਣਾ, ਰਾਜਸਥਾਨ
ਦਿੱਲੀ, ਉੱਤਰਾਖੰਡ, ਯੂਪੀ ਤੇ ਹਿਮਾਚਲ ਜਿਹੜਾ ਜੀ ਉਹ ਸ਼ਾਮਲ ਹੈ। ਇਹਦੇ ਵਿੱਚ ਜਿਹੜੇ ਕੁਝ ਇੱਥੇ ਗੈਂਗਸਟਰ ਨੇ ਤੇ ਖਤਰਨਾਕ ਅਪਰਾਧੀ ਨੇ, ਉਹਨਾਂ ਨੂੰ ਦੂਜੇ ਰਾਜਾਂ ਦੀਆਂ ਹਾਈ ਸਿਕਿਉਰਿਟੀ ਵਾਲੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਊਗਾ। ਔਰ ਜਿਹੜੇ ਦੂਜੇ ਰਾਜ ਨੇ ਉਹਨਾਂ ਦੇ ਉੱਥੇ ਜਿਹੜੇ ਗੈਂਗਸਟਰ ਤੇ ਖਤਰਨਾਕ ਅਪਰਾਧੀ ਨੇ, ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਸ਼ਿਫਟ ਕੀਤਾ ਜਾਊਗਾ। ਇਹ ਵੀ ਕਿਹਾ ਜਾ ਰਿਹਾ ਕਿ ਅੱਜ ਜਿਹੜੀ ਉਹ ਹੋ ਰਹੀ ਮੀਟਿੰਗ ਆ ਮੰਤਰੀ ਮੰਡਲ ਦੀ, ਉਹਦੇ ਵਿੱਚ ਇਹਦੇ ਉੱਤੇ ਸਹੀ ਜਿਹੜੀ ਆ ਜੀ ਉਹ ਪਾ ਦਿੱਤੀ ਜਾਊਗੀ। ਪੰਜਾਬ ਪੁਲਿਸ ਦੇ DGP ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਇਹਦੇ ਨਾਲ ਅਪਰਾਧੀਆਂ ਦਾ ਆਪਸ ਦੇ ਵਿੱਚ ਜਿਹੜਾ ਨੈਟਵਰਕ ਹੈ ਉਹ ਟੁੱਟੂਗਾ ਤੇ ਵਾਰਦਾਤਾਂ ਦੇ ਵਿੱਚ ਜਿਹੜੀ ਆ ਜੀ ਉਹ ਕਮੀ ਆਊਗੀ। ਸਵਾਲ ਇਹ ਹੈ ਕਿ ਜਿਹੜੇ ਜੇਲ੍ਹਾਂ ਦੇ ਅੰਦਰੋਂ ਜੋ ਕੁਝ ਜਿਹੜਾ ਜੀ ਉਹ ਚੱਲਦਾ, ਜਿੰਨਾ ਇਹ ਨੈਕਸਸ ਵੱਡਾ ਜਿਹੜਾ ਜੀ ਉਹ ਚੱਲਦਾ, ਜਦੋਂ ਫੋਨ ਅਵੇਲੇਬਲ ਆ, ਅੰਦਰ ਜਿਹੜਾ ਨੈਟਵਰਕ ਆ ਉਹ ਅਵੇਲੇਬਲ ਆ, ਵੀਡੀਓਜ਼ ਅਵੇਲੇਬਲ ਨੇ, ਫਿਰ ਉਹਦੇ ਨਾਲ ਜਿਹੜੇ ਬਾਹਰੋਂ ਦੂਜੇ ਰਾਜਾਂ ਚੋਂ ਆਉਣ ਵਾਲੇ ਖਤਰਨਾਕ ਅਪਰਾਧੀ ਹੋਣਗੇ, ਗੈਂਗਸਟਰ ਹੋਣਗੇ, ਕੀ ਉਹ ਇਸ ਨੈਕਸਸ ਨੂੰ ਦੁਬਾਰਾ ਜਿਹੜਾ ਜੀ ਉਹ ਨਵੇਂ ਸਿਰਿਓਂ ਨਹੀਂ ਚਲਾਉਣਗੇ? ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਕਿਉਂ ਲੱਗਦਾ ਹੈ ਕਿ ਜਿਹੜੀ ਸਰਕਾਰ ਹੈ ਉਹ ਬਹੁਤੇ ਅੱਕੀ ਪਲਾਹੀ ਹੱਥ ਜਿਹੜੇ ਜੀ ਉਹ ਮਾਰ ਰਹੀ ਹੈ ਕਿ ਇੱਥੋਂ ਗਲੋਂ ਗਲਾਵਾਂ ਕਿਸੇ ਤਰੀਕੇ ਦੇ ਨਾਲ ਲਾ ਦਿੱਤਾ ਜਾਵੇ ਤੇ ਦੂਜੇ ਰਾਜਾਂ ਦੇ ਸਿਰ ਮੜ ਦਿੱਤਾ ਜਾਵੇ। ਜੀ ਬਿਲਕੁਲ। ਤੇ ਅਖੀਰਲੇ ਸਵਾਲ ਵੱਲ ਚਾਹते हैं ਸਰੋਤੇ, ਤੁਹਾਡਾ ਵੀ ਕੋਈ ਸਵਾਲ ਹੈ ਕਾਲ ਕਰ ਸਕਦੇ ਹੋ 4082725200। ਤੇ ਅੱਗੇ ਗੱਲ ਕਰਦੇ ਹਾਂ ਜੀ BJP ਦੀ। ਆਪਾਂ ਕਈ ਚਿਰਾਂ ਤੋਂ ਗੱਲ ਕਰਦੇ ਹਾਂ ਕਿ ਇਹ ਭਰਤੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਉਹ ਪੰਜਾਬ ਦੇ ਵਿੱਚ, ਤੇ ਉਸ ਨੂੰ ਲੈ ਕੇ ਅਕਾਲੀ ਦਲ ਤੇ BJP ਆਮੋ ਸਾਹਮਣੇ। BJP ਜਿਹੜੀ ਆ ਜੀ ਉਹ ਇਸ ਵੇਲੇ 117 ਦੇ 17 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਰਗਰਮੀ ਦੇ ਨਾਲ ਕੰਮ ਜਿਹੜਾ ਜੀ ਉਹ ਕਰ ਰਹੀ ਆ। ਉਹਦੀਆਂ ਜਿਹੜੀਆਂ ਟੀਮਾਂ ਉਹ ਚੁੱਪਚਾਪ ਕੰਮ ਕਰ ਰਹੀਆਂ ਨੇ। ਵੱਡੇ ਪੱਧਰ ਦੇ ਉੱਤੇ ਭਰਤੀ ਜਿਹੜੀ ਜੀ ਉਹ ਕੀਤੀ ਜਾ ਰਹੀ ਆ। ਖਬਰਾਂ ਇਹ ਵੀ ਦੱਸਦੀਆਂ ਨੇ ਕਿ ਕੁਝ ਨਵੇਂ ਜਿਹੜੇ ਚਿਹਰੇ ਨੇ ਉਹਨਾਂ ਦੀ ਇੰਟਰਵਿਊਜ਼ ਵਗੈਰਾ ਵੀ ਦਿੱਲੀ ਦੇ ਵਿੱਚ ਹੋਈਆਂ ਨੇ। ਉਹਨਾਂ ਦੀ ਟ੍ਰੇਨਿੰਗ ਵੀ ਜਿਹੜੀ ਆ ਜੀ ਉਹ ਦਿੱਲੀ ਦੇ ਵਿੱਚ ਕੀਤੀ ਗਈ ਆ। ਜਿਹੜੀ ਇਹ ਟ੍ਰੇਨਿੰਗ ਹੋਈ ਆ, ਜਿਹੜੀ ਇਹ ਭਾਜਪਾ ਦੀ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਹੈ, ਉਹਦੇ ਤੋਂ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ ਉਹ ਵੀ ਔਖਾ ਜਿਹੜਾ ਜੀ ਉਹ ਹੋਇਆ। ਪਹਿਲਾਂ ਤਾਂ ਉਹ ਕੁਝ ਕਹਿ ਨਹੀਂ ਜਿਹੜਾ ਜੀ ਉਹ ਰਹੇ ਸੀਗੇ, ਹੁਣ ਇਹ ਆਮੋ ਸਾਹਮਣੇ ਹੋਏ ਨੇ, ਖਾਸ ਤੌਰ ਦੇ ਉੱਤੇ ਲੰਬੀ ਹਲਕੇ ਦੇ ਵਿੱਚ ਮੁਕਤਸਰ ਦਾ ਜਿਹੜਾ ਜੀ ਏਰੀਆ ਪੈਂਦਾ, ਕਿਉਂਕਿ ਇਹ ਬਾਦਲ ਪਰਿਵਾਰ ਦਾ ਏਰੀਆ ਹੈ। ਇੱਥੇ ਜਿਹੜਾ ਭਾਜਪਾ ਦਾ ਲੰਬੀ ਖੇਤਰ ਦਾ ਇੰਚਾਰਜ ਹੈ ਕੁਲਵੰਤ ਸਿੰਘ, ਉਹਨੂੰ ਇੱਥੋਂ ਤੱਕ ਕਹਿ ਦਿੱਤਾ ਬਾਦਲ ਪਰਿਵਾਰ ਦੇ ਨੇੜਲੇ ਮੰਨੇ ਜਾਂਦੇ ਤੇਜਿੰਦਰ ਸਿੰਘ ਮਿੱਧੂ ਖੇੜਾ ਨੇ ਕਿ ਜੇ ਤੁਸੀਂ ਇੱਥੇ ਭਰਤੀ ਕਰੋਗੇ ਭਾਰਤੀ ਜਨਤਾ ਪਾਰਟੀ ਦੀ, ਤੇ ਫਿਰ ਅਸੀਂ ਮੋਦੀ ਸਾਹਿਬ ਦੇ ਹਲਕੇ 'ਚ ਜਾ ਕੇ ਮੈਂਬਰਸ਼ਿਪ ਜਿਹੜੀ ਦੀ ਉਹ ਬਣਾਉਣੀ ਸ਼ੁਰੂ ਕਰ ਦਿਆਂਗੇ ਅਕਾਲੀ ਦਲ ਦੀ। ਔਰ ਇਹ ਕਿਉਂਕਿ ਇਹ ਆਡੀਓ ਦੇ ਉੱਤੇ ਜਿਹੜਾ ਜੀ ਉਹ ਕਹਿ ਦਿੱਤਾ ਮਿੱਧੂ ਖੇੜਾ ਨੇ, ਤੇ ਇਹ ਜਿਹੜੀ ਆਡੀਓ ਸੀਗੀ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ। ਇਹਦੇ ਨਾਲ ਦੋਵਾਂ ਪਾਰਟੀਆਂ ਦੇ ਵਿਚਾਲੇ ਜਿਹੜਾ ਜੀ ਉਹ ਵਿਵਾਦ ਖੜਾ ਹੋ ਗਿਆ। ਜਿਹੜਾ ਭਾਜਪਾ ਦਾ ਨੇਤਾ ਲੰਬੀ ਦੇ ਹਲਕੇ ਦੇ ਵਿੱਚ ਕੁਲਵੰਤ ਸਿੰਘ, ਉਹਨੇ ਜਿਹੜੇ ਇੱਥੋਂ ਪਿੰਡ ਪੈਂਦੇ ਆ ਉੱਥੋਂ ਗੁਰਦੁਆਰੇ ਦੇ ਲਾਊਡ ਸਪੀਕਰਾਂ ਦੇ ਵਿੱਚ ਇਹ ਐਲਾਨ ਕਰਵਾਇਆ ਸੀਗਾ ਕਿ ਮੈਂਬਰਸ਼ਿਪ ਮੁਹਿੰਮ ਜਿਹੜਾ ਜੀ ਉਹ ਕੈਂਪ ਇੱਥੇ ਲੱਗੂਗਾ। ਇਹਦੇ ਵਿੱਚ ਪਿੰਡ ਦਾ ਸਰਪੰਚ ਉਹਦੇ ਜਿਹੜਾ ਜੀ ਘਰ ਆਇਆ ਔਰ ਅਨਾਊਂਸਮੈਂਟ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਕੀਤਾ ਕਿ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਮੈਂਬਰਸ਼ਿਪ ਦਾ ਜਿਹੜਾ ਜੀ ਉਹ ਕੈਂਪ ਨਹੀਂ ਲੱਗਣ ਦਿੱਤਾ ਜਾਊਗਾ। ਜਿਹਦੇ ਤੋਂ ਬਾਅਦ ਇਹ ਜਿਹੜੇ ਜੀ ਉਹ ਸਰਗਰਮ ਹੋਏ ਨੇ ਜਿਹੜੇ ਬਾਦਲ ਪਰਿਵਾਰ ਦੇ ਨੇੜਲੇ ਨੇ ਕਿ ਭਾਰਤੀ ਜਨਤਾ ਪਾਰਟੀ ਤਾਂ ਉਹਨਾਂ ਦੇ ਘਰ ਦੇ ਅੰਦਰ ਜਿਹੜੀ ਜੀ ਉਹ ਆਣ ਵੜੀ। ਹੁਣ ਇਹਨਾਂ ਦੀ ਮੈਂਬਰਸ਼ਿਪ ਮੁਹਿੰਮ ਕਿੰਨਾ ਚਿਰ ਚੱਲਦੀ ਆ, ਕਿੰਨੀ ਸਕਸੈਸ ਹੁੰਦੀ ਆ, ਇਹ ਜਿਹੜਾ ਜੀ ਉਹ ਵੇਖਣ ਵਾਲੀਆਂ ਸਾਰੀਆਂ ਗੱਲਾਂ ਹੋਣਗੀਆਂ। ਪਰ ਜੋ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਬਣ ਰਿਹਾ, ਜਿਸ ਕਿਸਮ ਦੀਆਂ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ, ਉਹਦੇ ਲਈ ਇਹ ਕਿਹਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਮੈਦਾਨ ਤਾਂ ਜਿਹੜਾ ਜੀ ਉਹ ਤਿਆਰ ਮਿਲ ਮਿਲਾ ਕੇ ਹੋ ਰਿਹਾ। ਬਿਲਕੁਲ ਜੀ। ਤੇ ਸਰੋਤੇ ਅਸੀਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ 4082725200। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਬਲਤੇਜ ਪੰਨੂ ਜੀ ਹੁੰਦੇ ਨੇ। ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੋਣਗੇ, ਤੁਸੀਂ ਸਵਾਲ ਕਰ ਸਕਦੇ ਹੋ। ਕੋਸ਼ਿਸ਼ ਕਰਿਓ ਕਿ ਸਵਾਲ ਹੀ ਕੀਤਾ ਜਾਵੇ, ਸੁਝਾਅ ਨਾ ਹੀ ਦਿੱਤੇ ਜਾਣ ਕਿਉਂਕਿ ਟਾਈਮ ਬਹੁਤ ਘੱਟ ਹੁੰਦਾ। 4082725200 ਸਾਡੇ ਨਾਲ ਜੁੜ ਚੁੱਕੇ ਨੇ ਦੁਬਾਰਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ।
ਸ਼੍ਰੀ ਅਕਾਲ ਜੀ, ਧੰਨਵਾਦ ਜੀ। ਚੱਲਦੇ ਹਾਂ ਸਰੋਤਿਓ ਤੁਹਾਡੀਆਂ ਕਾਲਸ ਵੱਲ। ਸੰਖੇਪ ਰੱਖਿਓ ਥੋੜ੍ਹਾ ਜਿਹਾ ਅੱਗੇ। ਅਵਤਾਰ ਸਿੰਘ ਜੀ ਮੰਟੇਕਾ ਤੋਂ। ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਬਹੁਤ ਗਵਾਹ ਹੋ ਗਿਆ ਜੀਠੀਏ ਦੇ ਖਿਲਾਫ ਨਿਰੰਜਨ ਸਿੰਘ ਡਰੱਗ ਮਾਮਲੇ 'ਚ ਇਨਵੈਸਟੀਗੇਸ਼ਨ ਕਰਦਾ ਸੀ, ਉਹਦੇ ਬਾਰੇ ਕੋਈ ਅਪਡੇਟ ਹੈ? ਕੋਈ ਕੀ ਬਣਿਆ ਭੈਣ ਜੀ, ਸੁਣ ਲੈਣ ਜੀ। ਦੇਖੋ, ਉਹ ਇਨਵੈਸਟੀਗੇਸ਼ਨ ਤਾਂ 3 ਥਾਵਾਂ ਤੋਂ ਹੋਈ ਆ ਜੀ। ਇੱਕ ਤਾਂ ਇਨਵੈਸਟੀਗੇਸ਼ਨ ਨਿਰੰਜਨ ਸਿੰਘ ਹੋਰਾਂ ਵਾਲੀ ਆ, ਈਡੀ ਦੀ। ਉਹ ਰਿਪੋਰਟ ਸੀਲ ਬੰਦ ਪਈ ਆ ਜੀ ਹਾਈ ਕੋਰਟ ਦੇ ਵਿੱਚ। ਦੂਸਰੀ ਇਨਵੈਸਟੀਗੇਸ਼ਨ ਜਿਹੜੀ ਆ ਜੀ, ਉਹ ਹੋਈ ਸੀਗੀ, ਜਿਹੜੀ SIT ਇੱਕ ਬਣਾਤੀ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ ਨੇ, ਸਿਧਾਰਥ ਚਟੋਪਾਧਿਆ ਜਿਹੜੇ DGP ਨੇ, ਉਹਨਾਂ ਦੀ ਅਗਵਾਈ ਦੇ ਵਿੱਚ। ਉਹ ਵੀ ਜਿਹੜੀ ਆ ਜੀ ਪਈ ਆ ਸੀਲ ਬੰਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਇੱਕ ਤੀਸਰੀ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੋਰੀ, ਜਦੋਂ ਪਹਿਲਾਂ ਉਹ ਮੁਖੀ ਸੀਗੇ, ਉਹਨਾਂ ਨੇ ਇਨਵੈਸਟੀਗੇਸ਼ਨ ਸਾਰੀ ਕੀਤੀ ਸੀ। ਉਹ ਰਿਪੋਰਟ ਵੀ ਉਹਨਾਂ ਨੇ ਸਬਮਿਟ ਜਿਹੜੀ ਕਰਵਾਈ ਹੋਈ ਆ। ਹੁਣ 3 ਰਿਪੋਰਟਾਂ ਇਹ ਸਬਮਿਟ ਹੋਈਆਂ ਪਈਆਂ ਨੇ। ਇਹ ਕਿਉਂ ਨਹੀਂ ਖੁੱਲ ਰਹੀਆਂ? ਇਹ ਆਪਣੇ ਆਪ ਦੇ ਉੱਤੇ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਰਕਾਰ ਨੇ ਖਿਲਾਉਣੀਆਂ ਹੁੰਦੀਆਂ ਨੇ, ਜੇ ਨਹੀਂ ਖੋਲ ਰਹੀਆਂ ਤੇ ਸਰਕਾਰ ਕਹਿ ਸਕਦੀ ਆ ਕਿ ਰਿਪੋਰਟਾਂ ਖੋਲੀਆਂ ਜਾਣ। ਸਰਕਾਰ ਸ਼ਾਇਦ ਡਰ ਰਹੀ ਆ ਕਿ ਇਸ ਰਿਪੋਰਟ ਦੇ ਵਿੱਚੋਂ ਜਿਹੜਾ ਨਿਕਲਣਾ ਨਾਮ ਜਿਹੜਾ ਜੀ ਉਹ ਬਹੁਤਿਆਂ ਨੂੰ ਹੈਰਾਨੀ ਨਾ ਹੋਵੇ, ਪਰ ਸਰਕਾਰ ਸ਼ਾਇਦ ਉਹਨਾਂ ਨੂੰ ਜਿਹੜਾ ਜੀ ਉਹ ਬਚਾਉਣਾ ਚਾਹੁੰਦੀ ਆ, ਉਹਨਾਂ ਦੀ ਸਕਿਨ ਸੇਵ ਕਰਨਾ ਚਾਹੁੰਦੀ ਆ ਜੀ, ਜਿਹਦੇ ਕਰਕੇ ਇਹ ਨਹੀਂ ਖੁੱਲ ਰਹੀਆਂ। ਉਹ ਅਫਸਰਾਂ ਨੇ ਤਾਂ ਆਪਣਾ ਕੰਮ ਕਰਕੇ ਜਿਹੜਾ ਜੀ ਉਹ ਦਿੱਤਾ ਆ, ਹੁਣ ਉਹ ਖੋਲ ਹੀ ਨਹੀਂ ਰਹੀਆਂ ਤੇ ਉੱਥੇ ਕੀ ਕੀਤਾ ਜਾਵੇ ਜੀ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਨੂੰ ਸਭ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਮੈਂ ਕਿਹਾ ਸਾਰਿਆਂ ਦੇ ਰੂਬਰੂ ਹੋਏ। ਤੇ ਮੇਰੇ 2 ਛੋਟੇ ਸਵਾਲ। ਇੱਕ ਤਾਂ ਆਪਣੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਹੋਣਾ ਦੇ ਉਹਨਾਂ ਕੇਸ ਦੀ ਤੇ ਉਹਨਾਂ ਸਿਹਤ ਦੀ ਸਿਚੁਏਸ਼ਨ ਦੱਸਿਓ। ਤੇ ਦੂਜਾ ਜਗਤਾਰ ਸਿੰਘ ਜੱਗੀ ਜੌਲ ਨੂੰ ਜਦੋਂ ਜਿਹੜਾ ਮੇਨ ਉਹਦੇ ਵਿੱਚੋਂ ਬਰੀ ਹੋਇਆ, ਤੇ ਕੀ ਉਹਨਾਂ ਦੀ ਕੋਈ ਛੁੱਟਣ ਦੀ ਆਪਣੇ ਆਸ ਹੈਗੀ ਜੀ? ਭੈਣ ਜੀ ਕੱਟਿਓ ਨਾ ਫੋਨ ਜੀ। ਥੈਂਕ ਯੂ ਜੀ। ਦੇਖੋ, ਭੁੱਲਰ ਸਾਹਿਬ ਦੀ ਸਿਹਤ ਜਿਹੜੀ ਆ ਜੀ ਉਹ ਕਾਫੀ ਠੀਕ ਹੈ। ਜਦੋਂ ਤੋਂ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਜੀ ਜਿਹੜੀ ਮਿਲੀ ਹੈ ਇਜਾਜ਼ਤ ਬਾਹਰ ਰਹਿਣ ਦੀ, ਔਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਉਹਨਾਂ ਦੀ ਬਹੁਤੀ ਦੇਖਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਪਰ ਕਿਉਂਕਿ ਜਿੰਨੇ ਸਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਲਾਏ ਨੇ, ਜਿਹੋ ਜਿਹੀ ਮਾਨਸਿਕ ਹਾਲਤ ਉਹਨਾਂ ਦੀ ਸੀ, ਉਹ ਬਿਲਕੁਲ ਨੋਰਮਲ ਹੋ ਜਾਣਗੇ। ਸ਼ਾਇਦ ਇਹਦਾ ਜਵਾਬ ਤਾਂ ਮੈਡੀਕਲ ਜਿਹੜੀ ਨਵੀਂ ਕੋਈ ਰਿਪੋਰਟ ਆਊਗੀ ਉਹੋ ਹੀ ਦੱਸ ਸਕੂਗੀ ਜੀ। ਜਿਹੜਾ ਜੱਗੀ ਜੌਲ ਵਾਲਾ ਮਾਮਲਾ ਆ, ਉਹ ਜਿਹੜੇ ਪੈਸੇ ਦੇਣ ਵਾਲੇ ਸੀਗਾ ਜੀ ਕੇਸ ਉਹਦੇ ਉੱਤੇ ਪਾਇਆ ਹੋਇਆ ਕਿ ਇਹ ਟੈਰਰ ਫੰਡਿੰਗ ਜਿਹੜੀ ਜੀ ਉਹ ਕਹਿੰਦੇ ਆ, ਉਹਨੂੰ ਉਹ ਕਰਦੇ। ਉਸ ਮਾਮਲੇ ਦੇ ਵਿੱਚ ਉਹ ਬਰੀ ਹੋਏ ਨੇ, ਕਿਉਂਕਿ ਬਾਕੀ ਕੇਸ ਅਜੇ ਥਾਂ ਦੇ ਉੱਤੇ ਉਹਨਾਂ ਤੇ ਦਰਜ ਹੋਏ ਨੇ। ਪਰ ਹੋਣਾ ਤੁਸੀਂ ਦੇਖਣਾ ਉਹਨਾਂ ਕੇਸਾਂ ਦਾ ਵੀ ਉਹੀ ਕੁਛ ਹੈ ਜੀ ਜੋ ਇਸ ਕੇਸ ਦਾ ਜਿਹੜਾ ਜੀ ਹੋਇਆ। ਉਦੋਂ ਤਾਂ ਬਹੁਤ ਤੱਤ ਭੜੱਥੀ ਜਿਹੜਾ ਸੀਗਾ ਜੀ ਇਹ ਮਾਮਲੇ ਦਰਜ ਕੀਤੇ ਗਏ, ਔਰ ਨਾਲ ਦੀ ਨਾਲ ਪ੍ਰੈਸ ਕਾਨਫਰੰਸਾਂ ਵੀ ਜਿਹੜੀਆਂ ਜੀ ਹੋ ਗਈਆਂ, ਔਰ ਇਹ ਕਹਿ ਦਿੱਤਾ ਕਿ ਜਿਵੇਂ ਬਹੁਤ ਵੱਡਾ ਗਰੋਹ ਜਿਹੜਾ ਜੀ ਉਹ ਫੜਿਆ ਗਿਆ। ਪਰ ਇਹਨਾਂ ਕੇਸਾਂ ਦਾ ਕੀ ਬਾਅਦ ਦੇ ਵਿੱਚ ਹੁੰਦਾ ਉਹ ਪਤਾ ਹੀ ਹੈ ਜੀ। ਉਹੋ ਜਿਹੇ ਹਾਲਾਤ ਵੀ ਬਣਨੇ ਨੇ ਜਿਹੋ ਜਿਹੇ ਕੇਸ 'ਚੋਂ ਬਰੀ ਹੋਏ ਆ। ਪਰ ਇਹਨਾਂ ਆ ਕਿ ਗੱਲ ਟਾਈਮ ਦੀ ਜਿਹੜੀ ਜੀ ਉਹ ਹੈਗੀ ਆ। ਸੋ ਟਾਈਮ ਕਿੰਨਾ ਲੱਗਦਾ ਬਾਕੀ ਕੇਸਾਂ ਦੇ ਉੱਤੇ, ਜਾਂ ਇਸ ਕੇਸ ਦੇ ਵਿੱਚੋਂ ਬਰੀ ਹੋਣ ਤੋਂ ਬਾਅਦ ਜਿਹੜੇ ਉਹਨਾਂ ਦੇ ਵਕੀਲ ਨੇ ਉਹ ਹੁਣ ਬੇਲ ਐਪਲੀਕੇਸ਼ਨ ਜਿਹੜੀਆਂ ਜੀ ਉਹ ਲਾਉਂਦੇ ਆ ਉਹਨਾਂ ਦੀਆਂ, ਕਿਉਂਕਿ ਇਹ ਇੱਕ ਨਰੋਆ ਆਧਾਰ ਤਾਂ ਬਣ ਸਕਦਾ ਉਹਨਾਂ ਦੇ ਬਾਕੀ ਕੇਸਾਂ ਦੇ ਵਿੱਚ ਬੇਲ ਦੇ ਵਾਸਤੇ। ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਤਾਂ ਕੋਈ ਨਹੀਂ, ਮੇਰਾ ਇੱਕ ਜਿਵੇਂ ਮਨ ਦੀ ਗੱਲ ਹੀ ਹੈ ਜੀ, ਮੈਂ ਤੁਹਾਡੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ ਜੀ। ਮੈਂ ਜਿੰਨੀ ਕੁ ਮੈਨੂੰ ਹਿਸਟਰੀ ਦੀ ਕੁਛ ਜੀ ਜਾਣਕਾਰੀ ਆ ਉਹਦੇ ਮੁਤਾਬਕ ਵੀ ਹੁਣ ਤੱਕ ਦਾ ਜਿਹੜਾ ਆਪਣਾ ਸ਼ਾਸਕ, ਜਿਹੜਾ ਕਿ ਜੇ ਮੂਰਖ ਸ਼ਾਸਕ ਆਪਾਂ ਮੁਹੰਮਦ ਤੁਗਲਕ ਨੂੰ ਕਹਿੰਦੇ ਸੀ, ਵੀ ਉਹ ਮੋਦੀ ਮੈਨੂੰ ਲੱਗਦਾ ਵੀ ਉਸ ਤੋਂ ਬਾਅਦ ਇਹ ਸ਼ਾਸਕ ਹੋਇਆ ਜੀ, ਜਿਹੜਾ ਜਿਹਦੀ ਉਸ ਨਾਲ ਤਸ਼ਬੀਹ ਦੀ ਦਿੱਤੀ ਜਾਇਆ ਕਰੂ, ਮੂਰਖ ਸ਼ਾਸਕ। ਤੇ ਦੂਜੀ ਮੇਰੀ ਗੱਲ ਇੱਕ ਖਾਦਸ਼ਾ ਇਹ ਹੈ ਜੀ, ਜਿਵੇਂ ਆਪਾਂ ਇਤਿਹਾਸ ਪੜ੍ਹਿਆ ਵੀ ਜਿਵੇਂ ਸਿਕੰਦਰ ਨੂੰ ਵੀ ਭਾਰਤੀ ਰਜਵਾੜਿਆਂ ਨੇ ਇੱਥੇ ਸੱਦਿਆ ਸੀ, ਮੁਹੰਮਦ ਗੌਰੀ ਨੂੰ ਵੀ ਇੱਥੇ ਉਹਨਾਂ ਨੇ ਸੱਦਿਆ ਸੀ। ਔਰ ਹੁਣ ਲੋਕ ਜਿਹੜੇ ਹਾਲਾਤ ਬਣਦੇ ਜਾਂਦੇ ਹਿੰਦੁਸਤਾਨ ਦੇ, ਇਹ ਨਾ ਹੋਵੇ ਵੀ ਹਿੰਦੁਸਤਾਨ ਦੇ ਕੁਛ ਲੋਕ ਹੀ ਇਹਨਾਂ ਤੋਂ ਅੱਕੇ ਵੇ ਕਿਸੇ ਬਾਹਰਲੀ ਤਾਕਤ ਨੂੰ ਸੱਦ ਕੇ ਇਹਨਾਂ ਤੋਂ ਖਹਿੜਾ ਛਡਾਉਣ ਜੀ। ਕੁਛ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣਦੇ ਜਾਂਦੇ, ਔਰ ਆਪਾਂ ਲੋਕ ਇਸ ਚੀਜ਼ ਦੇ ਗਵਾਹ ਬਣ ਰਹੇ ਹਾਂ ਜੀ। ਇਤਿਹਾਸ ਦੁਹਰਾਇਆ ਜਾ ਰਿਹਾ ਜੀ। ਥੈਂਕ ਯੂ ਜੀ। ਦੇਖੋ, ਜੋ ਹਾਲਾਤ ਮੁਲਕ ਦੇ ਬਣ ਰਹੇ ਆ, ਪਹਿਲੀ ਜਿਹੜੀ ਉਨਾਓ ਵਾਲੀ ਘਟਨਾ ਤੁਸੀਂ ਲਾ ਲਓ, ਉੱਥੇ ਕੀ ਬਣਿਆ। ਚਲੋ ਉੱਤਰ ਪ੍ਰਦੇਸ਼ ਦਾ ਕੋਈ ਕਹਿ ਸਕਦਾ ਜੀ,
ਇੱਥੇ ਜਿਹੜਾ ਜੀ ਉਹ ਭਗਵਾਨ ਰਾਮ ਦਾ ਨਾਮ ਵਰਤ ਕੇ ਕੀ ਕੁਛ ਕੀਤਾ ਜਾ ਰਿਹਾ ਜੀ, ਕਿਹੋ ਜਿਹੇ ਗਾਣੇ ਆ ਰਹੇ ਆ ਉਹ ਸਾਹਮਣੇ ਆ ਜੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਜਿਹੜੇ ਦੀ ਲਾਅ ਐਂਡ ਆਰਡਰ ਦੇ ਜਾਂ ਨਸ਼ਿਆਂ ਦੇ ਬਣੇ ਪਏ ਆ, ਉਹ ਸਭ ਦੇ ਜਿਹੜਾ ਦੀ ਉਹ ਸਾਹਮਣੇ ਆ। ਤੇ ਕਈ ਪਾਸਿਆਂ ਤੋਂ ਜਿਹੜੀ ਸੁਸਾਇਟੀ ਆ ਨਾ ਜੀ ਉਹ ਘਿਰ ਰਹੀ ਆ, ਖਾਸ ਤੌਰ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਵਾਸਤੇ ਜਿਹੜਾ ਜੀ ਇਹ ਇਸ਼ਾਰਾ, ਕਿਉਂਕਿ ਚੁਫੇਰਿਓਂ ਮਾਰਿਆ ਜਾ ਰਿਹਾ ਜੀ ਉਹਨਾਂ ਨੂੰ, ਕਿ ਖਤਮ ਕਰਨ ਵਾਲੇ ਪਾਸੇ ਨੂੰ ਜਿਹੜਾ ਜੀ ਵੱਧ ਰਿਹਾ। ਕਿਸੇ ਸ਼ਾਸਕ ਨੂੰ ਸੱਦਣਾ ਸ਼ਾਇਦ ਉਹ ਤਾਂ ਹੁਣ ਪੋਸੀਬਲ ਨਹੀਂ ਰਿਹਾ। ਜਿਹੜੇ ਪੁਰਾਣੇ ਇਤਿਹਾਸ ਦੀ ਤੁਸੀਂ ਗੱਲ ਕਰਦੇ ਹੋ, ਉਦੋਂ ਦੇ ਵਿੱਚ ਤੇ ਅੱਜ ਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਜੀ ਉਹ ਫਰਕ ਹੈ। ਉਹ ਤਾਂ ਨਹੀਂ ਨਾ ਹੋ ਸਕਦਾ ਕਿ ਕਿਸੇ ਨੂੰ ਲਿਖ ਕੇ ਦੇ ਦਿਓ ਤੇ ਉਹ ਇੱਥੇ ਆ ਕੇ ਜਿਹੜਾ ਜੀ ਉਹ ਰਾਜ ਕਰਨ ਲੱਗ ਜੇ ਜਾਂ ਉਹਨੂੰ ਕੰਟਰੋਲ ਕਰ ਲੇ। ਕੰਟਰੋਲ ਤਾਂ ਲੋਕਾਂ ਦੇ ਉੱਤੇ ਹੋਣਾ ਹੁੰਦਾ। ਜਿਹੜਾ ਇੱਥੇ ਤੁਸੀਂ ਕਿਹਦੇ ਉੱਤੇ ਕੰਟਰੋਲ ਕਰਨਾ ਜੀ? ਨਸ਼ੇੜੀਆਂ ਤੇ, ਬਿਮਾਰਾਂ ਤੇ, ਜਿਹੜੇ ਜਾਂ ਵਿਚਾਰੇ ਕੈਂਸਰ ਪੇਸ਼ੈਂਟ ਨੇ, ਕੋਈ HIV ਨੇ, ਕੋਈ ਜਿਹੜੇ ਦੀ ਉਹ ਨਸ਼ੇੜੀ ਨੇ ਉਹ ਨਸ਼ਿਆਂ ਦੇ ਵਿੱਚ ਜਿਹੜਾ ਦੀ ਉਹ ਲੱਗੇ ਹੋਏ ਨੇ। ਮੈਂ ਕਿਤੇ ਪੋਸਟ ਪੜ੍ਹ ਰਿਹਾ ਸੀਗਾ ਕਿ ਇੰਨੇ ਲੱਖ ਲੋਕਾਂ ਦੇ ਉੱਤੇ ਸਰਵੇ ਹੋਊਗਾ ਜੀ, ਆਹ ਹੋਊਗਾ ਉਹ ਹੋਊਗਾ, ਜਿਹੜਾ ਰੈਫਰੈਂਡਮ ਦੇ ਬਾਰੇ ਜਿਹੜਾ ਦੀ ਉਹ ਕਿਹਾ ਜਾ ਰਿਹਾ। ਸਵਾਲ ਇਹ ਆ ਕਿ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੀ ਹੋਂਦ ਜਿਹੜੀ ਆ ਜੀ ਉਹ ਬਚੂਗੀ? ਇੱਕੋ ਤਰੀਕੇ ਨਾਲ ਹੀ ਬਚਦੀ ਆ ਕਿ ਪੰਜਾਬ ਦੀ ਬਹੁਤ ਵੱਡੀ ਗਿਣਤੀ ਜਿਹੜੀ ਆ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਵਸ ਗਈ ਆ ਜਾਂ ਜਾਣ ਦੇ ਵਾਸਤੇ ਜਿਹੜਾ ਜੀ ਉਹ ਤਤਪਰ ਆ। ਇਹ ਇੱਕ ਹੋ ਸਕਦਾ ਕਿ ਉਹ ਬਾਹਰ ਬੈਠੇ ਹੋਏ ਨੇ, ਨਹੀਂ ਤਾਂ ਇੱਥੇ ਕੀ ਜਿਹੜਾ ਜੀ ਸੱਚੀ ਪੁੱਛੋ ਤਾਂ ਇਹ ਜਿਹੜਾ ਬਹੁਤ ਉਦਾਸ ਹੋ ਕੇ ਕਹਿਣਾ ਪੈਂਦਾ ਕਿ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਇੱਥੋਂ ਮੁੱਕ ਰਿਹਾ। ਇੱਥੇ ਆ ਕੇ ਕਿਹਨੇ ਰਾਜ ਕਰਨਾ? ਜਿਹੜੇ ਬਿਮਾਰ ਲੋਕ ਨੇ ਉਹਨਾਂ ਦੇ ਉੱਤੇ ਆ ਕੇ ਕਿਹਨੇ ਰਾਜ ਕਰਨਾ? ਜਿਹੜਾ ਪਾਣੀ ਆ ਦਰਿਆਵਾਂ ਦਾ, ਜਿਹੜੇ ਕੁਦਰਤੀ ਸਾਨੂੰ ਸਰੋਤ ਮਿਲੇ ਹੋਏ ਆ, ਉਹਦੇ ਵਿੱਚ ਗੰਦ ਪਾ ਪਾ ਕੇ ਅਸੀਂ ਜਿਹੜਾ ਵੀ ਉਹ ਸਾਰਾ ਉਹਦਾ ਸਤਿਆਨਾਸ਼ ਕਰੀ ਜਾ ਰਹੇ ਆ। ਕਿਸਾਨ ਜਦੋਂ ਹੁਣ ਪਾਣੀ ਜ਼ਿਆਦਾ ਆ ਗਿਆ ਤੇ ਉਹ ਬੋਰ ਜਿਹੜੇ ਪੁਰਾਣੇ ਨੇ ਉਹਨੂੰ ਸੂਟਾ ਮਰਵਾ ਕੇ ਜਿਹੜਾ ਜਿਨ੍ਹਾਂ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਪਾਈਆਂ ਹੋਈਆਂ ਨੇ ਝੋਨੇ ਵਗੈਰਾ ਦਾ, ਉਹ ਪਾਣੀ ਧਰਤੀ ਹੇਠ ਸਿੱਧਾ ਜਿਹੜਾ ਜੀ ਉਹ ਸੁੱਟੀ ਜਾ ਰਿਹਾ। ਕਿਸਾਨ ਸਮਝਣ ਦੇ ਵਾਸਤੇ ਤਿਆਰ ਨਹੀਂ ਗਾ ਜੀ। ਆਇਰਨ ਵਾਲੀਆਂ ਗੋਲੀਆਂ ਉਹ ਝੋਨੇ ਦੇ ਉੱਤੇ ਸਪਰੇਅ ਜਿਹੜੀ ਜੀ ਉਹ ਕਰੀ ਜਾ ਰਿਹਾ। ਅਸੀਂ ਆਪਣੇ ਹੱਥੀਂ ਆਪਣੀ ਜੜ ਜਿਹੜੀ ਜੀ ਉਹ ਆਪ ਪੁੱਟ ਲਈ। ਜੇ ਪੰਜਾਬ ਦੀ ਗੱਲ ਜਿਹੜੀ ਉਹ ਕਰਨੀ ਹੋਵੇ, ਜੇ ਮੁਲਕ ਦੀ ਗੱਲ ਜਿਹੜੀ ਉਹ ਕਰਨੀ ਹੋਵੇ ਕਿ ਕਿੱਧਰ ਨੂੰ ਜਾ ਰਿਹਾ, ਇਹ ਤੁਸੀਂ ਦੇਖਣਾ ਸਿਚੁਏਸ਼ਨ ਅਗਲੇ ਸਾਲ 2 ਸਾਲਾਂ ਦੇ ਵਿੱਚ ਜਿਹੜੀ ਹੈ ਜੀ ਕਿੰਨੀ ਗੰਭੀਰਤਾ ਦੇ ਨਾਲ ਕਿਸ ਪਾਸੇ ਵੱਲ ਨੂੰ ਵੱਧਦੀ ਹੈ ਜੀ। ਕੁਲਦੀਪ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਪਹਿਲਾਂ ਵੀ ਜਦੋਂ ਕਾਲਰ ਨੇ ਗੱਲ ਕੀਤੀ ਤਾਂ ਹਿਸਟਰੀ ਦੀ ਉਹ ਕਹਿ ਰਹੇ ਸੀ ਕਿ ਸਿਕੰਦਰ ਨੂੰ ਬੁਲਵਾਇਆ ਗਿਆ ਸੀ। ਮੈਂ ਥੋੜਾ ਇੱਕ ਮੌਕਾ ਨਹੀਂ ਮਿਲਦਾ ਉਹਨਾਂ ਪੜ੍ਹਨ ਦਾ, ਪਰ ਤੋਂ ਇੱਕ ਵਿਚਾਰ ਇਹੀ ਲੈਣਾ ਚਾਹੁੰਦਾ ਹਾਂ ਕਿ ਜੋ ਹੁਣ ਆਪਣੇ ਪੋਲਰਾਈਜੇਸ਼ਨ ਜਿਸ ਤਰ੍ਹਾਂ ਹੋਈ ਹੈ ਇੰਡੀਆ ਦੇ ਵਿੱਚ, ਆਪਾਂ ਪੰਜਾਬ ਨੂੰ ਤਾਂ ਛੱਡ ਦਈਏ, ਕਿ ਇਹ ਇਸ ਤਰ੍ਹਾਂ ਨਹੀਂ ਹੈ ਕਿ ਹਾਂ ਵਿੱਚ ਧਾਂਦਲੀਆਂ ਵੀ ਇਲੈਕਸ਼ਨਾਂ ਦੇ ਵਿੱਚ ਹੋ ਰਹੀਆਂ। ਡੈਮੋਕ੍ਰੇਸੀ ਹੈ ਪਰ ਇੱਕ ਡਿਕਟੇਟਰਸ਼ਿਪ ਦਾ ਰੂਪ ਹੈ। ਜਿਸ ਤਰ੍ਹਾਂ ਜ਼ਿੰਬਾਬਵੇ ਦੇ ਵਿੱਚ ਰੋਬਰਟ ਮੁਗਾਬੇ ਕਰਦੇ ਰਹੇ, ਤਾਂ ਸਾਊਥ ਅਫਰੀਕਾ ਵਿੱਚ ਮਿਸਟਰ ਜੁਮਾ ਕਰਦੇ ਰਹੇ, ਤੇ ਕੁਛ ਅਰੇਬੀਅਨ ਕੰਟਰੀ ਦੇ ਬਾਕੀ ਅਫਰੀਕਨ ਕੰਟਰੀਜ਼ ਵੀ ਹੈ। ਡੈਮੋਕ੍ਰੇਸੀ ਹੈ, ਇਲੈਕਸ਼ਨ ਹੁੰਦੀ ਹੈ, ਪਰ ਉਹੀ ਬੰਦਾ ਬਾਰ-ਬਾਰ ਬਹੁਤ ਹੀ ਜ਼ਿਆਦਾ ਮੈਜੋਰਟੀ ਨਾਲ ਜਿੱਤ ਰਿਹਾ। ਮੈਂ ਥੋੜਾ ਇਸ ਬਾਰੇ ਤੁਹਾਡੇ ਕਮੈਂਟ ਚਾਹੁੰਦਾ ਕਿ ਮਿਸਟਰ ਮੋਦੀ ਉਸ ਲਾਈਨ ਤੇ ਚੱਲ ਰਹੇ ਹੈ। ਥੈਂਕ ਯੂ ਜੀ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਜੀ ਇਹਦੇ ਵਿੱਚ। ਜਿਹੜੀ ਡੈਮੋਕ੍ਰੇਸੀ ਆ ਉਹਦਾ ਨਾਮ ਡੈਮੋਕ੍ਰੇਸੀ ਆ, ਅਸਲ 'ਚ ਉਹ ਡਾਂਗੋਕ੍ਰੇਸੀ ਦੇ ਵਿੱਚ ਤਬਦੀਲ ਜਿਹੜੀ ਜੀ ਹੋ ਗਈ। ਦੇਖੋ ਜਿਹੜੀ ਚੀਜ਼ ਦਾ ਸੋਫਟਵੇਅਰ ਹੈ ਨਾ ਜੀ, ਸੋਫਟਵੇਅਰ ਕਿਹਨੇ ਬਣਾਇਆ? ਇੱਕ ਦਿਮਾਗ ਦੀ ਘਾੜਤ ਹੈ ਨਾ, ਉਹਨੇ ਬਣਾਇਆ। ਤੇ ਜਿਹਨੇ ਬਣਾਇਆ ਉਹ ਸੋਫਟਵੇਅਰ ਨੂੰ ਜਿਵੇਂ ਚਾਹੁੰਦਾ ਆ ਉਸ ਤਰੀਕੇ ਦੇ ਨਾਲ ਵਰਤਦਾ ਨਾ, ਉਹ ਜਿੱਧਰ ਨੂੰ ਮਰਜ਼ੀ ਡਾਈਵਰਟ ਜਿਹੜਾ ਜੀ ਉਹ ਕਰ ਦਿੰਦਾ। ਜਿੰਨੀ ਦੇਰ ਤੱਕ EVM ਮਸ਼ੀਨਾਂ ਜਿਹੜੀਆਂ ਇੱਥੇ ਮੁਲਕ ਦੇ ਵਿੱਚ ਮੌਜੂਦ ਨੇ, ਉਨੀ ਦੇਰ ਤੱਕ ਇੱਥੇ ਕੋਈ ਤਬਦੀਲੀ ਜਿਹੜੀ ਆ ਜੀ ਉਹ ਹੋਣ ਦੇ ਆਸਾਰ ਨਹੀਂ ਗੇ ਜੀ, ਨਹੀਂ ਹੋ ਸਕਣੀ। ਸਭ ਨੂੰ ਪਤਾ ਜੀ ਜਿਵੇਂ ਇਲੈਕਸ਼ਨਸ ਹੋ ਕੇ ਹਟੀਆਂ ਨੇ ਕਿ ਕਿਹੜੇ ਤਰੀਕੇ ਦੇ ਨਾਲ ਇਹ ਇਲੈਕਸ਼ਨ ਜਿਹੜੀਆਂ ਉਹ ਲੜੀਆਂ ਗਈਆਂ। ਹੁਣ ਕੀ ਤਬਦੀਲੀ ਆ ਸਕੂਗੀ? ਇਹ ਬਹੁਤ ਵੱਡਾ ਸਵਾਲ ਹੈ, ਕਿਉਂਕਿ ਆਪੋਜੀਸ਼ਨ ਨਹੀਂ ਰਹੀ। ਆਪੋਜੀਸ਼ਨ ਨੇ ਇਹ ਗੱਲ ਜਿਹੜੀ ਉਹ ਚੁੱਕਣੀ ਹੈ ਨਾ ਕਿ ਜਿਹੜੀਆਂ EVM ਹੈ ਉਹ ਤੋਂ ਪਾਸੇ ਜਾਇਆ ਜਾਵੇ। ਆਪੋਜੀਸ਼ਨ ਦੇ ਤਾਂ ਹਾਲਾਤ ਇਹ ਆ ਕਿ ਉਹ ਖੱਖੜੀਆਂ ਕਰੇਲੇ ਹੋਈ ਪਈ ਆ। ਜਿੰਨੇ ਕੁ ਜਿੱਤੇ ਆ ਉਹ ਇਕੱਠੇ ਬਹਿਣ ਦੇ ਵਾਸਤੇ ਤਿਆਰ ਨਹੀਂ ਗੇ। ਅਜੇ ਵੀ ਉਹਨਾਂ ਨੇ ਇਹ ਆਪਣੀ ਦੂਜੀ ਵਾਰੀ ਹੋਈ ਹਾਰ ਤੋਂ ਕੋਈ ਸਬਕ ਜਿਹੜਾ ਜੀ ਉਹ ਨਹੀਂ ਸਿੱਖਿਆ ਜੀ। ਨਾ ਲੱਗਦਾ ਹੈ ਕਿ ਉਹ ਸਿੱਖਣ ਦੇ ਵਾਸਤੇ ਕੁਛ ਤਿਆਰ ਨੇ। ਜਿੰਨੀ ਦੇਰ ਤੱਕ ਆਪੋਜੀਸ਼ਨ ਨਹੀਂ ਉੱਠਦੀ ਉਨੀ ਦੇਰ ਤੱਕ ਸੰਭਵ ਨਹੀਂ। ਹਾਂ, ਦੂਜਾ ਇਹ ਹੋ ਸਕਦਾ ਕਿ ਲੋਕ ਇੰਨੇ ਤੰਗ ਹੋ ਜਾਣ
ਕਿ ਉਹ ਬਾਗੀ ਜਿਹੜੇ ਉਹ ਹੋਣੇ ਸ਼ੁਰੂ ਹੋ ਜਾਣ, ਜਾਂ ਕੁਛ ਇਸ ਤਰ੍ਹਾਂ ਦਾ ਜਿਹੜਾ ਹੋਵੇ ਕਿ ਲੋਕ ਯੂਨਾਈਟ ਹੋ ਕੇ ਕੋਈ ਮੂਵਮੈਂਟ ਜਿਹੜੀ ਦੀ ਉਹ ਖੜੀ ਹੋਵੇ, ਜਿਹਦੇ ਅਸਾਰ ਬੜੇ ਘੱਟ ਦਿੰਦੇ ਆ, ਕਿਉਂਕਿ ਲੋਕ ਇੰਨੇ ਕੁ ਜਾਂ ਤਾਂ ਉਹ ਲਾ ਦਿੱਤੇ ਗਏ ਆਟਾ ਦਾਲ ਦੇ ਉੱਤੇ, ਇਹ ਸਿੰਬੋਲਿਕ ਰੂਪ 'ਚ ਹੈ ਜੀ, ਕਿਸੇ ਜਗ੍ਹਾ ਦੇ ਉੱਤੇ ਕਿਸੇ ਤਰ੍ਹਾਂ, ਕਿਸੇ ਜਗ੍ਹਾ ਤੇ ਕਿਸੇ ਤਰ੍ਹਾਂ, ਜਾਂ ਜਿਹੜੇ ਵੀ ਇੰਨੀ ਮਹਿੰਗਾਈ ਦੇ ਵਿੱਚ ਉਹ ਫਸ ਗਏ ਕਿ ਉਹਨਾਂ ਨੂੰ ਆਪਣੀ ਰੋਟੀ ਰੋਜ਼ੀ ਤੋਂ ਬਿਨਾਂ ਹੋਰ ਕੁਛ ਸੋਚਣ ਦਾ ਮੌਕਾ ਹੀ ਨਹੀਂ ਜਿਹੜਾ ਦੀ ਉਹ ਦਿੱਤਾ ਜਾ ਰਿਹਾ। ਬਾਰ-ਬਾਰ ਸੰਘਰਸ਼ ਥਾਂ ਥਾਂ ਤੋਂ ਉੱਠਦੇ ਆ, ਕਦੇ ਉਹ ਕਿਸਾਨਾਂ ਦੇ ਰੂਪ ਦੇ ਵਿੱਚ ਉੱਠਦਾ, ਕਦੇ ਉਹ ਮਜ਼ਦੂਰਾਂ ਦੇ ਰੂਪ ਦੇ ਵਿੱਚ ਉੱਠਦਾ। ਕਿਵੇਂ ਦਬਾਇਆ ਜਾ ਰਿਹਾ, ਕਿਵੇਂ ਨੇਤਾ ਜਿਹੜੇ ਆ ਦੀ ਜਿਹੜੇ ਮੋਹਰੇ ਲੱਗੇ ਹੋਏ ਉਹ ਸਮਝੌਤਾ ਕਰ ਜਾਂਦੇ ਆ, ਆਮ ਲੋਕਾਂ ਨੂੰ ਪਤਾ ਹੀ ਨਹੀਂ ਜਿਹੜਾ ਦੀ ਉਹ ਲੱਗਦਾ। ਅਜੀਬੋ ਗਰੀਬ ਦੀ ਜਿਹੜੀ ਸਥਿਤੀ ਆ ਨਾ ਜੀ, ਉਹ ਸੱਚੀ ਪੁੱਛੋ ਤੇ ਪੈਦਾ ਹੋਈ ਹੋਈ ਆ। ਲੱਚੀ ਕਿੱਧਰ ਨੂੰ ਜਿਹੜੀ ਦੀ ਉਹ ਕਹਾਣੀ ਜਾਂਦੀ, ਹਾਲ ਦੀ ਘੜੀ ਤੋਂ ਬਹੁਤਾ ਪੋਜ਼ਿਟਿਵ ਦਿਸ ਨਹੀਂ ਰਿਹਾ ਜੀ। ਸਤਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇੱਕ ਤਾਂ ਤੁਹਾਨੂੰ ਬੇਨਤੀ ਹੈ ਵੀ ਜਦੋਂ ਅੱਗੇ ਤੋਂ ਤੁਸੀਂ ਅਮਰੀਕਾ ਆਏ ਤੇ ਈਸਟ ਕੋਸਟ ਵੱਲ ਜ਼ਰੂਰ ਆਇਓ ਜੀ, ਨਿਊਯਾਰਕ, ਨਿਊ ਜਰਸੀ, ਪੈਂਸਿਲਵੇਨੀਆ, ਅਸੀਂ ਇੱਧਰ ਰਹਿੰਦੇ ਹਾਂ ਤੇ ਇਹ ਬੇਨਤੀ ਕਰਦੇ ਤੁਹਾਨੂੰ। ਦੂਜੇ ਮੇਰੇ ਦੋ ਸਵਾਲ ਨੇ ਛੋਟੇ ਛੋਟੇ। ਤੇ ਇੱਕ ਸਵਾਲ ਇਹ ਵੀ ਬਿੱਟੂ ਦੀ ਜਿਹੜਾ ਕਤਲ ਹੋਇਆ ਆ ਉਹਦੇ ਵਿੱਚ ਜਿੱਦਾਂ ਪੂਲਾ ਸੀਗਾ, ਪੂਲਾ ਸਾਡੇ ਏਰੀਏ ਦਾ ਉੱਧਰ ਦਾ ਸੀਗਾ ਤੇ ਸਾਨੂੰ ਪਤਾ ਸੀ ਉਹ ਕੀ ਕੁਝ ਕਰਦਾ ਰਿਹਾ। ਮੈਂ ਉਹਦੇ ਬਾਰੇ ਪੜ੍ਹਿਆ ਵੀ ਕਾਫੀ ਆ। ਉਹ ਤੋਕੇ ਦੇ ਉਹ ਪਰਮਰਾਜ, ਸਮੇਤ ਸੈਣੀ, ਅਜੀਤ ਸਿੰਘ ਸੰਧੂ ਇਹਨਾਂ ਨਾਲ ਬਹਿ ਕੇ ਸ਼ਰਾਬਾਂ ਪੀਂਦਾ ਸੀ ਤੇ ਜਿਹੜਾ ਬੰਦਾ ਅਜੀਤ ਸਿੰਘ ਸੰਧੂ ਦੇ ਕਾਬੂ ਨਹੀਂ ਉਹ ਪੂਲੇ ਨੂੰ ਦੇ ਦਿੱਤਾ ਜਾਂਦਾ ਸੀ। KPS ਗਿੱਲ ਦੇ ਨਾਲ ਮਿਲ ਕੇ ਸਾਰਾ ਕੁਝ ਕਰਦਾ ਰਿਹਾ। ਜਦੋਂ ਪੂਲਾ ਅੜਿੱਕੇ 'ਚ ਆ ਗਿਆ, ਪੂਲਾ ਨੂੰ ਪਤਾ ਵੀ ਹੁਣ ਮੈਂ ਨਿਕਲ ਨਹੀਂ ਸਕਦਾ ਤੇ ਜੇ ਪੂਲਾ ਅੜ ਗਿਆ ਸੀਗਾ ਤਾਂ ਪੂਲੇ ਨੇ ਇਹਨਾਂ ਦੇ ਸਾਰਿਆਂ ਦੇ ਨਾਂ ਲੈਣੇ ਸੀਗੇ, ਪੂਲੇ ਨੂੰ ਮਰਵਾ ਦਿੱਤਾ ਗਿਆ। ਤੁਹਾਨੂੰ ਨਹੀਂ ਲੱਗਦਾ ਕਦੇ ਬਿੱਟੂ ਨੂੰ ਵੀ ਮਤਲਬ ਹੁਣ ਜਿਹੜੀ ਕਾਰਵਾਈ ਸਾਰੀ ਕੰਢੇ ਤੇ ਆਈ ਪਈ ਤੇ ਬਿੱਟੂ ਨੂੰ ਵੀ ਇਹਦੇ ਪਿੱਛੇ ਮਰਵਾਇਆ ਗਿਆ ਇਹ ਕੰਮ? ਕਿਉਂਕਿ ਜੇ ਏਦਾਂ ਮਰਵਾਇਆ ਗਿਆ ਤਾਂ ਇਨਸਾਫ ਕਿੱਥੇ ਮਿਲੂਗਾ, ਕਿੱਥੇ? ਕਿਉਂਕਿ ਕਤਲੇਆਮ ਜਿਹੜੇ 84 ਉਹ ਵੀ ਏਦਾਂ ਹੀ ਵਿਚਾਰੇ ਮਰ ਗਏ ਨੇ। ਦੂਜਾ ਮੇਰਾ ਸਵਾਲ ਇਹ ਹੈ ਵੀ ਜਿਹੜੀ CBI ਦੀ ਜਾਂਚ ਹੋਈ ਆ, CBI ਵੀ ਬੀਜੇਪੀ ਦੇ ਥੱਲੇ ਗਾੜੀ ਅਕਾਲੀ ਦਲ ਜਿਹੜਾ ਉਹ ਵੀ BJP ਦਾ, ਤੇ ਆਪਣੇ ਲੀਡਰਾਂ ਨੂੰ ਜਾਂ ਜਾਂਚ ਕਰਾਉਣ ਦਾ ਜਾਂ ਉਹ ਅੰਦਰ ਜਾਣ ਤੋਂ ਕਦੇ ਵੀ ਇਦਾਂ ਦੀ ਕਾਰਵਾਈ ਉਹ ਨਹੀਂ ਕਰਾਉਣਗੇ। ਸੋ ਕਿਤੇ ਨਾ ਕਿਤੇ ਕੱਲ ਮਿਲਾ ਕੇ ਲੀਡਰ ਤਾਂ ਕਦੀ ਵੀ ਨਹੀਂ ਅੰਦਰ ਗਏ। ਜੇ ਮਰਦਾ ਆ ਤੇ ਆਮ ਜਿਹੜਾ ਇਨਸਾਨ ਆ ਇੱਕ ਇਕੱਲਾ ਗਰੀਬ ਉਹੀ ਮਰਦਾ, ਉਹੀ ਅੰਦਰ ਜਾਂਦਾ। ਉਹ ਨਜਾਇਜ਼ ਜੇਲ੍ਹਾਂ ਵੀ ਕੱਟ ਆਉਂਦਾ ਪਰ ਲੀਡਰਾਂ ਨੂੰ ਕੋਈ ਨਹੀਂ ਹੁੰਦਾ। ਇਹਦੇ ਬਾਰੇ ਦਿਓ ਜਵਾਬ ਜੀ। ਧੰਨਵਾਦ ਭੈਣ ਜੀ। ਥੈਂਕ ਯੂ ਜੀ। ਤੁਹਾਡੇ ਦੋਨੋਂ ਸਵਾਲ ਇੱਕੋ ਹੀ ਆ, ਉਹਦਾ ਜਵਾਬ ਵੀ ਤੁਸੀਂ ਬਹੁਤਾ ਆਪ ਹੀ ਜਿਹੜਾ ਜੀ ਉਹ ਦੇ ਦਿੱਤਾ ਲਾਸਟ ਵਾਲੀਆਂ ਆਪਣੀਆਂ ਲਾਈਨਾਂ ਦੇ ਵਿੱਚ। ਬਿਲਕੁਲ ਜੀ, ਇਹ ਸਾਜ਼ਿਸ਼ ਹੈ, ਬਹੁਤ ਵੱਡੀ ਸਾਜ਼ਿਸ਼ ਹੈ। ਜਿਵੇਂ ਉਹ ਪੂਲੇ ਵਾਲੀ ਸਾਜ਼ਿਸ਼ ਨਹੀਂ ਸਾਹਮਣੇ ਆ ਸਕੀ ਕਿ ਜਿਹੜਾ ਦੀ ਪੂਲੇ ਨੂੰ ਮਰਵਾਉਣ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਸੀ, ਉਹ ਤੁਸੀਂ ਦੱਸੇ, ਉਹ ਦੱਸ ਸਕਦਾ ਸੀ। ਇਉਂ ਹੀ ਮਹਿੰਦਰਪਾਲ ਬਿੱਟੂ ਦਾ ਜਿਹੜਾ ਸੀਗਾ, ਮਹਿੰਦਰਪਾਲ ਬਿੱਟੂ ਨੂੰ ਇਹ ਵੀ ਕਨਸੂਆਂ ਜਿਹੜੀਆਂ ਚੱਲਦੀਆਂ ਨੇ ਕਿ ਉਹਦਾ ਮਾਪਾ ਵੀ ਬਣ ਸਕਦਾ ਸੀਗਾ, ਉਹ ਬਹੁਤਾ ਕੁਛ ਦੱਸ ਸਕਦਾ ਸੀ। ਕਿਉਂਕਿ ਅੱਜ ਜਿਵੇਂ ਮੈਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਤੁਹਾਡੇ ਨਾਲ ਜਿਹੜਾ ਜੀ ਉਹ ਸਾਂਝਾ ਕੀਤਾ, ਜਿਹੜਾ ਲੇਟੈਸਟ ਆਇਆ, ਉਹ ਬਿਲਕੁਲ ਪਲਟੀ ਵਾਲਾ ਬਿਆਨ ਹੈ ਜੀ। ਉਹ ਸਰਸੇ ਵਾਲੇ ਨੂੰ ਵੀ ਕਲੀਨ ਚਿੱਟ ਜਿਹੜੀ ਜੀ ਉਹ ਦੇ ਰਹੇ ਆ। ਸਰਸੇ ਵਾਲੇ ਤੱਕ SIT ਜਿਹੜੀ ਆ ਮਹਿੰਦਰਪਾਲ ਬਿੱਟੂ ਦੇ ਰਾਹੀਂ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਸੀਗੀ, ਕਿਉਂਕਿ ਮਹਿੰਦਰਪਾਲ ਬਿੱਟੂ ਦੱਸ ਸਕਦਾ ਸੀਗਾ ਕਿ ਹਦਾਇਤਾਂ ਜਿਹੜੀਆਂ ਹੋਈਆਂ ਉਹ ਕਿਵੇਂ ਹੋਈਆਂ। ਜਦੋਂ ਜਿਹੜਾ ਸੀਗਾ ਜੀ ਉਹ ਤੋਂ ਉਹਨੂੰ ਰਿਮਾਂਡ ਤੇ ਲੈਣਾ ਸੀਗਾ, ਉਦੋਂ ਐਨ ਪਹਿਲਾਂ ਜਿਹੜਾ ਜੀ ਇਹ ਮਾਰਿਆ ਜਾਂਦਾ ਮਹਿੰਦਰਪਾਲ ਬਿੱਟੂ। ਅੱਜ ਗੁਰਪਿੰਦਰ ਦੀ ਡੈਥ ਹੋਈ ਆ, NIA ਨੂੰ ਜਾਂਚ ਦਿੱਤੀ, NIA ਦੀ ਟੀਮ ਚੱਲਦੀ ਆ ਦਿੱਲੀ ਤੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਪੁੱਛ ਗਏ ਸੀ। ਉਦੋਂ ਪਹਿਲਾਂ ਗੁਰਪਿੰਦਰ ਦੀ ਮੌਤ ਜਿਹੜੀ ਆ ਜੀ ਉਹ ਹੋ ਜਾਂਦੀ ਹੈ। ਬਿਲਕੁਲ ਜਿਹੜੇ ਇਨਸਾਫ ਹੈ ਇਸ ਮਾਮਲੇ ਦੇ ਉੱਤੇ, ਬਰਗਾੜੀ ਬਾਈਬਲ ਕਲਾਂ ਵਾਲੇ ਮਾਮਲੇ ਦੇ ਉੱਤੇ ਪਹਿਲਾਂ ਇਹ ਜਾਪਦਾ ਸੀਗਾ ਜੀ ਕਿ SIT ਜਿਹੜੀ ਆ ਬਹੁਤ ਵਧੀਆ ਕੰਮ ਕਰ ਰਹੀ ਆ, ਤੇਜ਼ੀ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਰਹੀ ਆ। ਪਰ ਜਿਹੋ ਜਿਹੇ ਹਾਲਾਤ ਪਿਛਲੇ ਕੁਛ ਦਿਨਾਂ ਤੋਂ ਜਿਹੜੇ ਆ ਜੀ ਉਹ ਬਣੇ ਆ, ਉਹਦੇ ਤੋਂ ਇਉਂ ਜਾਪਦਾ ਜੀ ਕਿ ਇਹ ਸਾਰਾ ਕੁਛ ਤਕਰੀਬਨ ਖੂਹ ਖਾਤੇ ਪਾਉਣ ਦੀ ਜਿਹੜੀ ਆ ਜੀ ਉਹ ਤਿਆਰੀ ਆ। SIT ਦੀ ਜਿਹੜੀ ਜਾਂਚ ਹੈ, ਚਾਹੇ ਉਹ ਜਿਹੜੀ ਜੀ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੀ ਜਿਹੜੀ ਜੀ ਉਹ ਉਹਨਾਂ ਦੇ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਆ, ਚਾਹੇ SIT ਬਾਅਦ ਚ ਬਣਾਈ ਗਈ, ਚਾਹੇ ਪਹਿਲਾਂ ਵਾਲੀ, ਜਿਹੜੇ ਬੰਦੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਆ, ਉਹਨਾਂ ਦੇ ਕੋਲੇ ਸਭ ਤੋਂ ਵੱਡਾ ਹਥਿਆਰ ਜਿਹੜਾ ਜੀ CBI ਦੀ ਕਲੋਜ਼ਰ ਰਿਪੋਰਟ ਆ ਗਈ। ਇਹ ਹਾਲਾਂਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਆ ਤਾਂ ਜਾਂ ਅਕਾਲੀ ਦਲ ਹੈ, ਉਹ ਇਹ ਕਹਿੰਦਾ ਕਿ CBI ਨੇ ਆਪਣੀ ਕਲੋਜ਼ਰ ਰਿਪੋਰਟ ਚ ਲਾਇਆ ਕਿ ਸਰਕਾਰ ਨੇ ਸਾਡੇ ਨਾਲ ਸੰਪਰਕ ਹੀ ਨਹੀਂ ਕੀਤਾ ਜਾਂਚ ਦੇ ਵਿੱਚ। ਦੇਖੋ, ਜਦੋਂ ਜਾਂਚ ਦਿੱਤੀ ਗਈ ਆ 15 ਦੇ ਵਿੱਚ, ਸੰਪਰਕ ਤਾਂ ਅਕਾਲੀ ਸਰਕਾਰ ਨੇ ਵੀ ਨਹੀਂ ਸੀ ਕੀਤਾ CBI ਦੇ ਨਾਲ। ਉਹ ਚਾਹੁੰਦੇ 1.5 ਸਾਲ ਉਹਨਾਂ ਦੇ ਕੋਲੇ ਸੀਗਾ ਜੀ, ਪਰ ਉਹ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਕਿਉਂ ਮਾਰਦੇ? ਹੁਣ ਜਿਹੜੀ ਮਿਲੀ ਭੁਗਤ ਵਾਲੀ ਗੱਲ ਹੈ ਉਹ ਤਾਂ ਦਿਸ ਰਹੀ ਹੈ ਨਾ, ਬਿਲਕੁਲ ਕਲੀਅਰ ਜਿਹੜੀ ਉਹ ਦਿਸ ਰਹੀ ਹੈ, ਓਪਨ ਸੀਕ੍ਰੇਟ ਹੈ ਕਿ ਇਹ ਸਾਰਾ ਕੁਛ ਜਿਹੜਾ ਵੀ ਉਹ ਮਿਲ ਮਿਲਾ ਕੇ ਹੋ ਰਿਹਾ।
ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯੂਅਰਸ, ਇੱਕ ਦੂਜੇ ਦੀ ਪਿੱਠ ਖੁਰਕੋ। ਔਰ ਜਿਹੜਾ ਜੀ ਮੈਂ ਪਹਿਲਾਂ ਵੀ ਕਿਹਾ ਕਿ ਜੇ ਸਰਕਾਰ ਜਿਹੜੀ ਆ ਉਹਦੇ ਵਾਸਤੇ ਲੋਕਾਂ ਦੇ ਮਨਾਂ ਦੇ ਅੰਦਰ ਪੜ੍ਹਨਾ ਹੋਵੇ ਤੇ ਮੁੱਖ ਮੰਤਰੀ ਸਾਹਿਬ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਉਹਨਾਂ ਦੇ ਵੱਲੋਂ ਪਾਈ ਹੋਈ ਜਿਹੜੀ ਕੁੱਤੇ ਦੀ ਫੋਟੋ ਆ ਉਹਦੇ ਹੇਠ ਕਮੈਂਟ ਪੜ੍ਹ ਲੈਣ, ਬਹੁਤ ਕੁਝ ਜਿਹੜਾ ਜੀ ਉਹ ਕਲੀਅਰ ਹੋ ਜਾਊਗਾ। ਲੋਕਾਂ ਨੂੰ ਤਾਂ ਪਤਾ ਜੀ, ਸਾਰਾ ਕੁਝ ਪਤਾ ਆ, ਪਰ ਸਰਕਾਰਾਂ, ਸਿਆਸੀ ਪਾਰਟੀਆਂ ਜਿਹੜੀਆਂ ਜਾਂ ਵੱਡੇ ਲੀਡਰ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਕਿ ਉਹਨਾਂ ਨੂੰ ਕੁਛ ਨਹੀਂ ਹੁੰਦਾ। ਇੱਥੇ ਉਹ ਸਾਜ਼ਿਸ਼ਾਂ ਹੋ ਚੁੱਕੀਆਂ ਹੋਈਆਂ ਨੇ 78 ਤੋਂ ਲੈ ਕੇ ਹੁਣ ਤੱਕ। ਦੇਖੋ ਜਿਹੜੀ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਹ ਵਿਚਾਰੇ ਪਰਿਵਾਰ ਜਿਹੜੇ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ, ਉਹ ਅੱਜ ਵੀ ਫਿਰਦੇ ਆ ਨਾ ਜੀ ਅਦਾਲਤਾਂ ਦੇ ਵਿੱਚ ਚੱਕਰ ਕੱਟਦੇ 2019 ਦੇ ਵਿੱਚ। ਤੇ ਅਸੀਂ 2015 ਵਾਲੀ ਮੇਰਾ ਖਿਆਲ ਕਿੱਥੋਂ ਭਾਲਦੇ ਆ ਕਿ ਇਹ ਜਾਂਚ ਜਿਹੜੀ ਹੈ ਜੀ ਉਹ ਸਾਹਮਣੇ ਆ ਜੂਗੀ। ਜਾਂ ਈਵਨ 84 ਵਾਲੇ ਜਿਹੜੇ ਜੀ ਉਹ ਮਾਮਲੇ ਸੀ, CBI ਤੋਂ ਕਿਸੇ ਨੂੰ ਬਹੁਤ ਵੱਡੀ ਉਮੀਦ ਹੋ ਸਕਦੀ ਆ, ਮੈਨੂੰ ਤਾਂ ਨਹੀਂ, ਕਿਉਂਕਿ ਉਹ ਤਾਂ ਜਿਹੜੀ ਜੀ ਉਹ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਆ, ਔਰ ਕਿਵੇਂ ਚੱਲਦੀ ਹੈ ਸਰਕਾਰਾਂ ਦੇ ਹੇਠ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਤੋ ਇਸ ਮਾਮਲੇ ਦੇ ਵਿੱਚ ਮੇਰਾ ਖਿਆਲ ਕੋਈ ਬਹੁਤੀ ਵੱਡੀ ਹੁਣ ਆਸ ਰੱਖ ਸਕਣੀ, ਬੇਅਦਬੀ ਵਾਲੇ ਮਾਮਲੇ ਦੇ ਵਿੱਚ ਆਸ ਰੱਖਣੀ ਸ਼ਾਇਦ ਇਹ ਇੱਕ ਕੌੜੀ ਸੱਚਾਈ ਹੋਊਗੀ ਕਿ ਇਸ ਮਾਮਲੇ ਦੇ ਵਿੱਚੋਂ ਹੁਣ ਬਹੁਤਾ ਕੁਝ ਨਿਕਲਣਾ ਨਹੀਂ। ਜੀ ਹਰਵੰਸ਼ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰਕਾਸ਼ ਸਿੰਘ ਬਾਦਲ ਦਾ ਜੀ ਇੱਕ ਬਿਆਨ ਸੀਗਾ ਆਪਸੀ ਕਿ ਹਰ ਘਰ ਵਿੱਚ ਇੱਕ ਮੈਂਬਰ ਅਕਾਲੀ ਦਲ ਦਾ ਜੀ ਬਣਨਾ ਚਾਹੀਦਾ ਹੈਗਾ, ਤੇ ਮੈਨੂੰ ਇਹ ਜਾਪਣ ਰਿਹਾ ਕਿ ਜਿਹੜਾ ਇਹਨਾਂ ਦੇ ਪਿੱਛੇ 10-15-20 ਸਾਲਾਂ ਦੇ ਵਿੱਚ ਮੈਂਬਰਸ਼ਿਪ ਸੀ ਉਹਨਾਂ ਨੂੰ ਕੋਈ ਦੇਖ ਆ ਗਿਆ, ਜਾਂ ਫਿਰ ਇਹਨਾਂ ਨੂੰ ਕੋਈ ਆਉਣ ਵਾਲੇ ਕਿਸੇ ਰੱਬੀ ਸਰਾਫ ਦਰ ਪੈ ਗਿਆ, ਕਿਉਂ ਇੰਨੇ ਕੰਪਨੀ ਲੱਗ ਪਏ ਪਰ ਹੁਣ। ਧੰਨਵਾਦ। ਬਿਲਕੁਲ ਜੀ, ਉਹ ਤਾਂ ਪੰਥ ਦੀ ਨੁਮਾਇੰਦਾ ਜਮਾਤ ਖੁਦ ਨੂੰ ਜਿਹੜਾ ਜੀ ਉਹ ਕਹਿੰਦੇ ਆ। ਦੇਖੋ ਹੱਥ ਪੱਲੇ ਸਾਰੇ ਮਾਰੇ ਜਾ ਰਹੇ ਆ। ਜੇ ਇੱਕ ਬਿਆਨ ਤੁਸੀਂ ਹੋਰ ਨੋਟ ਕੀਤਾ ਹੋਵੇ ਤਾਂ 2 ਦਿਨ ਪਹਿਲਾਂ ਤੋਂ ਆਉਂਦਾ ਕਿ ਧਰਮੀ ਫੌਜੀਆਂ ਦੀ ਸਾਰ ਲਵੇ ਜਿਹੜੀ ਜੀ ਸਰਕਾਰ, ਕਿ ਤੁਸੀਂ 10 ਸਾਲ ਰਾਜ ਕਰ ਗਏ, ਉਦੋਂ ਵਿਚਾਰੇ ਉਹ ਧਰਮੀ ਫੌਜੀ ਜਿਹੜੇ ਚੇਤੇ ਹੀ ਨਾ ਆਏ ਤੁਹਾਨੂੰ ਜਿਹੜਾ ਤੇ ਉਹਦਾ ਕੀ ਕਰਨਾ। ਇਹ ਅੱਖੀ ਪਲਾਹੀ ਹੱਥ ਜਿਹੜੇ ਜੀ ਉਹ ਮਾਰੇ ਜਾ ਰਹੇ ਆ, ਕਿਉਂਕਿ ਅਕਾਲੀ ਦਲ ਨੂੰ ਪਤਾ ਆ ਕਿ ਉਹਦੇ ਪੈਰ ਜਿਹੜੇ ਆ ਉਹ ਪੰਜਾਬ ਦੀ ਸਿਆਸਤ ਦੇ ਵਿੱਚੋਂ ਅਕਾਲੀ ਦਲ ਬਾਦਲ ਦੇ ਉਹ ਉਖੜ ਚੁੱਕੇ ਹੋਏ ਆ, ਕੰਪਲੀਟ ਉਖੜ ਚੁੱਕੇ ਆ ਜੀ, ਕੋਈ ਮੰਨੇ ਜਾਂ ਨਾ ਮੰਨੇ। BJP ਉਹਦਾ ਹੀ ਲਾਹਾ ਲੈਣ ਦੇ ਵਾਸਤੇ ਤੇਜ਼ੀ ਦੇ ਨਾਲ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜਾ ਜੀ ਉਹ ਕੰਮ ਕਰ ਰਹੀ ਆ। ਕੋਈ ਅਕਾਲੀ ਦਲ ਹੋਰ ਉੱਭਰੇ, ਕੋਈ ਉੱਭਰਦਾ ਜਾਂ ਨਹੀਂ ਉੱਭਰਦਾ ਉਹ ਬਾਅਦ ਵਾਲੀ ਜਿਹੜੀ ਜੀ ਉਹ ਗੱਲ ਆ। ਇਹ ਗੱਲ ਠੀਕ ਆ ਕਿ ਉਹ ਵੀ ਇਹ ਕਹਿੰਦਾ ਕਿ ਅਸੀਂ ਵੀ ਮੈਂਬਰਸ਼ਿਪ ਜਿਹੜੀ ਆ ਜੀ ਉਹ ਸ਼ੁਰੂ ਕੀਤੀ ਹੋਈ ਆ। ਲਿਸਟਾਂ ਲੱਭਣ ਤੇ ਦੱਸਣ ਦੀ ਨਵੇਂ ਮੈਂਬਰ ਜਿਹੜੇ ਆ ਉਹ ਕਿਹੜੇ ਜੁੜੇ ਆ, ਇਹ ਤਾਂ ਉਹੋ ਹੀ ਜਿਹੜੇ ਇਹਨਾਂ ਦੇ ਫਿਰਦੇ ਨੇ ਜਿਨ੍ਹਾਂ ਦੇ ਬੋਰਡਾਂ ਦੇ ਉੱਤੇ ਅਕਸਰ ਫੋਟੋਆਂ ਜਿਹੜੀਆਂ ਦੀ ਉਹ ਵੇਖੀਆਂ ਜਾ ਸਕਦੀਆਂ ਨੇ, ਉਹੋ ਹੀ ਲੋਕਾਂ ਦੇ ਨਾਮ ਲਿਖ ਕੇ ਉੱਤੇ ਲਿਸਟਾਂ ਜਿਹੜੀਆਂ ਦੀ ਉਹ ਪਹੁੰਚਾਈ ਜਾਂਦੇ ਨੇ। ਅਕਾਲੀ ਦਲ ਨੇ ਏਡਾ ਵੱਡਾ ਕਿਹੜਾ ਮਾਰਕਾ ਮਾਰ ਲਿਆ ਜਿਹਦੇ ਕਰਕੇ ਪੰਜਾਬ ਦਾ ਹਰ ਘਰ ਜਿਹੜਾ ਜੀ ਉਹ ਉਹਨਾਂ ਦੇ ਨਾਲ ਜੁੜ ਜੂਗਾ ਤੇ ਹਰ ਘਰ ਦੇ ਵਿੱਚੋਂ ਉਹਨਾਂ ਨੂੰ ਮੈਂਬਰ ਜਿਹੜੇ ਆ ਜੀ ਉਹ ਮਿਲ ਜਾਣਗੇ। ਆਪਾਂ ਗੱਲ ਕਰਕੇ ਹਟੇ ਆ ਕਿ ਉਹ ਚਾਹੇ SIT ਦੀ ਆ, ਚਾਹੇ CBI ਦੀ ਆ, ਚਾਹੇ ਕੁਛ ਵੀ ਆ, ਉੱਥੋਂ ਕੋਈ ਜਾਂਚ ਹੁੰਦੀ ਆ ਜਾਂ ਨਹੀਂ ਹੁੰਦੀ ਆ, ਪਰ ਲੋਕਾਂ ਦੇ ਮਨਾਂ ਦੇ ਅੰਦਰ ਤਾਂ ਜਿਹੜੀ ਪਰਸੈਪਸ਼ਨ ਆ ਉਹ ਬਣ ਚੁੱਕੀ ਹੋਈ ਆ ਨਾ ਜੀ ਕਿ ਪੰਜਾਬ ਦੇ ਵਿੱਚ ਜੇ ਅੱਜ ਪੰਜਾਬ ਚਿੱਟੇ ਦੇ ਰੂਪ ਦੇ ਵਿੱਚ ਨਿਗਲਿਆ ਜਾ ਰਿਹਾ, ਪੰਜਾਬ ਦੀ ਜਵਾਨੀ, ਇਹਦੇ ਲਈ ਕਸੂਰਵਾਰ ਕੌਣ ਹੈ? ਜੇ ਇੱਥੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਉਹਦੇ ਵਾਸਤੇ ਕਸੂਰਵਾਰ ਜਿਹੜਾ ਜੀ ਉਹ ਕੌਣ ਹੈ? ਲੋਕਾਂ ਨੂੰ ਤਾਂ ਪਤਾ ਹੈ ਨਾ। ਇਹ ਜ਼ਰੂਰੀ ਨਹੀਂ ਕਿ ਜਿਹੜੀ ਜੀ ਉਹ ਇਹ ਕੋਈ ਜਾਂਚ ਏਜੰਸੀ ਜਿਹੜੀ ਹੈ ਜੀ ਉਹੋ ਹੀ ਦੱਸੇ, ਲੋਕ ਤਾਂ ਇਸ ਗੱਲ ਨੂੰ ਸਮਝਦੇ ਆ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਮੈਂ ਪੁੱਛਣਾ ਚਾਹੁੰਦਾ ਜਿਹਨੂੰ ਆਪਾਂ ਇੱਕ ਦੂਸਰੇ ਦੇ ਅਗੇਂਸਟ ਵੀ ਆਪਾਂ ਡੀਗੇਅਰ ਤੇ ਡਿਸਮੈਂਟਲ ਤੇ ਇਹਨੂੰ ਡਿਸਟਰੋਏ ਕਰਨ ਦੀ ਟਰਾਈ ਕਰਦੇ, ਹੋਰ ਵੀ ਨੇਸ਼ਨ ਹੈਗੀ ਆ ਦੁਨੀਆ ਵਿੱਚ ਜਿੰਨੀ ਆਪਾਂ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਆਪਾਂ ਇੱਕ ਦੂਸਰੇ ਦੇ ਅਗੇਂਸਟ ਵੀ ਆਪਾਂ ਐਟੀਟਿਊਡ ਇੰਨਾ ਸਟਰੋਂਗ ਲੋਕਾਂ ਦਾ ਖੜਾ ਆਪਾਂ ਕਰ ਰਹੇ ਹਾਂ ਕਿ ਇੱਕ ਜਿਵੇਂ ਆਪਣੇ ਸ਼੍ਰੀ ਰਾਮ ਜਾਂ ਕਿੱਦਾਂ ਕਿਹੜੇ ਇਸ ਨਾਰੇ ਨੂੰ ਵੀ ਆਪਣਾ ਟੈਰਰਿਜ਼ਮ ਦੇ ਨਾਲ ਜੋੜਿਆ ਜਾ ਰਿਹਾ, ਜਿਵੇਂ ਮੁਸਲਮਾਨਾਂ ਦੇ ਨੂੰ ਜੋੜਿਆ ਰਿਹਾ, ਉਹਨਾਂ ਤਾਕਤਾਂ ਨਹੀਂ ਰਹੇ। ਹੁਣ ਇਹ ਜਿਵੇਂ ਸ਼੍ਰੀ ਰਾਮ ਮੇਰਾ ਨਹੀਂ ਖਿਆਲ ਵੀ ਇੱਕ ਨਾ ਤਾਂ ਸੈਂਸ ਬਣਦੀ ਹੈ, ਕਿਉਂਕਿ ਹਿੰਦੂਇਜ਼ਮ ਕਿਹੜਾ ਕਹਿੰਦਾ ਜੇ ਤੁਸੀਂ ਸ਼੍ਰੀ ਰਾਮ ਕਹਿੰਦੇ ਫਿਰ ਤੁਸੀਂ ਆਪਣਾ ਉਹਨਾਂ ਦਾ ਰਿਲੀਜਨ ਤੁਸੀਂ ਅਡੋਪਟ ਕਰ ਲਓ, ਕਿਉਂਕਿ ਹਿੰਦੂ ਤੁਸੀਂ ਅਡੋਪਟ ਤਾਂ ਕਰ ਨਹੀਂ ਸਕਦੇ, ਯੂ ਹੈਵ ਟੂ ਬੋਰਨ ਟੂ ਬੀ ਹਿੰਦੂ ਰਾਈਟ। ਵੀ ਇਹ ਕਲਾਊਡ ਪੈਦਾ ਕੀਤਾ ਜਾਂਦਾ ਜਿੱਦਾਂ ਆਪਣੇ ਰੱਗਾਂ ਦੇ ਪਾਸੇ ਕੀਤਾ ਗਿਆ ਸੀ ਬੇਅਦਬੀ ਦੇ ਅਕਾਲੀਆਂ ਦੇ ਅਗੇਂਸਟ। ਜਿਵੇਂ ਇੱਕ ਆਪਣਾ ਇੱਕ ਨਾਟਕਕਾਰ ਜਿਹਾ ਹੈਗਾ ਆਪਣੇ, ਉਹ ਵੀ ਹੁਣ ਇੱਕ ਉਹਨੇ ਨਾਟਕ ਜਿਹਾ ਬਣਾਇਆ ਜੈ ਸ਼੍ਰੀ ਰਾਮ ਨੂੰ ਕੁੱਟ ਰਹੇ ਆ ਜੀ ਫਲਾਨਾ ਕਰੇ, ਵੀ ਉਹ
ਇਹ ਹਟਾਉਣ ਵਾਸਤੇ ਇਹੋ ਕੁਛ ਕਰ ਰਹੇ ਜਾਂ ਉਹ ਕਲਾਊਡ ਬਣਾਉਣ ਵਾਸਤੇ ਇਹ ਕੁਛ ਹੋ ਰਿਹਾ? ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਜਿੱਥੇ ਸੁਚੇਤ ਲੋਕ ਹੁੰਦੇ ਆ ਪੌਲ ਜੀ, ਉਹ ਡਿਸਮੈਂਟਲ ਨਹੀਂ ਕਰਦੇ ਹੁੰਦੇ, ਸਗੋਂ ਡਿਸਮੈਂਟਲ ਹੋਣ ਤੋਂ ਬਚਾਉਂਦੇ ਆ। ਜੇ ਭੇਡਾਂ ਬੱਕਰੀਆਂ ਹੀ ਚਾਹੀਦੀਆਂ ਨੇ ਤੁਹਾਨੂੰ, ਤਾਂ ਫਿਰ ਕੋਈ ਹੋਰ ਮੁਲਕ ਚੁਣ ਲਓ ਕਿ ਉੱਥੇ ਜਿੱਥੇ ਜਿਹੜਾ ਕੋਈ ਗੱਲ ਜਿਹੜੀ ਦੀ ਉਹ ਨਾ ਕਰ ਸਕੇ। ਜੇ ਸਿਸਟਮ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੋਈ ਗਲਤ ਗੱਲ ਹੋ ਰਹੀ ਆ, ਉਹਨੂੰ ਉਠਾਉਣਾ, ਇਹ ਡਿਸਮੈਂਟਲ ਕਰਨਾ ਕਿਵੇਂ ਹੋ ਗਿਆ? ਇੱਥੇ ਜਿੱਥੇ ਪੰਜਾਬੀ ਰੇਡੀਓ USA ਬੇਸਡ ਆ, ਉੱਥੋਂ ਦੇ ਰਾਸ਼ਟਰਪਤੀ ਜਿਹੜੇ ਨੇ, ਉਹਨਾਂ ਦੇ ਬਾਰੇ ਦੇ ਵਿੱਚ ਕਿੰਨਾ ਕੁਛ ਉਸ ਮੀਡੀਆ 'ਚ ਕਿਹਾ ਜਾਂਦਾ ਜੀ, ਕਿੰਨਾ ਕੁਛ ਬੋਲਿਆ ਜਾਂਦਾ, ਕਦੀ ਉਹ ਦੇਖਿਆ? ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਜਗ੍ਹਾ ਤੋਂ, ਸ਼ਾਇਦ ਕੈਨੇਡਾ ਤੋਂ। ਜੇ ਕੈਨੇਡਾ ਤੋਂ ਹੋ ਤਾਂ ਉੱਥੇ ਦਾ ਜਿਹੜਾ ਸਿਆਸੀ ਸਿਸਟਮ ਹੈ, ਸਿਆਸੀ ਢਾਂਚਾ ਹੈ, ਕਾਈਂਡਲੀ ਉਹ ਡਿਬੇਟ ਜਿਹੜੀਆਂ ਕਿਤੇ ਸਮਾਂ ਕੱਢ ਕੇ ਥੋੜ੍ਹੀਆਂ ਬਹੁਤੀਆਂ ਉਹ ਵੀ ਸੁਣ ਲਿਆ ਕਰੋ। ਉਹ ਡਿਸਮੈਂਟਲ ਨਹੀਂ ਕਰ ਰਹੇ ਇਹ ਸਭ ਕਾਸੇ ਨੂੰ, ਬਲਕਿ ਇਹ ਠੀਕ ਚੱਲਦਾ ਰਹੇ ਢਾਂਚਾ ਜਿਹੜਾ, ਉਹਦੀਆਂ ਊਣਤਾਈਆਂ ਜਿਹੜੀਆਂ ਜੀ ਉਹ ਦੱਸਣੀਆਂ। ਡਿਸਮੈਂਟਲ ਕਰਨਾ ਨਹੀਂ ਹੁੰਦਾ ਜੀ। ਜੇ ਢਾਂਚੇ ਦੇ ਖਿਲਾਫ, ਗਲਤ ਢਾਂਚੇ ਦੇ ਖਿਲਾਫ ਜਿਹੜਾ ਜੀ ਉਹ ਲੋਕ ਬੋਲਣੋਂ ਹਟ ਗਏ, ਤਾਂ ਫਿਰ ਸੁਸਾਇਟੀ ਦੇ ਵਿੱਚ ਦਬੇ ਕੁਚਲੇ ਲੋਕ ਜਿਹੜੇ ਨੇ ਉਹ ਮਾਰੇ ਜਾਣਗੇ। ਫਿਰ ਉਹਨਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਜਿਹੜਾ ਵੀ ਉਹ ਰਹੂਗਾ। ਜੇ ਤੁਹਾਨੂੰ ਗੋਦੀ ਮੀਡੀਆ ਹੀ ਚਾਹੀਦਾ ਹੈ ਕਿ ਉਹ ਗੱਲ ਜਿਹੜੀ ਜੀ ਉਹ ਨਾ ਹੋਵੇ, ਤੇ ਫਿਰ ਜਿਹੜੇ ਇੱਥੋਂ ਆਉਂਦੇ ਚੈਨਲ ਆ ਉਹ ਲਵਾ ਲਓ, ਚੁੱਪ ਕਰਕੇ ਉਹ ਦੇਖ ਲਿਆ ਕਰੋ ਜੀ। ਅਗਲੇ ਸਾਡੇ ਕਾਲਰ ਨੇ ਰਣਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਪਹਿਲਾ ਸਵਾਲ ਹੈ ਜੀ, ਜਿਹੜਾ ਇਹਨਾਂ ਦੇ ਗੁਰੂ ਮਹਾਰਾਜ ਦਾ ਹੱਥ ਲਿਖਤ ਸਰੂਪ ਸੀ, ਉਹਦੀ ਜਾਂਚ ਕਰਵਾਉਣੀ ਸੀ, ਉਹ ਕਿੱਥੋਂ ਤੱਕ ਪਹੁੰਚੀ ਆ? ਤੇ ਦੂਜਾ ਸਵਾਲ ਜੀ ਹੈ, ਇੱਕ ਆ ਜਿਹੜੇ ਸਾਧ ਨੂੰ ਕੁੱਟ ਪੈਣ ਦੀ ਆ, ਉਹਦਾ ਕੀ ਪੂਰਾ ਮਾਮਲਾ ਉਹ ਦੱਸਿਓ। ਤੇ ਤੀਜਾ ਜੀ, ਕਾਰ ਸੇਵਾ ਵਾਲੇ ਬਾਬਿਆਂ ਦੇ ਕੋਈ ਕਾਰਵਾਈ ਹੋਈ ਹੈ ਕਿ ਉਹ ਕਲੀਨ ਚਿੱਟ ਉਹਨਾਂ ਨੂੰ ਮਿਲ ਗਈ ਹੈ ਜੀ? ਇਹ ਤਿੰਨੇ ਸਵਾਲ ਦੱਸੋ, ਚੱਲਦਾ ਰਹਿੰਦੇ ਭਾਜੀ। ਥੈਂਕ ਯੂ। ਕਾਰ ਸੇਵਾ ਵਾਲੇ ਬਾਬਿਆਂ ਨੂੰ ਕੁਛ ਨਹੀਂ ਹੋਇਆ ਜੀ। ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਢਾਉਣ ਦੇ ਉੱਤੇ ਲੱਗੇ ਹੋਏ ਆ ਜੀ। ਉਹਨਾਂ ਨੇ ਬਥੇਰਾ ਕੁਛ ਢਾਤਾ, ਹੁਣ ਤਾਂ ਕੁੱਟਾਵਾਂ ਟਾਵਾਂ ਹੀ ਬਚਿਆ ਜੀ। ਪਤਾ ਨਹੀਂ ਇਹਦੇ ਪਾਸੇ ਵੀ ਕਦੋਂ ਜਿਹੜਾ ਜੀ ਉਹ ਤੁਰ ਪੈਣ। ਇਹ ਤਾਂ ਹੁਣ ਤਕੜੇ ਹੋ ਕੇ ਜਿੰਨੇ ਬਾਹਰ ਬੈਠਾ ਭਾਈਚਾਰਾ ਜੀ, ਉਹ ਇੱਕ ਗੱਲ ਕਰੇ ਕਿ ਪਾਕਿਸਤਾਨ ਦੀ ਸਰਕਾਰ ਦੇ ਉੱਤੇ ਦਬਾਅ ਰੱਖੇ ਤੇ ਇਹਨਾਂ ਕਾਰ ਸੇਵਾ ਵਾਲਿਆਂ ਦੇ ਹਵਾਲੇ ਕਿਤੇ ਉੱਥੋਂ ਵਾਲੇ ਤੀਰਥ ਸਥਾਨ ਨਾ ਕਰ ਦੇਵੇ, ਜਿਹੜੇ ਕਿ ਪੁਰਾਤਨ ਰੂਪ ਦੇ ਵਿੱਚ ਅਜੇ ਵੀ ਸਾਂਭੇ ਹੋਏ ਆ। ਜਿਹੋ ਜੀ ਮਰਜ਼ੀ ਸਿਚੁਏਸ਼ਨ ਆ, ਇਹਨਾਂ ਦਾ ਵਸ ਚੱਲਿਆ ਤੇ ਇਹਨਾਂ ਨੇ ਉੱਥੇ ਜਾ ਕੇ ਵੀ ਸੰਗਮਰਮਰ ਜਿਹੜਾ ਜੀ ਉਹ ਲਾ ਦੇਣਾ। ਜਿਹੜਾ ਹੱਥ ਲਿਖਤ ਬੀੜਾਂ ਵਾਲਾ ਮਾਮਲਾ ਸੀਗਾ ਜੀ, ਉਹ ਇਹ ਤਾਲ ਮਟੋਲ ਕਮੇਟੀ ਜਿਹੜੀ ਹੈ ਜੀ ਉਹ ਬਣਾਈ ਆ, ਤੇ ਉਹਨੂੰ ਅੱਗੇ ਗਾਂਹ ਜਿਹੜਾ ਜੀ ਉਹ ਤੋੜ ਦਿੱਤਾ, ਕਿਉਂਕਿ ਇਹਦੇ ਵਿੱਚ ਵੱਡੇ ਵੱਡੇ ਨਾਮ ਜਿਹੜੇ ਜੀ ਉਹ ਸ਼ਾਮਲ ਹੈ। ਵੱਡੇ ਨਾਮ, ਇੱਥੋਂ ਤੱਕ ਇੱਕ ਸਾਬਕਾ ਜਥੇਦਾਰ ਦਾ ਨਾਮ ਵੀ ਜਿਹੜਾ ਜੀ ਉਹ ਇਹਦੇ ਵਿੱਚ ਆਉਂਦਾ, ਜਿਹਨੇ ਮੋਟਾ ਪੈਸਾ ਲੈ ਕੇ ਇਹ ਬੀੜ ਜਿਹੜੀ ਆ ਜੀ ਉਹ ਬਾਹਰਲੇ ਮੁਲਕ ਕੱਢੀ ਆ। ਤੇ ਬਾਕੀ ਜਿਹੜੀਆਂ ਬੀੜਾਂ ਨੇ ਉਹ ਕਿਵੇਂ ਵਿਕੀਆਂ ਨੇ, ਕਿਉਂਕਿ ਇਹਦੀ ਬਕਾਇਦਾ ਤੌਰ ਦੇ ਉੱਤੇ ਲਿਸਟ ਜਿਹੜੀ ਆ ਉਹ ਮੌਜੂਦ ਆ। ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈਂਡਓਵਰ ਜਿਹੜੀ ਆ ਜੀ ਉਹ ਕੀਤੀ ਗਈ ਆ, ਸਾਰੀ ਉਹ ਲਿਸਟ ਹੈਗੀ ਆ। ਨਿਕਲ ਲੈਂਦੇ ਹੋ, ਉਹ ਥੋੜਾ ਜਿਹਾ ਸਮਾਂ ਜਿਹੜਾ ਜੀ ਉਹ ਲੱਗੂਗਾ, ਆ ਜਾਣਾ ਇਹ ਸਾਰਾ ਮਾਮਲਾ ਜਿਹੜਾ ਜੀ। ਥੋੜੇ ਹਫ਼ਤੇ ਜਿਹੜੇ ਜੀ ਉਹ ਲੱਗ ਸਕਦੇ ਆ, ਕੁਝ ਸਮਾਂ, ਕੁਝ ਮਹੀਨੇ ਜਿਹੜੇ ਉਹ ਲੱਗ ਸਕਦੇ ਆ। ਇਹਨਾਂ ਕੋ ਕੀ ਆਸ ਹੈ ਜੀ, ਜਿਨ੍ਹਾਂ ਨੇ ਆਪ ਵੇਚੇ ਆ, ਜਿਨ੍ਹਾਂ ਨੇ ਸਾਰਾ ਕੁਝ ਜਿਹੜਾ ਜੀ 35 ਸਾਲ ਤਾਂ ਸਾਨੂੰ ਮੂਰਖ ਬਣਾਉਂਦੇ ਰਹੇ ਕਿ ਕੇਂਦਰ ਦੀ ਸਰਕਾਰ ਚੁੱਕ ਕੇ ਲੈ ਗਈ, ਫੌਜ ਚੁੱਕ ਕੇ ਲੈ ਗਈ, ਸਾਡਾ ਸਮਾਨ ਨਹੀਂ ਦਿੱਤਾ। ਇਹ ਤਾਂ ਕਹਾਣੀਆਂ ਜਿਹੜੀਆਂ ਦੀ ਹੁਣ ਸਾਹਮਣੇ ਆਈਆਂ ਨਾ, ਇਹ ਤਾਂ ਇਸ ਪੱਖੋਂ ਤਾਂ ਕਮ ਸੇ ਕਮ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਹ ਗ੍ਰਹਿ ਮੰਤਰੀ ਕੋਲੇ ਚਲੇ ਗਏ ਸਮਾਨ ਵਾਪਸ ਮੰਗਣ ਦੇ ਵਾਸਤੇ, ਤੇ ਉਹਨਾਂ ਨੇ ਕਿਹਾ ਵੀ ਲਿਆਓ ਵੀ ਲਿਸਟ, ਕਿਹੜਾ ਕਿਹੜਾ ਸਮਾਨ ਤੁਹਾਡਾ। ਤੇ ਉਹਦੇ ਵਿੱਚ ਉਹ ਸੁਪਰੀਮ ਕੋਰਟ ਵਾਲਾ ਸਾਰਾ ਕੁਝ ਜਿਹੜਾ ਜੀ ਸਾਹਮਣੇ ਆ ਗਿਆ ਕਿ ਆਹ ਦੇਖੋ ਜੀ, ਅਸੀਂ ਤਾਂ ਜਾ ਕੇ ਜਿਹੜਾ ਜੀ ਇਹ ਸਾਰਾ ਸਮਾਨ ਦੇ ਦਿੱਤਾ ਸੀਗਾ। ਹੁਣ ਫਸੇ ਹੋਏ ਆ ਉਸ ਮਾਮਲੇ 'ਚ, ਹੁਣ ਕਿਉਂ ਨਹੀਂ ਗਏ ਸੈਂਟਰ ਦੇ ਕੋਲੇ ਜਿਹੜਾ ਜੀ ਉਹ ਮੰਗਣ ਦੇ ਵਾਸਤੇ? ਕਿਉਂਕਿ ਫਸ ਗਏ। ਇਹਨਾਂ ਦੇ ਆਪ ਜਿਹੜੇ ਆਪਸ ਵਾਲੇ ਲੋਕ ਹੀ ਸੀ ਅੰਦਰੂਨੀ ਇਹਨਾਂ ਦੇ, ਉਹੋ ਹੀ ਇਸ ਮਾਮਲੇ ਦੇ ਉੱਤੇ ਫਸ ਗਏ। ਜਿਹੜੀ ਪਿੱਛੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਕੀਤੀ ਆ, ਉਹਦੇ ਵਿੱਚੋਂ ਵੀ ਕੀ ਨਿਕਲਿਆ ਜੀ? ਬਾਹਰ ਤਾਂ ਕੁਝ ਦੱਸਦੇ ਨਹੀਂ, ਇਹਨੂੰ ਲੰਮਾ ਪਾਤਾ ਗਿਆ ਜੀ ਗਾਂਹ ਮਹੀਨਿਆਂ ਦੇ ਵਾਸਤੇ। ਜਿਹੜੀ ਉਹ ਕੁੱਟ ਪੈ ਰਹੀ ਆ ਉਹ ਹੈਗੀ ਜੀ ਅੰਮ੍ਰਿਤਸਰ ਜਿਹੜਾ ਜੀ ਤਰਨਤਾਰਨ ਰੋਡ ਦੇ ਉੱਤੇ ਇੱਕ ਏਰੀਆ ਪੈਂਦਾ ਜੀ। ਉਹ ਬੰਦਾ ਜਿਹੜਾ ਜੀ ਚਿੱਟਾ ਵੇਚਣ ਵਾਲਾ ਸੀਗਾ। ਕੁਝ ਲੋਕਾਂ ਨੂੰ ਬਹੁਤ ਤਕਲੀਫ ਹੈ ਉਹਦੇ ਤੋਂ ਕਿ ਉਹ ਫੋਟੋ ਜਿਹੜੀ ਦੀ ਉਹ ਕਿਉਂ, ਵੀਡੀਓ ਕਿਹੜੀ ਕਿਉਂ ਪਾਈ ਗਈ ਆ। ਸਮਝਣ ਦੀ ਇੱਥੇ ਜ਼ਰੂਰਤ ਆ ਕਿ ਇਹੋ ਜਿਹਾ ਸਰੂਪ ਪਾ ਕੇ ਵੀ ਤੁਹਾਡੇ ਵਿੱਚ ਜਿਹੜੇ ਦੀ ਉਹ ਲੋਕ ਵਾਰ ਦਿੱਤੇ ਗਏ ਆ, ਜਿਹੜੇ ਕਿ ਦੇਖਣ ਨੂੰ ਤੁਹਾਡੇ ਵਰਗੇ ਲੱਗਦੇ ਆ, ਪਰ ਜਿਹੜਾ ਬੰਦਾ ਤੁਹਾਡੀ ਜਿਹੜੀ ਜਨਰੇਸ਼ਨ ਹੈ ਉਹਨੂੰ ਨਿਗਲਣ ਦੇ ਵਾਸਤੇ ਰੋਲ ਜਿਹੜਾ ਦੀ ਉਹ ਨਿਭਾ ਰਿਹਾ, ਜੇ ਤੁਸੀਂ ਉਹਦੇ ਵੀ ਪਿੱਠ ਦੇ ਉੱਤੇ ਖੜੇ ਹੋ ਤਾਂ ਫਿਰ ਤਾਂ ਰੱਬ ਹੀ ਰੱਖਾ ਜੀ। ਅੱਗੇ ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਤੇ ਸਤਿ ਸ਼੍ਰੀ ਅਕਾਲ ਜੀ। ਤੁਸੀਂ ਖਬਰ
ਹਾਂਜੀ ਤੁਸੀਂ ਖਬਰ ਸਾਂਝੀ ਕਰ ਹੀ ਦਿੱਤੀ ਆ ਜੱਗੀ ਵਾਲੀ, ਪਰ ਉਹ ਠੀਕ ਆ ਛੁੱਟ ਵੀ ਜਾਊਗਾ, ਪਰ ਇਸ ਕੇਸ 'ਚ ਜਾਂ ਇਹੋ ਜਿਹੇ ਕੇਸਾਂ 'ਚ ਜਿਹੜਾ ਸਮਾਂ ਜਾਂ ਉਹਦੇ ਜਿਹੜਾ ਸਹੁਰਾ ਪਰਿਵਾਰ ਤੇ ਇਸ ਪਰਿਵਾਰ ਨੂੰ ਝੱਲਣਾ ਪਿਆ, ਇਹ ਸਮਾਂ ਨਹੀਂ ਉਹਨਾਂ ਨੂੰ ਵਾਪਸ ਮਿਲਣਾ। ਤੇ ਸਵਾਲ ਮੇਰਾ ਇਹ ਸੀਗਾ ਜੀ ਕਿ ਜਿਹੜੀ ਚੁੱਪ ਆ, ਜਿਹੜੀ ਤੂਫਾਨ ਤੋਂ ਪਹਿਲਾਂ ਸ਼ਾਂਤੀ ਹੁੰਦੀ ਆ ਨਵਜੋਤ ਸਿੰਘ ਸਿੱਧੂ ਦੀ ਤੇ ਨਵਜੋਤ ਕੌਰ ਸਿੱਧੂ ਦੀ, ਉਹ ਕਿਹਾ ਜਾਵੇ ਜਾਂ ਕੁਛ ਇਹਦੇ ਪਿੱਛੇ ਹੋ ਰਿਹਾ, ਕਿਉਂਕਿ ਉਹ ਇੰਨਾ ਚਿਰ ਸ਼ਾਂਤ ਰਹਿਣ ਵਾਲੇ ਹੈ ਨਹੀਂ। ਦੂਸਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜੇ ਪ੍ਰੋਮਿਸ ਕੀਤੇ ਸੀ ਉਹ ਪੂਰੇ ਤਾਂ ਕੀ ਕਰਨੇ ਸੀ, ਪਰ ਡਰੱਗ ਦੇ ਉੱਤੇ ਘਿਰਦੇ ਨਜ਼ਰ ਆ ਰਹੇ ਆ ਹੁਣ, ਕਿਉਂਕਿ ਫਿਰ ਜਿਵੇਂ ਪਿਛਲੇ ਸਾਲ ਗਰਮੀਆਂ ਦੇ ਵਿੱਚ ਮੌਤਾਂ ਹੋਈਆਂ ਸੀ ਉਵੇਂ ਹੀ ਮੌਤਾਂ ਤਾਂ ਸਦਾ ਹੀ ਹੁੰਦੀਆਂ ਰਹੀਆਂ, ਪਰ ਇਸ ਵਾਰੀ ਫਿਰ ਗਰਮੀ ਜ਼ਿਆਦਾ ਹੋਣ ਕਰਕੇ ਮੈਨੂੰ ਲੱਗਦਾ ਗਰਮੀਆਂ 'ਚ ਨਸ਼ੇੜੀ ਜ਼ਿਆਦਾ ਮਰਦੇ ਆ। ਤੇ ਮੈਂ ਕਿਸੇ ਦੇ ਨਾਲ ਇੰਡੀਆ ਗੱਲ ਕਰ ਰਿਹਾ ਸੀ, ਉਹ ਆਪ ਮਕੈਨਿਕ ਬੜਾ ਵਧੀਆ ਟੌਪ ਦਾ ਸੀਗਾ ਤੇ ਉਹ ਇਸੀ ਕੰਮ ਦੇ ਵਿੱਚ ਉਹਨੇ ਬੜਾ ਕੁਛ ਉਜਾੜਿਆ ਤੇ ਸਰੀਰ ਦੇ 2-3 ਟੋਟੇ ਉਹਦੇ ਹੋਏ ਆ ਤੇ ਹੁਣ ਉਹ ਟਲਿਆ ਆ ਕਿ ਜਦ ਚੱਲਣ ਫਿਰਨ ਤੋਂ ਵੀ ਸਮਰੱਥ ਹੋ ਗਿਆ। ਤੇ ਉਹਨੇ ਮੈਨੂੰ ਦੱਸਿਆ ਹੀ, ਮੈਂ ਇਹਦੇ ਉੱਤੇ ਸਾਂਝੀ ਤਾਂ ਨਹੀਂ ਕਰੂੰਗਾ ਉਹ ਚੀਜ਼ ਕੀ ਕਿਹੜੀਆਂ ਚੀਜ਼ਾਂ ਨੇ, ਉਹ ਗੱਲ ਕਰ ਰਿਹਾ ਸੀ ਕਿਉਂਕਿ ਮੈਂ ਚਿੱਟਾ ਤਾਂ ਹੈ ਹੀ ਨਹੀਂ ਇਹ ਵੀ ਜੇ ਆਪਾਂ ਕਹੀਏ ਵੀ ਚਿੱਟਾ ਹੈ, ਇਹ ਤਾਂ ਇੱਕ ਸਿੰਥੈਟਿਕ ਜਿਵੇਂ ਡਰੱਗ ਆਪਾਂ ਅੱਗੇ ਕਹਿੰਦੇ ਸੀ ਉਹ ਵੀ ਚੀਜ਼ ਤੋਂ ਲੋ ਲੈਵਲ ਆ ਗਿਆ ਕਿ ਬਹੁਤ ਚੀਜ਼ਾਂ ਆਮ ਜਿਹੀਆਂ ਹੀ ਆ ਜਿਹੜੀਆਂ ਤੁਹਾਨੂੰ ਲਾਗਿਓ ਮਿਲ ਜਾਂਦੀਆਂ ਤੇ ਉਹਨਾਂ ਨੂੰ ਤੁਸੀਂ ਕਿਵੇਂ ਬਣਾਉਣਾ ਉਹ ਤੁਹਾਨੂੰ ਤਰੀਕਾ ਹੈਗਾ ਤੇ ਤੁਸੀਂ ਬਣਾ ਕੇ ਘਰ 'ਚ ਵੀ ਵੇਚੀ ਤੁਰੇ ਜਾਂਦੇ ਆ ਕਿ ਇੱਦਾਂ ਦੀ ਇਹ ਸਾਰੀ ਜਿਹੜਾ ਕੈਮੀਕਲ ਵਿਕਣ ਡਿਆ ਆ ਹੁਣ, ਜਿਹੜਾ ਦੂਸਰਾ ਚਿੱਟੇ ਵਾਲਾ ਜਾਂ ਅਸਲੀ ਉਹ ਜਿਹੜਾ ਪਹਿਲਾਂ ਸਮਾਨ ਵਿਕਦਾ ਸੀ ਉਹ ਤਾਂ ਹੈ ਹੀ ਨਹੀਂ। ਤੇ ਇਹਦੇ ਉੱਤੇ ਰੋਕਥਾਮ ਕਰਨੀ ਔਖੀ ਨਹੀਂ ਹੋ ਜੂਗੀ ਜੇ ਕੋਈ ਹੁੰਦੀ ਵੀ ਆ ਮੰਨ ਲਓ ਅਸਲੀ ਇਹ ਆਪਣੀ ਮਨੋਬਲ ਲਾ ਕੇ ਉਹ ਚੀਜ਼ ਨੂੰ ਰੋਕਣਾ ਵੀ ਚਾਹੁਣ ਤੇ ਮੁਸ਼ਕਿਲ ਨਹੀਂ ਹੋ ਜੂਗੀ ਕਿ ਇਹ ਤਾਂ ਘਰ ਬਣਾਉਣ ਨੂੰ ਉਹਦੇ ਕਾਰੀਗਰ ਬੈਠੇ ਆ। ਦੱਸਿਓ ਜੀ। ਦੇਖੋ ਜਿਹੜੀ ਇੱਥੇ ਰਾਜਾਂ ਦੀ ਮੀਟਿੰਗ ਹੋਈ ਸੀ, ਮੈਂ ਉਦੋਂ ਵੀ ਗੱਲ ਜਿਹੜੀ ਉੱਤੀ ਸੀਗੀ ਕਿ ਇੱਥੇ ਜਿਹੜੇ ਮੁੱਖ ਮੰਤਰੀ ਆਏ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਸਾਂਝੇ ਤੌਰ ਦੇ ਉੱਤੇ ਜਿਹੜਾ ਨਸ਼ਿਆਂ ਦਾ ਵਪਾਰ ਹੈ ਉਹਨੂੰ ਥੱਲਣ ਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਪਰ ਉਸ ਮੀਟਿੰਗ ਦੇ ਵਿੱਚ ਕਿਤੇ ਵੀ ਜਿਹੜਾ ਇਹ ਸਿੰਥੈਟਿਕ ਡਰੱਗ ਹੈ ਇਹਦਾ ਮਾਮਲਾ ਤਾਂ ਉੱਠਿਆ ਹੀ ਨਹੀਂ। ਸਿੰਥੈਟਿਕ ਡਰੱਗ ਪਾਕਿਸਤਾਨ ਤੋਂ ਨਹੀਂ ਆਉਂਦੀ, ਸਿੰਥੈਟਿਕ ਡਰੱਗ ਅਫਗਾਨਿਸਤਾਨ ਤੋਂ ਨਹੀਂ ਆਉਂਦੀ, ਨਾ ਇਹਦੇ ਵਿੱਚ ਇੰਟਰਨੈਸ਼ਨਲ ਸਰਹੱਦ ਜਿਹੜੀ ਜੀ ਉਹ ਸ਼ਾਮਲ ਹੈ, ਉੱਥੋਂ ਚਿੱਟਾ ਆਉਂਦਾ ਜਾਂ ਉੱਥੋਂ ਸਮੈਕ ਜਿਹੜੀ ਹੈ ਜੀ ਉਹ ਆਉਂਦੀ ਆ। ਇਹ ਜਿਹੜੇ ਕੈਮੀਕਲ ਨਸ਼ੇ ਨੇ ਬਿਲਕੁਲ ਮਾਰ ਇਹੀ ਰਹੇ ਨੇ, ਮਾਰ ਤਾਂ ਡਰੱਗ ਵੀ ਰਹੀ ਹੈ ਜੀ। ਡਰੱਗ ਇਹ ਨਹੀਂ ਹੈਗਾ ਵੀ ਜਿਵੇਂ ਕੁਛ ਲੋਕ ਕਹਿ ਦਿੰਦੇ ਆ ਕਿ ਫੀਮ ਠੀਕ ਆ ਜੀ, ਭੁੱਕੀ ਠੀਕ ਆ, ਉਹ ਨਸ਼ੇ ਮਾਰਦੇ ਨਹੀਂ। ਨਸ਼ੇ ਦੀ ਤੋੜ ਨਿਸ਼ਾਨੀ ਕਿਸੇ ਵੀ ਹਾਲਤ ਦੇ ਵਿੱਚ ਹੋ ਸਕਦਾ, ਕਦੀ ਵੀ ਨਹੀਂ ਹੋ ਸਕਦਾ ਜੀ। ਇੱਥੇ ਹੁਣ ਮੁਸ਼ਕਿਲ ਇਹ ਆ ਕਿ ਬਣਾ ਕੌਣ ਰਹੇ ਆ। ਤੁਸੀਂ ਆ ਪਿੰਡਾਂ ਦੀਆਂ ਵੀਡੀਓਜ਼ ਦੇਖ ਰਹੇ ਹੋ ਨਾ ਕਿ ਕੌਣ ਜਿਹੜੇ ਜੀ ਫੜੇ ਜਾ ਰਹੇ ਆ। ਅਸੀਂ ਇੱਕ ਗੱਲ ਕਿਉਂ ਭੁੱਲਦੇ ਹਾਂ ਜੀ ਕਿ ਸਰਕਾਰਾਂ, ਪ੍ਰਸ਼ਾਸਨ, ਗੁਆਂਢੀ ਮੁਲਕ, ਸਾਜ਼ਿਸ਼ਾਂ, ਏਜੰਸੀਆਂ ਸਾਰਾ ਕੁਝ ਸਾਈਡ ਤੇ ਕਰ ਦਿਓ। ਵੇਚਣ ਵਾਲੇ ਕੌਣ ਹੈ? 532 ਕਿਲੋ ਆਈ, ਗੁਰਪਿੰਦਰ ਕੌਣ ਸੀ? ਰਣਜੀਤ ਸਿੰਘ ਰਾਣਾ ਫੜਿਆ ਗਿਆ ਚੀਤਾ, ਇਹ ਕੌਣ ਹੈ? ਉਹਦਾ ਭਰਾ ਫੜਿਆ ਗਿਆ ਬਲਵਿੰਦਰ ਸਿੰਘ, ਇਹ ਕੌਣ ਹੈ? ਇਹ ਲੋਕ ਕੌਣ ਨੇ? ਇਹ ਸਾਡੇ ਨੇ ਨਾ, ਸਾਡੇ ਵਰਗੇ ਨਾਮ ਨੇ। ਜਦੋਂ ਲੋਕਾਂ ਨੇ ਜ਼ਮੀਰਾਂ ਹੀ ਝੋਲੀ ਦੇ ਵਿੱਚ ਪਾ ਲਈਆਂ, ਆਪਣੇ ਝੋਲੀ 'ਚ ਪਾ ਕੇ ਵੇਚ ਲਈਆਂ, ਜ਼ਮੀਰਾਂ ਦਾ ਮੁੱਲ ਹੀ ਜਿਹੜਾ ਜੀ ਉਹ ਕੋਈ ਨਹੀਂ ਰਿਹਾ, ਸਿਰਫ ਔਰ ਸਿਰਫ ਜਿਹੜਾ ਜੀ ਉਹ ਪੈਸਾ ਸਾਹਮਣੇ ਰੱਖ ਲਿਆ। ਉਸ ਭਾਈਚਾਰੇ ਦਾ, ਉਸ ਖਿੱਤੇ ਦਾ ਉੱਜੜਨਾ ਤੈਅ ਆ ਜਿਨ੍ਹਾਂ ਨੇ ਸਿਰਫ ਔਰ ਸਿਰਫ ਆਪਣੇ ਘਰ ਜਿਹੜੇ ਦੀ ਉਹ ਸੋਚੇ। ਸਮਾਧ ਭਾਈ ਵਾਲੀ ਜਿਹੜੀ ਦੀ ਉੱਥੇ ਜੋ ਕੁਛ ਹੋਇਆ, ਕੌਣ ਆ? ਉਹ ਪਿੰਡ ਦਾ ਰਹਿਣ ਵਾਲਾ। ਗਿੱਦੜਬਾਹੇ ਦੇ ਵਿੱਚ ਲੋਕ ਇਕੱਠੇ ਹੋਏ ਸੀ, ਉਹ ਕੌਣ ਆ? ਉਹਨਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਆ। ਵੇਚਦੇ ਕੌਣ ਆ ਜੀ? ਫਿਰੋਜ਼ਪੁਰ ਦੇ ਵਿੱਚ ਜਿਨ੍ਹਾਂ ਨੇ ਇੱਕ ਕੀਤੀ ਵਿਰੋਧਤਾ ਕੀਤੀ ਤੇ ਉਹਨਾਂ ਦੇ ਘਰ ਤੇ ਗੋਲੀਆਂ ਚਲਾਉਣ ਵਾਲੇ ਕੌਣ ਨੇ? ਉਹ ਸਰਹੱਦ ਪਾਰੋਂ ਆਏ ਨੇ, ਉਹ ਏਜੰਸੀਆਂ ਦੇ ਬੰਦੇ ਨੇ, ਕੌਣ ਨੇ? ਗੁਆਂਢੀ ਨੇ ਉਹਨਾਂ ਦੇ, ਸਾਡੇ ਨਾਵਾਂ ਵਾਲੇ ਨੇ ਜੀ। ਤੋ ਇਸ ਕਰਕੇ ਇੱਥੇ ਇਹਦਾ ਤਾਂ ਰੱਬ ਵੀ ਰਾਖਾ ਨਹੀਂ ਜਿਹੜਾ ਦੀ ਉਹ ਕਹਿ ਸਕਦੇ। ਰੱਬ ਵੀ ਇੱਥੇ ਜਿਹੜਾ ਦੀ ਉਹ ਕੀ ਕਰੂਗਾ ਆ ਕੇ? ਜੋ ਹਾਲਾਤ ਜਿਹੜੇ ਦੀ ਇਹਨਾਂ ਲੋਕਾਂ ਨੇ ਬਣਾ ਦਿੱਤੇ ਸਿਰਫ ਆਪਣੇ ਪੈਸੇ ਦੀ ਖਾਤਰ। ਤੇ ਸਾਡੇ ਕੋਲ ਕਿੰਨੇ ਪੈਸੇ ਜਿਹੜੇ ਦੀ ਆਉਂਦੇ ਆ, ਸਾਡੀ ਜ਼ਮੀਨ ਕਿੰਨੀ ਬਣਦੀ ਆ, ਸਾਡਾ ਘਰ ਜਿਹੜਾ ਦੀ ਉਹ ਕਿੱਡਾ ਵੱਡਾ ਬਣਦਾ। ਅਜਿਹੇ ਮਹਾਨ ਸ਼ਖਸੀਅਤਾਂ ਦੇ ਅਜਿਹੇ ਪਤਵੰਤੇ ਸੱਜਣ ਤੁਹਾਡੇ ਮੁਲਕਾਂ ਦੇ ਵਿੱਚ ਵੀ ਬੈਠੇ ਆ। ਕੈਨੇਡਾ ਦੇ ਵਿੱਚ ਜਿਹੜਾ ਦੀ ਉਹ ਡਰੱਗ ਦੀ ਸਮਗਲਿੰਗ ਦੇ ਨਾਲ ਵੱਡੇ ਹੋਣ ਵਾਲੇ ਲੋਕ ਕੌਣ ਹੈ? ਇੱਕ ਦੂਜੇ ਨੂੰ ਗੋਲੀਆਂ ਮਾਰਨ ਵਾਲੇ ਕੌਣ ਹੈ? ਮਰਨ ਵਾਲੇ ਕੌਣ ਹੈ? ਕਦੇ ਇਹਦੇ ਉੱਤੇ ਗੌਰ ਜਿਹੜੀ ਦੀ ਉਹ ਕਰ ਲਿਓ। ਬਹੁਤੀਆਂ ਗੱਲਾਂ ਤੁਹਾਡੇ ਸਾਹਮਣੇ ਜਿਹੜੀਆਂ ਦੀ ਆ ਜਾਣਗੀਆਂ। ਤੁਹਾਡੀ ਗੱਲ ਠੀਕ ਹੈ ਕਿ ਇਹ ਜਿਹੜਾ ਨਸ਼ੀਲੇ ਪਦਾਰਥ ਜਿਹੜਾ ਸਿੰਥੈਟਿਕ ਡਰੱਗ ਹੈ ਇਹ ਤਾਂ ਘਰ ਘਰ ਜਿਹੜੀ ਦੀ ਉਹ ਬਣ ਰਹੀ ਹੈ, ਕਿਉਂਕਿ ਹਰ ਬੰਦਾ ਇਹ ਸੋਚਦਾ ਮੇਰੇ ਕੋਲੇ ਇੰਨਾ ਪੈਸਾ ਜਿਹੜਾ ਦੀ ਉਹ ਚਾਹੀਦਾ। ਕਿਸੇ ਦਾ ਪੁੱਤ ਮਰਦਾ ਤੇ ਮਰ ਜੇ, ਜਿਹੜੀਆਂ ਕਦਰਾਂ ਕੀਮਤਾਂ ਦੀਆਂ ਗੱਲਾਂ
ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸੀਆਂ ਸੀ, ਜਿਹੜੀਆਂ ਅਸੀਂ ਪੜ੍ਹ ਕੇ ਇੱਥੋਂ ਤੱਕ ਜਿਹੜੇ ਆਏ ਆ, ਜਾਂ ਪਿਛਲੀਆਂ ਸਾਡੀਆਂ ਜਨਰੇਸ਼ਨ ਜਿਹੜੀਆਂ ਉਹ ਆਉਂਦੀਆਂ ਰਹੀਆਂ, ਉਹ ਤਾਂ ਕਿਤੇ ਖੰਭ ਲਾ ਕੇ ਉੱਡ ਪੁੱਡ ਜਿਹੜੀਆਂ ਦੀ ਉਹ ਗਈਆਂ। ਅਸੀਂ ਖੁਦ ਜਿਹੜੇ ਦੀ ਕਮੀਨੇ ਹੋ ਗਏ। ਮੈਂ ਇਹ ਮੁਆਫੀ ਚਾਹੁੰਦਾ ਇਹੋ ਜਿਹਾ ਜਿਹੜਾ ਦੀ ਉਹ ਲਫ਼ਜ਼ ਵਰਤਣ ਦੇ ਵਾਸਤੇ, ਪਰ ਸਭ ਤੋਂ ਵੱਡੀ ਰਿਐਲਿਟੀ ਇਹੀ ਹੈ ਜੀ, ਕਿਸੇ ਨੂੰ ਦੋਸ਼ ਦੇਣ ਦੀ ਜਗ੍ਹਾ ਦੇ ਉੱਤੇ ਅਸੀਂ ਆਪਣੇ ਆਪ ਦੇ ਉੱਤੇ ਕਦੀ ਜਿਹੜਾ ਦੀ ਉਹ ਘੋਖਿਆ ਹੀ ਨਾ ਕਿ ਅਸੀਂ ਕੀ ਕਰ ਰਹੇ ਹਾਂ। ਸੁਸਾਇਟੀ ਨੂੰ ਗਰਕ ਕਰਨ ਦੇ ਵਿੱਚ ਸਾਡਾ ਕਿਤੇ ਯੋਗਦਾਨ ਤਾਂ ਨਹੀਂ, ਇਹ ਸਾਡੇ ਹੀ ਲੋਕ ਨੇ ਜੀ, ਸਾਡੇ ਹੀ ਰਿਸ਼ਤੇਦਾਰ ਨੇ ਨਾ। ਇੱਕ ਗੱਲ ਸਿਆਣਿਆਂ ਦੀ ਆਉਂਦੀ ਆ ਵੀ ਕਿਤੇ ਬਹਿ ਜਾਓ ਤੇ 10-12 ਮਿੰਟ ਦੇ ਵਿੱਚ ਅੰਗਲੀ ਸੰਗਲੀ ਨਿਕਲ ਆਉਂਦੀ ਆ। ਜਿਹੜੇ ਇੱਥੇ ਅਮੀਰ ਹੋਏ ਲੋਕ ਆ, ਕਿਤੇ ਉਹਨਾਂ ਦੀਆਂ ਰਿਸ਼ਤੇਦਾਰਾਂ ਨੂੰ ਕਿਤੇ ਪਤਾ ਨਹੀਂਗਾ ਬਾਹਰ ਕਿ ਉਹ ਕਿਵੇਂ ਅਮੀਰ ਹੋਏ ਆ ਜੀ। ਜਦੋਂ ਆਪਣੇ ਰਿਸ਼ਤੇਦਾਰ ਦੀ ਗੱਲ ਆਉਂਦੀ ਹਰੇਕ ਕੋਈ ਲੁਕੋ ਲੈਂਦਾ ਵੀ ਨਹੀਂ ਇਹ ਨਹੀਂ ਹੋ ਸਕਦਾ ਜੀ। ਪਰਮਿੰਦਰ ਸਿੰਘ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਹੈਗਾ ਉੱਤਰਾਖੰਡ ਦੇ ਕਹਿੰਦੇ 132 ਪਿੰਡਾਂ ਵਿੱਚ ਤੇ ਕਹਿੰਦੇ ਕੋਈ ਆਪਣੇ ਬੇਟੀ ਪੈਦਾ ਨਹੀਂ ਹੋਈ, ਆਪਣੇ ਮਤਲਬ ਬੇਟੇ ਹੀ ਹੋਏ ਆ, ਤੇ ਕਹਿੰਦੇ ਹੁਣ ਗੌਰਮੈਂਟ ਨੇ ਕਿਤੇ ਉੱਥੇ ਨੇ ਕਿਹਾ ਵੀ ਉਹਨਾਂ ਦੀ ਇਨਕੁਆਇਰੀ ਕਰਨੀ ਆ ਕਿੱਦਾਂ, ਤੇ ਕੀ ਉਹਨਾਂ ਨੂੰ ਕਿਤੇ ਕੋਈ ਸੁਰਾਖ ਮਿਲਿਆ ਇਹਦੇ ਬਾਰੇ ਵੀ ਕੋਈ ਇੱਦਾਂ ਦੇ ਕੋਈ ਅਬੋਰਸ਼ਨ ਵਗੈਰਾ ਹੋਏ ਆ ਜਾਂ ਕੋਈ ਇੱਦਾਂ ਦਾ ਕੋਈ ਗੱਲਬਾਤ ਹੋਈ ਜਿਹੜਾ ਉਹਨਾਂ ਕਿਹਾ? ਤੇ ਦੂਜਾ ਮੇਰਾ ਹੋਰ ਸਵਾਲ ਹੈ ਨਾਲ ਜਿਹੜਾ ਆਪਣੇ ਐਕਸੀਡੈਂਟ ਹੋਇਆ ਆਪਣੇ ਕਾਰ ਦਾ, ਤਾਂ ਆਪਣੇ ਜਿਹੜੀ ਲੇਡੀ ਆਪਣੇ ਜਿਹੜੇ BJP ਵਾਲੇ ਨੇ ਹੋਇਆ ਆਪਣੇ ਰੇਪ ਦਾ ਚੱਕਰ 'ਚ, ਤਾਂ ਜੇ ਮੰਨ ਲਓ ਹੁਣ ਉਹ ਨਾਜ਼ੁਕ ਹਾਲਤ ਦੇ ਵਿੱਚ ਆ, ਉਹਨਾਂ ਵਕੀਲ ਵੀ ਤਾਂ ਆਪਣੇ ਉਹ ਆਪਣੇ ਔਰਤ ਵੀ, ਤੇ ਜੇ ਬਾਈ ਚਾਂਸ ਆਪਣੇ ਉਹਨਾਂ ਨੂੰ ਕੁਛ ਹੋ ਜਾਂਦਾ ਤਾਂ ਕੀ ਫਿਰ ਕੇਸ ਆਪਣੇ ਕੋਈ ਗਵਾਹ ਨਹੀਂ ਕੋਈ ਕੁਛ ਨਹੀਂ, ਤਾਂ ਇਹਦਾ ਫਿਰ ਕੀ ਬਣੂਗਾ? ਇਹਦੇ ਬਾਰੇ ਦੱਸਿਓ ਪੰਨੂ ਸਾਹਿਬ। ਭੈਣ ਜੀ ਕੱਟਿਓ ਨਾ ਫੋਨ। ਥੈਂਕ ਯੂ ਜੀ। ਦੇਖੋ ਜਿਹੜੀ ਉੱਤਰਾਖੰਡ ਵਾਲੀ ਤੁਸੀਂ ਕਹਿ ਰਹੇ ਹੋ ਰਿਪੋਰਟ ਜ਼ਰੂਰ ਆਈ ਸੀ, ਉਹਦੀ ਫਰਦਰ ਤਾਂ ਅੱਗੇ ਜਿਹੜਾ ਦੀ ਨਹੀਂ ਕੋਈ ਅਪਡੇਟ ਆਈ। ਇਹ ਪੰਜਾਬ ਦੇ ਵੀ ਹਾਲਾਤ ਇੱਕ ਵਾਰੀ ਬਣ ਗਏ ਸੀਗੇ। ਈਵਨ ਜਿਹੜਾ ਸ਼ਹੀਦਾਂ ਦੀ ਧਰਤੀ ਆ ਸ੍ਰੀ ਫਤਿਹਗੜ੍ਹ ਸਾਹਿਬ, ਉੱਥੋਂ ਦੇ ਹਾਲਾਤ ਵੀ ਇਹੋ ਜਿਹੇ ਬਣ ਗਏ ਸੀ। ਲੋਕ ਕੁਝ ਸੁਚੇਤ ਹੋਏ। ਉੱਥੇ ਕੁੜੀਆਂ ਮੁੰਡਿਆਂ ਦੀ ਜਿਹੜੀ ਰੇਸ਼ੋ ਸੀਗੀ ਜੀ ਉਹ ਫਿਰ ਵਧਣੀ ਸ਼ੁਰੂ ਹੋਈ। ਅੱਜ ਠੀਕ ਨੇ, ਫਿਰ ਵੀ ਜਿਹੜੇ ਦੀ ਉਹ ਹਾਲਾਤ ਇਹ ਹੈ ਜੀ। ਪੁੱਤ ਪ੍ਰਸਤੀ ਜਿਹੜੀ ਆ ਉਹਨੇ ਪੰਜਾਬੀਆਂ ਨੂੰ ਹੀ ਜਿਹੜਾ ਗਰਕ ਨਹੀਂ ਕੀਤਾ, ਉਹਨੇ ਬਾਕੀਆਂ ਦੇ ਵਿੱਚ ਵੀ ਜਿਹੜਾ ਦੀ ਇਹ ਰੁਝਾਨ ਤਾਂ ਹੈਗਾ। ਜਦੋਂ ਤੱਕ ਤੁਸੀਂ ਗੱਲ ਕੀਤੀ ਆ ਉਹ ਨਾਵ ਕੇਸ ਵਾਲੀ, ਦੇਖੋ ਜਦੋਂ ਅਹਿਮ ਗਵਾਹ ਜਿਹੜੇ ਉਹ ਮੁਕਾ ਲਏ ਗਏ, ਉਹ ਖੜਨੇ ਹੀ ਨਹੀਂ, ਉਹ ਨਹੀਂ ਖੜਨੇ ਜੀ, ਕਿਸੇ ਵੀ ਹਾਲਤ ਦੇ ਵਿੱਚ ਨਹੀਂ ਖੜਨੇ। MLA ਆ ਅਗਲਾ ਜੀ, ਉਹਨਾਂ ਦੀ ਸਰਕਾਰ ਹੈ, ਕੁਛ ਵੀ ਉਹ ਜਿਹੜਾ ਦੀ ਉਹ ਕਰਵਾ ਲੂਗਾ। ਜੇ ਹੁਣ ਉਹਨੂੰ ਕੁਛ ਨਹੀਂ ਵੀ ਹੁੰਦਾ, ਉਹ ਜਿਉਂਦੀ ਵੀ ਰਹਿ ਜਾਂਦੀ ਹੈ, ਤਾਂ ਉਹ ਅਦਾਲਤ ਦੇ ਵਿੱਚ ਅੜੀ ਰਹੂਗੀ, ਖੜੀ ਰਹੂਗੀ। ਜਿਹਨੇ ਇੰਨੀਆਂ ਡੈਥ ਹੁੰਦੀਆਂ ਜਿਹੜੀਆਂ ਦੀ ਉਹ ਆਪਣੇ ਸਾਹਮਣੇ ਦੇਖ ਲਈਆਂ, ਇਹ ਵੀ ਤਾਂ ਵੱਡਾ ਜਿਹੜਾ ਦੀ ਉਹ ਸਵਾਲ ਆ। ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੇ ਮੂਹਰੇ ਅੜਨਾ ਜਾਂ ਐਡੇ ਵੱਡੇ ਨੇਤਾ ਦੇ ਮੂਹਰੇ ਜਿਹੜਾ ਦੀ ਉਹ ਅੜਨਾ ਬਹੁਤ ਔਖਾ ਹੁੰਦਾ ਜੀ, ਇੱਕ ਆਮ ਜੇ ਬੰਦੇ ਦਾ, ਸਧਾਰਨ ਪਰਿਵਾਰ ਦੀ ਕਿਸੇ ਔਰਤ ਦਾ ਜੀ। ਬਲਵਿੰਦਰ ਸਿੰਘ ਜੀ ਔਰਗਨ। ਹੈਲੋ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਇੱਕ ਪਹਿਲਾ ਕੁਐਸਚਨ ਤੇ ਇੰਨਾ ਕੀ ਆ ਕਿ ਅਕਾਲੀਆਂ ਦੇ ਰਾਜ 'ਚ ਕਿੰਨੀ ਵਾਰੀ ਗਿਣਤੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਦੋਂ ਬਾਅਦ ਕਾਂਗਰਸ ਦੇ ਰਾਜ 'ਚ ਕਿੰਨੀ ਵਾਰੀ ਬੇਅਦਬੀ ਹੋਈ? ਨੰਬਰ ਪਹਿਲਾ ਕੁਐਸਚਨ। ਨੰਬਰ ਸੈਕੰਡ, ਜਿਹਦੇ ਰਾਜ 'ਚ ਬੇਅਦਬੀ ਹੋਈ ਕੀ ਉਹ ਸਰਕਾਰ ਨੂੰ ਦੋਸ਼ੀ ਮੰਨੀਏ ਤਾਂ ਫਿਰ ਪਹਿਲੀ ਸਰਕਾਰ ਵੀ ਦੋਸ਼ੀ ਤੇ ਇਹ ਵੀ ਦੋਸ਼ੀ? ਨੰਬਰ 3, ਵੀ ਜੇ ਪੁਲਿਸ ਨੇ ਸਾਰੀ ਰਿਪੋਰਟ ਦੇਤੀ ਵੀ ਫਲਾਣੇ ਬੰਦੇ ਸੌਦਾ ਸਾਹਿਬ ਦੇ ਦੋਸ਼ੀ ਆ, ਤੇ ਹੱਥ ਧਰ ਕੇ ਕਿਉਂ ਬੈਠੇ ਆ, ਅੰਦਰ ਕਿਉਂ ਨਹੀਂ ਚੁੱਕੇ ਕਰਦੇ ਸਾਰਿਆਂ ਨੂੰ? ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਸਾਰੇ ਜਾਣੇ। ਪਲੀਜ਼ ਦੱਸੋ ਇਹਦੇ ਬਾਰੇ ਜਰਾ। ਥੈਂਕ ਯੂ। ਦੇਖੋ ਬੇਅਦਬੀ ਦੀਆਂ ਘਟਨਾਵਾਂ ਤਾਂ ਅੱਜ ਵੀ ਟਾਵੀਆਂ ਵਾਪਰਦੀਆਂ ਨੇ ਜੀ, ਪਰ ਏਦਾਂ ਹੈ ਕਿ ਜਿਹੜੀ 15 ਦੇ ਵਿੱਚ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿਹੜੀਆਂ ਕਿ ਸਿਲਸਿਲੇਵਾਰ ਵਾਪਰੀਆਂ ਸੀਗੀਆਂ ਜੀ, ਇੱਕੋ ਜਿਹੇ ਤਰੀਕੇ ਦੇ ਨਾਲ, ਕੁਛ ਜਿਹੜੀਆਂ ਦੀ ਉਹਦੇ ਨਾਲ ਦੇ ਵਿੱਚ ਅਜਿਹਾ ਪੰਜਾਬ ਦੇ ਵਿੱਚ ਪਹਿਲਾਂ ਕਦੇ ਨਹੀਂ ਜਿਹੜਾ ਦੀ ਹੋਇਆ। ਇਸ ਕਰਕੇ ਜਿਹੜੀਆਂ ਅੱਜ ਵਾਪਰਦੀਆਂ, ਜਿਹੜੀਆਂ ਕਿਤੇ ਗੁਟਕੇ ਦੀ ਬੇਅਦਬੀ ਹੋ ਗਈ, ਕਿਤੇ ਕੁਛ ਹੋ ਗਈ, ਉਹਦੇ ਨਾਲ ਆਪਾਂ ਉਹਨਾਂ ਨੂੰ ਜੋੜ ਕੇ ਨਹੀਂ ਦੇਖ ਸਕਦੇ, ਉਹਨਾਂ ਘਟਨਾਵਾਂ ਨੂੰ ਜਿਹੜੀਆਂ 15 ਦੇ ਵਿੱਚ ਵਾਪਰੀਆਂ ਸਨ, ਜਦੋਂ ਇਹਦੀ ਮੁਆਫੀ ਜਿਹੜੀ ਹੈ ਜੀ ਉਹ ਵਾਪਸ ਲਈ ਗਈ ਹੈ ਸਰਤੇ ਵਾਲੇ ਦੀ। ਦੂਜੀ ਤੁਸੀਂ ਗੱਲ ਜਿਹੜੀ ਕੀਤੀ ਆ ਕਿ ਕਿਉਂ ਨਹੀਂ ਜਿਹੜਾ ਦੀ ਫੜ ਕੇ ਅੰਦਰ ਕਰਦੇ, ਜਿਹੜਾ ਇੱਕ ਮੌੜ ਦੇ ਵਿੱਚ ਬੰਬ ਧਮਾਕਾ ਹੋਇਆ ਸੀਗਾ, SIT ਨੇ ਉਹਦੀ ਜਾਂਚ ਜਿਹੜੀ ਕਾਫੀ ਹੱਦ ਤੱਕ ਕੀਤੀ, ਤੇ ਜਾਂਚ ਦੀਆਂ ਪੈੜਾਂ ਜਾ ਕੇ ਵੜਦੀਆਂ ਨੇ ਜੀ ਡੇਰੇ ਦੇ ਅੰਦਰ। ਇਸੇ ਤਰੀਕੇ ਦੇ ਨਾਲ ਮਹਿੰਦਰਪਾਲ ਬਿੱਟੂ ਵਾਲੇ ਮਾਮਲੇ ਦੇ ਵਿੱਚ ਜਾਂਚ ਦੀਆਂ ਪੈੜਾਂ ਜਾ ਕੇ ਵੜਦੀਆਂ ਨੇ ਜੀ ਉਸ ਡੇਰੇ ਦੇ ਅੰਦਰ। ਹੁਣ ਉਸ ਡੇਰੇ ਨੂੰ ਬਚਾਉਣ ਦੇ ਵਾਸਤੇ ਜਿਹੜੀਆਂ ਦੀ ਉਹ ਸਿਆਸੀ ਪਾਰਟੀਆਂ ਹਮੇਸ਼ਾ ਸਰਗਰਮ ਰਹੀਆਂ ਨੇ, ਕਿਉਂਕਿ ਅੱਜ ਵੀ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਜਿਹੜੇ ਪ੍ਰੇਮੀ ਆ ਜੋ ਇਕਜੁੱਟ ਹੋ ਕੇ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਭੁਗਤ ਜਾਣ ਤੇ ਉਹ ਦੂਜੀ ਪਾਰਟੀ ਨੂੰ ਚੁੱਕ ਸਕਦੇ ਆ, ਜਿਹਦੇ ਹੱਕ ਦੇ ਵਿੱਚ ਭੁਗਤ ਜਾਣਗੇ ਉਹਨੂੰ ਉਹ ਜਿਤਾ ਸਕਦੇ ਆ। ਹਾਲਾਂਕਿ ਇਹ ਇੱਕ ਬਹੁਤ ਵੱਡਾ ਵਹਿਮ ਹੈ ਜਿਹੜਾ ਸਿਆਸੀ ਪਾਰਟੀਆਂ 'ਚ ਪਿਆ ਹੋਇਆ। ਇਹ ਪਾਇਆ ਇੰਨਾ ਜ਼ਿਆਦਾ ਜਿਹੜਾ ਦੀ ਗਿਆ ਕਿ ਸਿਆਸੀ ਪਾਰਟੀਆਂ ਵਾਲੇ ਜਿਹੜੇ ਦੀ ਉਹ ਕੰਬਦੇ ਆ ਇਹਨਾਂ ਤੋਂ।
ਕਿ ਇਸ ਤਰ੍ਹਾਂ ਵੀ ਕੁਝ ਜਿਹੜਾ ਜੀ ਉਹ ਹੋ ਸਕਦਾ। ਇਸ ਕਰਕੇ ਇਹ ਜਾਂਚ ਕਿਸੇ ਤਣ ਜਿਹੜੀ ਹੈ ਜੀ ਉਹ ਨਹੀਂ ਲੱਗਦੀ। ਤੇ ਜਦੋਂ ਜਾਂਚ ਕੀਤੀ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਕੁਝ ਘੁੰਡੀਆਂ ਜਿਹੜੀਆਂ ਉਹ ਰੱਖ ਲਈਆਂ ਜਾਂਦੀਆਂ ਨੇ ਨਾ, ਜਿਹਦੇ ਨਾਲ ਜਿਵੇਂ ਜਿਹੜੀ SIT ਹੁਣ ਵੀ ਬਣੀ ਆ, ਉਹ ਹੌਲੀ ਹੌਲੀ ਪੁਲਿਸ ਵਾਲੇ ਕਿਵੇਂ ਸਾਰੇ ਜਿਹੜੇ ਸੀ ਉਹ ਜ਼ਮਾਨਤਾਂ ਲੈ ਗਏ। ਇਹ ਤਾਂ ਮਹਿੰਦਰਪਾਲ ਬਿੱਟੂ ਹੋਰੀ ਕੁਝ ਹੋਰ ਮਾਮਲਿਆਂ ਦੇ ਵਿੱਚ ਉਹਨਾਂ ਦੇ ਉੱਤੇ ਦਰਜ ਸੀ, ਜਿਹਦੇ ਕਰਕੇ ਜੇਲ੍ਹ ਸੀ। ਨਹੀਂ ਤਾਂ ਇਹਨਾਂ ਦੀਆਂ ਜ਼ਮਾਨਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਤਾਂ ਹੋ ਚੁੱਕੀਆਂ ਹੋਈਆਂ ਸੀਗੀਆਂ ਜੀ। ਇਸ ਕਰਕੇ ਉਹ ਰਿਪੋਰਟਾਂ ਜਿਹੜੀਆਂ ਜੀ ਕਮਜ਼ੋਰ ਬਣਾਈਆਂ ਜਾਂਦੀਆਂ ਨੇ। ਤੇ ਜਦੋਂ ਉਹ ਜਾਂਚ ਦੀ ਜਿਹੜੀ ਪਹਿਲ ਆ ਉੱਥੇ ਪਹੁੰਚਦੀ ਆ, ਉੱਥੇ ਕਿਸੇ ਦੀ ਅੱਜ ਵੀ ਹਿੰਮਤ ਨਹੀਂ ਗੀ ਕਿ ਅੰਦਰ ਜਾ ਕੇ ਤਲਾਸ਼ੀ ਲੈ ਸਕੇ। ਜਿਹੜੇ ਲੋਕ ਭਗੌੜੇ ਨੇ ਪੰਚਕੂਲਾ ਵਾਲੇ ਮਾਮਲੇ ਦੇ ਵਿੱਚ, ਜਾਂ ਜਿਹੜੇ CBI ਦੇ ਮੂਹਰੇ ਪੇਸ਼ ਨਹੀਂ ਹੋਏ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੂਹਰੇ ਪੇਸ਼ ਨਹੀਂ ਹੋਏ, ਜਿਹੜੀ ਵਿਪਾਸਨਾ ਸੀਗੀ ਜਾਂ ਇੱਕ ਜਿਹੜਾ ਡਾਕਟਰ ਸੀਗਾ, ਉਹ ਕਿੱਥੇ ਨੇ? ਉਹ ਇੱਥੇ ਹੀ ਨੇ, ਉਸੇ ਹੀ ਚਾਰ ਦੀਵਾਰੀ ਦੇ ਅੰਦਰ ਨੇ, ਪਰ ਕਿਸੇ ਦੀ ਹਿੰਮਤ ਨਹੀਂ ਹੈ ਜੀ ਉਹਨਾਂ ਨੂੰ ਜਾ ਕੇ ਫੜ ਸਕੇ। ਵਰਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਹੈ, ਜਿਹੜਾ ਇੱਕ ਮੁੰਡਾ ਇੰਗਲੈਂਡ ਤੋਂ ਆਇਆ ਸੀ ਨਾ, ਤੇ ਉਹਨੂੰ ਕੈਪਟਨ ਨੇ ਅੰਦਰ ਦੇ ਦਿੱਤਾ ਸੀ, ਵਿਆਹ ਕਰਾਉਣ ਆਇਆ ਸੀ, ਤੇ ਉਹ ਕਹਿੰਦੇ ਸੁਪਰੀਮ ਕੋਰਟ ਨੇ ਉਹਨੂੰ ਮਤਲਬ ਬਲੀ ਕਰਤਾ ਹੈ। ਤੇ ਕੀ ਉਹ ਮਤਲਬ ਗਲਤ ਮਤਲਬ ਨਿਕਲਿਆ ਫਿਰ? ਕੈਪਟਨ ਉਹਨੂੰ ਐਵੇਂ ਫੜਿਆ ਹੋਇਆ ਸੀ? ਕੱਟਣਾ ਨਾ ਫੋਨ, ਮੈਨੂੰ ਸੁਣਾ ਦੇਣਾ। ਥੈਂਕ ਯੂ। ਕੈਪਟਨ ਨੇ ਨਹੀਂ ਫੜਿਆ, ਪੰਜਾਬ ਪੁਲਿਸ ਨੇ ਫੜਿਆ ਸੀ। ਕੈਪਟਨ ਸਾਹਿਬ ਮੁੱਖ ਮੰਤਰੀ ਨੇ, ਪੁਲਿਸ ਦੇ ਮੁਖੀ ਨਹੀਂ ਗਏ। ਤੁਸੀਂ ਜੱਗੀ ਜੌਲ ਦੀ ਗੱਲ ਕਰਦੇ ਹੋ, ਸੁਪਰੀਮ ਕੋਰਟ ਨੇ ਨਹੀਂ ਛੱਡਿਆ, ਸੁਪਰੀਮ ਕੋਰਟ ਤੱਕ ਮਾਮਲਾ ਨਹੀਂ ਗਿਆ। ਅੱਧੀ ਅਧੂਰੀ ਜਾਣਕਾਰੀ ਹੈ ਤੁਹਾਡੇ ਕੋਲੇ। ਇਹ ਫਰੀਦਕੋਟ ਦੀ ਅਦਾਲਤ ਨੇ ਉਹਨੂੰ ਇੱਕ ਮਾਮਲੇ ਦੇ ਵਿੱਚ ਬਰੀ ਕੀਤਾ, ਜਦੋਂ ਕਿ ਉਹਦੇ ਉੱਤੇ 5 ਅਜੇ ਹੋਰ ਮਾਮਲੇ ਹੈਗੇ ਆ ਜੀ। ਅਖੀਰਲੇ ਕਾਲਰ ਸਾਡੇ ਬਿੰਦਰ ਤੌਰ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਤੁਹਾਨੂੰ ਮਿਲਣਾ ਚਾਹੁੰਦੇ ਸੀ ਪਰ ਫ੍ਰਿਜਨੋ ਤੋਂ ਮੇਰਾ ਖਿਆਲ ਤੁਸੀਂ ਮੁੜ ਗਏ ਜੀ। ਨਹੀਂ, ਤੁਹਾਡੇ ਕੋਲ ਵੀ ਆਏ ਸੀ ਜਿੱਥੇ ਤੁਸੀਂ ਕੰਮ ਕਰਦੇ ਆ, ਮਲਪੀਟਸ ਆਏ ਸੀ। ਅੱਛਾ ਜੀ, ਚਲੋ ਸੌਰੀ, ਹੁਣ ਨੈਕਸਟ ਟਾਈਮ ਮਿਲਾਂਗੇ। ਤੇ ਮੇਰੇ ਸਵਾਲ ਆ ਭਾਜੀ, ਵੀ ਮੇਰੇ ਸਵਾਲਾਂ ਦਾ ਤੁਸੀਂ ਘੰਟਿਆਂ ਬੱਧੀ ਜਵਾਬ ਦੇ ਸਕਦੇ ਜੇ। ਜਿਹੜਾ ਮੈਂ ਸਵਾਲ ਕਰਨ ਲੱਗਾ, ਜੇ ਬੰਦਾ ਸਿੱਖਾਂ ਦੇ ਘਰ ਜੰਮ ਕੇ ਤੇ ਸਿੱਖੀ ਦਾ ਉੱਚ ਕੋਈ ਵੀ ਕਣ ਨਾ ਹੋਵੇ ਤੇ ਫਿਰ ਉਹ ਸਿੱਖ ਅਖਵਾਉਣ ਦਾ ਫਾਇਦਾ ਕੀ ਆ? ਤੇ ਮੇਰਾ ਸਵਾਲ ਇਹ ਆ ਵੀ ਬਾਦਲ ਜਾਂ ਸੁਖਬੀਰ ਬਾਦਲ 'ਚ ਕੋਈ ਸਿੱਖੀ ਦਾ ਕਣ ਹੈਗਾ? ਹੁਣ ਦੇਖੋ, ਇੱਥੇ ਮੈਂ ਅੱਜ ਨਾ ਗੁਰਬਿੰਦਰ ਸਿੰਘ ਬੈਦਵਾਨ ਦੀ ਇੱਕ ਰਿਪੋਰਟ ਦੇਖ ਰਿਹਾ ਸੀ। ਜੀਰਕਪੁਰ ਤੇ ਚੰਡੀਗੜ੍ਹ ਦੇ ਲਾਗੇ ਜਿੰਨੀਆਂ ਸ਼ਾਮਲਾਟ ਜ਼ਮੀਨਾਂ ਨਾ। ਹਾਂਜੀ ਬਿੰਦਰ ਕੌਰ ਜੀ, ਤੁਹਾਡਾ ਸਵਾਲ ਕੀ ਆ? ਉਹ ਤਾਂ ਇਹਨੇ ਦੇਖੀ ਹੋਈ ਆ। ਹਾਂ, 42A ਬਣਾ ਕੇ ਨਾ ਤੇ ਇਹਨਾਂ ਸਾਰੀਆਂ ਹੀ ਸ਼ਾਮਲਾਟ ਜ਼ਮੀਨਾਂ ਤੇ ਕਬਜ਼ਾ ਆਪ ਮਤਲਬ ਕਰ ਲਏ, ਆਪ ਉਹਦੇ ਵਿੱਚ ਇਹ ਚੀਜ਼ਾਂ ਬਣਾ ਰਹੇ ਆ। ਤੇ ਇਹ ਮਤਲਬ ਇਹ ਆ ਵੀ ਤੁਸੀਂ ਇਹ ਜੇ ਬਾਦਲ ਮੰਨ ਲਓ ਚੱਲ ਜੂ ਵੱਸਦਾ ਵਾ, ਤੇ ਸੁਖਬੀਰ ਬਾਦਲ ਨੂੰ ਕੋਈ ਉਹਦੇ ਵਿੱਚ ਸਜ਼ਾ ਨਾਂ ਦੀ ਕੋਈ ਚੀਜ਼ ਹੋ ਸਕਦੀ ਹੈ ਜੀ? ਥੈਂਕ ਯੂ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਕੌਣ ਸਿੱਖ ਹੈ ਕੌਣ ਨਹੀਂ, ਮੈਂ ਤਾਂ ਉਸ ਪੋਜੀਸ਼ਨ ਦੇ ਵਿੱਚ ਨਹੀਂ ਗਾ ਕਿ ਇਹ ਦੱਸ ਸਕਾਂ ਜੀ, ਕਿਉਂਕਿ ਇਹ ਤਾਂ ਆਪਣੀਆਂ ਜ਼ਮੀਰਾਂ ਹੀ ਹੁੰਦੀਆਂ ਨੇ ਜੀ। ਜਦੋਂ ਵੀ ਕੋਈ ਵੀ ਵਿਅਕਤੀ ਕੋਈ ਕੰਮ ਕਰਦਾ ਹੈ, ਕਮ ਸੇ ਕਮ ਜੇ ਉਹ ਗਲਤ ਸਟੈਪ ਲੈਣ ਲੱਗਦਾ ਤੇ ਉਹਦੇ ਅੰਦਰੋਂ ਇੱਕ ਆਵਾਜ਼ ਤਾਂ ਆਉਂਦੀ ਹੈ ਨਾ ਵੀ ਆ ਤੂੰ ਗਲਤ ਕਰ ਰਿਹਾ। ਉਹ ਉਨੀ ਦੇਰ ਹੀ ਆਉਂਦੀ ਹੈ ਜਿੰਨੀ ਦੇਰ ਤੱਕ ਤੁਹਾਡੀ ਜ਼ਮੀਰ ਜਿਹੜੀ ਜੀ ਉਹ ਜਾਗਦੀ ਹੈ। ਇਹ ਤਾਂ ਆਪ ਹੀ ਕਿਸੇ ਨੂੰ ਆਵਾਜ਼ ਆਪਣੀ ਸੁਣੇ ਦੀ ਕਿ ਕੌਣ ਹੈ ਕੌਣ ਨਹੀਂ, ਕੌਣ ਕੀ ਕਰ ਰਿਹਾ, ਸਿੱਖ ਹੈ, ਹਿੰਦੂ ਹੈ, ਮੁਸਲਿਮ ਹੈ, ਕੌਣ ਹੈ। ਇਹ ਤਾਂ ਕਿਸੇ ਦਾ ਇੰਡੀਵਿਜੂਅਲ ਜਿਹੜਾ ਵੀ ਹੋ ਸਕਦਾ, ਨਾ ਕਿਸੇ ਨੂੰ ਸਰਟੀਫਿਕੇਟ ਦੇ ਕੇ ਜਿਹੜਾ ਜੀ ਇਹ ਦੱਸਿਆ ਜਾ ਸਕਦਾ ਕਿ ਫਲਾਂ ਸਿੱਖ ਹੈ, ਫਲਾਂ ਹਿੰਦੂ ਆ, ਫਲਾਂ ਜਿਹੜਾ ਉਹ ਮੁਸਲਿਮ ਹੈ। ਧਰਮ ਤਾਂ ਇੱਕ ਇੰਡੀਵਿਜੂਅਲ ਜਿਹੜੀ ਜੀ ਇਹ ਜਾਣਕਾਰੀ ਹੈ, ਜਿਹੜੀ ਕਿਸੇ ਦੇ ਵੀ ਅੰਦਰ ਹੁੰਦੀ ਹੈ ਜਾਂ ਘਰ ਦੇ ਅੰਦਰ ਜਿਹੜੀ ਉਹ ਹੁੰਦੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਅੱਜ ਕੱਲ੍ਹ ਕੁਛ ਬਹੁਤਾ ਜਿਹੜਾ ਜੀ ਉਹ ਬਾਹਰ ਦਿਸਣ ਲੱਗ ਗਿਆ। ਦੂਜੀ ਗੱਲ ਜਿਹੜੀ ਤੁਸੀਂ ਸ਼ਾਮਲਾਟਾਂ ਦੀ ਜਾਂ ਦੂਜੀ ਤੀਜੀ ਕਹਿ ਰਹੇ ਹੋ, ਉਹ ਤਾਂ ਛੱਡ ਹੀ ਦਿਓ ਜੀ ਗੱਲਾਂ। ਜੋ ਕੁਛ ਜਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਜੀ ਉਹ ਸ਼ੁਰੂ ਹੋਇਆ ਹਰ ਬੰਦਾ ਜਿਹੜਾ ਜੀ ਉਹ ਆਦਮਬੋ ਕਰਦਾ ਜਿਹੜਾ ਜੀ ਉਹ ਫਿਰਦਾ ਹੈ ਕਿ ਕਿੰਨਾ ਪੈਸਾ ਮੇਰੇ ਕੋਲੇ ਇਕੱਠਾ ਹੁੰਦਾ ਜੀ। ਪਹਿਲਾਂ ਮੈਂ ਚਿੱਟੇ ਵਾਲੀ ਗੱਲ ਜਿਹੜੀ ਤੁਹਾਨੂੰ ਡਿਟੇਲ 'ਚ ਦੱਸਤੀ ਆ। ਬਾਕੀ ਜਿਹੜੇ ਸਿਆਸਤਦਾਨ ਨੇ, ਹਾਲਾਤ ਉਹਨਾਂ ਦੇ ਵੀ ਉਹੋ ਜਿਹੀ ਤੁਸੀਂ ਜਿਹੜਾ ਜੀ ਉਹ ਕਹਿ ਸਕਦੇ ਹੋ, ਉਹ ਦੂਜੇ ਤਰੀਕੇ ਨਾਲ ਤੁਰੇ ਫਿਰਦੇ ਆ। ਸਾਡੇ ਇੱਥੇ ਨੇੜੇ ਕਲੋਨੀ ਪੈਂਦੀ ਆ, ਪਰਸੋਂ ਇੱਕ MLA ਦਾ ਮੁੰਡਾ ਲਿਆ ਕੇ JVC ਮਸ਼ੀਨਾਂ, ਉਹਨੇ ਜੋ ਕੁਛ ਉੱਥੇ ਕਮਰੇ ਵਗੈਰਾ ਬਣਾਏ ਸੀ ਪਲਾਟ ਦੇ ਵਿੱਚ ਢਾਹ ਕੇ ਸਾਰੇ ਤੇ ਕਬਜ਼ਾ ਕਰ ਲਿਆ। ਕਹਿੰਦਾ ਪਲਾਟ ਮੇਰਾ। ਉਹ ਵਿਚਾਰਾ ਜਿਹੜਾ ਮਾਲਕ ਹੈ ਉਹ ਰਜਿਸਟਰੀਆਂ ਹੱਥ ਦੇ ਵਿੱਚ ਫੜ ਕੇ ਜਿਹੜਾ ਜੀ ਉਹ ਤੁਰਿਆ ਫਿਰਦਾ, ਵਿਖਾਉਂਦਾ ਲੋਕਾਂ ਨੂੰ ਕਿ ਆਹ ਦੇਖੋ ਜੀ ਨਾਮ ਤਾਂ ਮੇਰੇ ਆ ਇਹ ਜਿਹੜਾ ਜੀ ਪਲਾਟ। ਸੋ ਇੱਥੇ ਤਾਂ ਹੁਣ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਤਕੜੇ ਦਾ ਸੱਤੀ ਨਹੀਂ 100, ਇਹ ਕਹਿ ਸਕਦੇ ਹੋ ਕਿ ਸਿਆਸੀ ਬੰਦੇ ਦਾ ਸੱਤੀ ਨਹੀਂ ਜਿਹੜਾ ਜੀ ਉਹ 100 ਹੋਇਆ ਪਿਆ। ਇੱਥੇ ਤਾਂ ਇਸ ਤਰੀਕੇ ਦੇ ਨਾਲ ਲੁੱਟਣ ਤੇ ਲੱਗੇ ਹੋਏ ਆ ਸਾਰੇ ਵੀ ਇੰਨੀ ਤਰੀਕ ਤੱਕ ਆਪਣੇ ਕੋਲੇ ਟਾਈਮ ਹੈ, ਜਿੰਨਾ ਲੁੱਟ ਸਕਦੇ ਹੋ ਲੁੱਟ ਲਓ ਤੇ ਲੁੱਟ ਕੇ ਫਿਰ ਆਪਾਂ ਭੱਜ ਚੱਲਣਾ ਜੀ।
ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਮਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।